ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਪਹਿਲਾ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਭੂਮਿਕਾ ਅਤੇ ਦੂਜੀ ਐਡੀਸ਼ਨ ਬਾਰੇ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੂਮਿਕਾ ਕੁਝ ਆਪਣੇ ਬਾਰੇ। ਦਾਸ ਦਾ ਜਨਮ 1922 ਵਿੱਚ ਹੋਇਆ ਸੀ। ਪਿਤਾ ਜੀ ਨੂੰ ਫੌਜੀ ਸੇਵਾ ਦੇ ਕਾਰਨ ਜ਼ਿਲ੍ਹਾ ਮਿੰਟਗੁਮਰੀ ਦੇ ਚੱਕ ਨੰਬਰ 39/14 L ਵਿਖੇ ਜ਼ਮੀਨ ਮਿਲੀ ਹੋਣ ਕਾਰਨ ਬਚਪਨ ਉੱਥੇ ਬੀਤਿਆ। ਉਰਦੂ ਦੀਆਂ 6 ਜਮਾਤਾਂ ਆਪਣੇ ਪਿੰਡ ਦੇ ਸਕੂਲੇ ਪੜ੍ਹ ਕੇ ਫਿਰ ਪਾਕਿਸਤਾਨ ਜ਼ਿਲ੍ਹਾ ਮੁਲਤਾਨ ਦੇ ਨਗਰ ਮੀਆਂ ਚੰਨੂ ਦੇ ਹਾਈ ਸਕੂਲ ਵਿੱਚੋਂ 10ਵੀਂ ਪਾਸ ਕੀਤੀ। ਮਾਤਾ ਜੀ ਦੇ ਹੁਕਮ ਦੀ ਪਾਲਣਾ ਵਿੱਚ ਦਾਸ ਨੇ 9ਵੀਂ ਕਲਾਸ ਵਿੱਚ ਪੜ੍ਹਦਿਆਂ ਅੰਮ੍ਰਿਤਪਾਨ ਕਰ ਲਿਆ। ਸਕੂਲ ਦੀ ਪੜ੍ਹਾਈ ਸਮੇਂ ਸਿੱਖ ਵਿਦਿਆਰਥੀਆਂ ਨੇ ਭੁਜੰਗੀ ਸਭਾ ਬਣਾ ਕੇ ਦਾਸ ਨੂੰ ਪ੍ਰਧਾਨਗੀ ਦੀ ਸੇਵਾ ਦਿੱਤੀ ਹੋਈ ਸੀ। ਸਾਡੀ ਸਭਾ ਧਾਰਮਿਕ ਜੋੜ ਮੇਲਿਆਂ ਸਮੇਂ ਛਬੀਲਾਂ ਲਾ ਕੇ ਜਲ ਪਿਲਾਉਣ ਦੀ ਅਤੇ ਸੰਗਤਾਂ ਦੇ ਜੋੜਿਆਂ ਦੀ ਰਾਖੀ ਕਰਨ ਦੀ ਸੇਵਾ ਤੇ ਹੁੰਦੀ। 10ਵੀਂ ਪਾਸ ਕਰਨ ਉਪਰੰਤ ਗੌਰਮੈਂਟ ਕਾਲਜ ਮਿੰਟਗੁਮਰੀ ਵਿੱਚ ਦਾਖਲ ਹੋਇਆ। ਉਸ ਕਾਲਜ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਤਿਆਰ ਹੋ ਰਹੀ ਸੀ। ਦਾਸ ਨੇ ਇਸ ਕਾਰਜ ਵਿੱਚ ਉਚੇਚੀ ਰੁਚੀ ਦਿਖਾਈ ਤਾਂ ਸਾਥੀਆਂ ਨੇ ਪ੍ਰਧਾਨ ਚੁਣ ਲਿਆ। ਇਹ ਸੇਵਾ ਅਪ੍ਰੈਲ 1947 ਤੱਕ ਨਿਭਾਈ। ਮਾਸਟਰ ਤਾਰਾ ਸਿੰਘ ਜੀ, ਹੁਕਮ ਸਿੰਘ ਜੀ ਵਕੀਲ, ਗਿਆਨੀ ਕਰਤਾਰ ਸਿੰਘ ਜੀ ਪੰਥਕ ਕੰਮਾਂ ਲਈ ਦਾਸ ਨੂੰ ਬੜਾ ਉਤਸ਼ਾਹ ਅਤੇ ਪਿਆਰ ਦਿਆ ਕਰਦੇ ਸਨ। ਸੋ ਅਜੇ ਵਿਦਿਆਰਥੀ ਹੀ ਸਾਂ ਕਿ ਪੰਥਕ ਸੇਵਾ ਦੀ ਲਗਨ ਲੱਗ ਗਈ। ਅਗਸਤ 1947 ਵਿੱਚ ਦੇਸ਼ ਦੀ ਵੰਡ ਹੋ ਗਈ। ਉਸੇ ਸਾਲ ਸਤੰਬਰ ਦੇ ਮਹੀਨੇ ਗੋਲੀਆਂ ਦੀ ਛਾਵੇਂ ਆਪਣਾ ਘਰ ਘਾਟ, ਜ਼ਮੀਨ ਜਾਇਦਾਦ ਅਤੇ ਇਲਾਕਾ ਛੱਡਣਾ ਪਿਆ। ਆਪਣੀਆਂ ਜਾਨਾਂ ਅਤੇ ਤਨ ਦੇ ਕੱਪੜੇ ਲੈ ਕੇ ਗੁਰਦਾਸਪੁਰ ਪੁੱਜੇ। ਮਾਤਾ ਪਿਤਾ ਬਿਰਧ ਸਨ। ਪਿਤਾ ਜੀ ਦੀ ਪੈਨਸ਼ਨ ਅਤੇ ਜ਼ਮੀਨ ਪਿੱਛੇ ਰਹਿ ਗਈ। ਦੁਬਾਰਾ ਸਭ ਕੁਝ ਮਿਲ ਜਾਣ ਦੀ ਆਸ ਬੜੀ ਮੱਧਮ ਸੀ। ਦਿਨ ਕੱਟਣੇ ਔਖੇ ਹੋ ਗਏ। ਕਾਲਜ ਵਿੱਚ ਪੜ੍ਹਦੇ ਸਮੇਂ ਜਿਸ ਮਹਿਕਮੇ ਨੂੰ ਮਖੌਲ ਕਰਿਆ ਕਰਦੇ ਸਾਂ, ਆਖਰ ਤੰਗੀ ਤੋਂ ਮਜਬੂਰ ਹੋ ਕੇ ਉਸੇ ਪੁਲਿਸ ਦੇ ਮਹਿਕਮੇ ਵਿੱਚ 58 ਰੁਪਏ ਮਹੀਨੇ ਤੇ ਨੌਕਰੀ ਕਰਨੀ ਪਈ। ਹਾਲਾਤ ਦੀ ਬਦਲਦੀ ਹਨੇਰੀ ਵਿੱਚ ਚੇਤਾ ਹੀ ਭੁੱਲ ਗਿਆ ਕਿ ਕਦੇ ਮਾਤਾ ਜੀ ਦੇ ਨਾਲ ਜਾ ਕੇ ਅੰਮ੍ਰਿਤ ਵੀ ਛਕਿਆ ਸੀ। ਨੌਕਰੀ ਵਿੱਚ ਕਈ ਭੁੱਲਾਂ ਅਤੇ ਕੁਰੀਤੀਆਂ ਹੋਈਆਂ। ਉਮਰ ਦਾ ਚੰਗਾ ਹਿੱਸਾ ਲੰਘ ਜਾਣ ਪਿੱਛੋਂ ਸਮਝ ਆਈ ਕਿ ਖੰਡੇ ਬਾਟੇ ਦੀ ਪੌਲ ਛਕਣ ਤੋਂ ਪਹਿਲਾਂ ਅੰਮ੍ਰਿਤ ਅਬਲਾਖੀ ਨੂੰ ਚਾਹੀਦਾ ਹੈ ਕਿ ਉਹ ਆਤਮ ਨਿਰਭਰ ਹੋ ਜਾਵੇ ਅਤੇ ਗੁਰਮਤਿ ਗਿਆਨ ਨੂੰ ਚੰਗੀ ਤਰ੍ਹਾਂ ਸਮਝ ਕੇ ਨਾਮ ਅੰਮ੍ਰਿਤ ਦੀ ਦਾਤ ਦੀ ਪੂਰੀ ਸੰਭਾਲ ਕਰ ਸਕਣ ਦੀ ਹਿਰਦੇ ਵਿੱਚ ਲਗਨ ਬਣਾਵੇ। ਅੰਮ੍ਰਿਤ ਅਬਲਾਖੀ ਵਿੱਚ ਉਸ ਪ੍ਰਣ ਨੂੰ ਪੂਰੀ ਤਰ੍ਹਾਂ ਨਿਭਾਉਣ ਦੀ ਯੋਗਤਾ ਦਾ ਹੋਣਾ ਬੜਾ ਜ਼ਰੂਰੀ ਹੈ, ਜਿਹੜੀ ਪੰਜਾਂ ਪਿਆਰਿਆਂ ਨੇ ਸਿੱਖੀ ਦੇ ਨਿਯਮ ਨਿਭਾਉਣ ਲਈ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਲੈਣੀ ਹੁੰਦੀ ਹੈ। ਉਹ ਪ੍ਰਤਿਗਿਆ ਹੀ ਅਸਲੀ ਅੰਮ੍ਰਿਤ ਹੁੰਦਾ ਹੈ। ਉਸੇ ਨੂੰ ਨਿਭਾਉਣਾ ਹੀ ਅੰਮ੍ਰਿਤਪਾਨ ਕਰਨ ਦਾ ਮੰਤਵ ਹੁੰਦਾ ਹੈ। ਉਸ ਪ੍ਰਾਣ ਵਿੱਚ ਢਿੱਲ ਸਤਿਗੁਰਾਂ ਦੇ ਅੰਮ੍ਰਿਤ ਦੀ ਬੇਅਦਬੀ ਹੈ। ਨੌਕਰੀ ਅਥਵਾ ਪਰ ਅਧੀਨਗੀ ਦੇ ਸਮੇਂ ਕਈ ਉਤਰਾਅ ਚੜ੍ਹਾਅ ਆਏ, ਪਰ ਸਤਿਗੁਰਾਂ ਨੇ ਦਾਸ ਦੇ ਸਿਰ ਤੇ ਹੱਥ ਰੱਖਦਿਆਂ ਅਜਿਹਾ ਕੋਈ ਗੁਨਾਹ ਨਹੀਂ ਹੋਣ ਦਿੱਤਾ ਜਿਸ ਤੋਂ ਅੰਦਰ ਲੱਗੇ ਪ੍ਰਭੂ ਦੇ ਦਰਬਾਰ ਵਿੱਚ ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਉ ਪੰਨਾ 1092 ਹਾਜ਼ਰ ਹੋਣ ਤੇ ਸ਼ਰਮਸ਼ਾਰ ਹੋਣਾ ਪੈਂਦਾ ਹੋਵੇ। ਗੁਰਦੇਵ ਜੀ ਨੇ ਉਚੇਚੀ ਕਿਰਪਾ ਕਰਦਿਆਂ ਦਾਸ ਦੇ ਮਨ ਵਿਚਲੇ ਪੰਥਕ ਪਿਆਰ ਵਿੱਚ ਕਦੇ ਕਮੀ ਨਹੀਂ ਆਉਣ ਦਿੱਤੀ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਕਾਰਜਾਂ ਵਿੱਚ ਤਨੋ ਮਨੋ ਹਿੱਸਾ ਲੈਂਦਾ ਰਿਹਾ। ਪੰਥਕ ਮੋਰਚਿਆਂ ਦੇ ਆਦ ਤੇ ਅੰਤ ਦਾ ਪ੍ਰਭਾਵ। ਸਾਰਿਆਂ ਪੰਥਕ ਮੋਰਚਿਆਂ ਵਿੱਚ ਸਾਡੇ ਪਰਿਵਾਰ ਤੋਂ ਸੇਵਾ ਲੈਣ ਦੀ ਸਤਿਗੁਰਾਂ ਨੇ ਸਦਾ ਹੀ ਉਚੇਚੀ ਕਿਰਪਾ ਕੀਤੀ। ਦਾਸ ਸਰਕਾਰੀ ਨੌਕਰੀ ਵਿੱਚ ਹੋਣ ਕਰਕੇ ਜਥੇ ਵਿੱਚ ਆਪ ਭਾਵੇਂ ਨਹੀਂ ਸੀ ਜਾ ਸਕਦਾ, ਪਰ ਮਾਤਾ ਜੀ ਜਥਾ ਸ਼ਕਤ ਮਾਇਕ ਸਹਾਇਤਾ ਦੇਣ ਦੇ ਨਾਲ ਹਰ ਵਾਰ ਗ੍ਰਿਫਤਾਰੀ ਦਿੰਦੇ ਰਹੇ। ਅਕਾਲੀ ਲੀਡਰਾਂ ਨਾਲ ਬੜੀ ਨੇੜੇ ਦੀ ਜਾਣ ਪਛਾਣ ਸਦਾ ਬਣੀ ਰਹੀ। ਮਾਸਟਰ ਤਾਰਾ ਸਿੰਘ ਜੀ ਅਥਵਾ ਸੰਤ ਫਤਿਹ ਸਿੰਘ ਜੀ ਅਤੇ ਫਿਰ ਸੰਤ ਹਰਚੰਦ ਸਿੰਘ ਜੀ ਦੀ ਅਗਵਾਈ ਵਾਲੇ ਮੋਰਚੇ ਲੱਗਦੇ ਅਤੇ ਬੰਦ ਹੁੰਦੇ। ਬੜੇ ਲਾਗੇ ਹੋ ਕੇ ਵੇਖੇ। 1978 ਦੀ ਵਿਸਾਖੀ ਤੇ ਵਰਤ ਦਾ ਸਾਕਾ ਅਤੇ ਭਾਈ ਫੌਜਾ ਸਿੰਘ ਜੀ ਨੂੰ ਆਪਣੇ ਜਥੇ ਸਮੇਤ ਸ਼ਹੀਦੀ ਪਾਉਂਦਾ ਵੀ ਵੇਖਿਆ।
ਪੰਥਕ ਲੀਡਰਾਂ ਦਾ ਪੰਥ ਪ੍ਰਤੀ ਪਿਆਰ ਅਥਵਾ ਉਹਨਾਂ ਦੇ ਚਲਾਏ ਕਥਿਤ ਕੁਰਸੀ ਯੁੱਧ ਦਾ ਗਿਆਨ ਵੇਰਵੇ ਸਹਿਤ ਨਾਲੋਂ ਨਾਲ ਹੁੰਦਾ ਰਿਹਾ। 1981 ਤੋਂ ਨੌਕਰੀ ਦਾ ਜੂਲਾ ਗਲੋਂ ਲੈ ਗਿਆ। ਹੁਣ ਪੰਥ ਦੀ ਸੇਵਾ ਕਰਨ ਲਈ ਆਜ਼ਾਦ ਸਾਂ। ਪੰਥਕ ਲੀਡਰਾਂ ਦੇ ਪੰਥਕ ਪਿਆਰ ਅਤੇ ਤਿਆਗੀ ਸੁਭਾਅ ਵਿਚਲੀ ਦੁਰੰਗੀ ਚਾਲ ਕਾਰਨ ਪੰਥਕ ਸਮੱਸਿਆ ਦੀ ਤਾਣੀ ਸਦਾ ਉਲਝਦੀ ਹੀ ਗਈ। ਪੰਥ ਦੇ ਤੇਜ ਪ੍ਰਤਾਪ ਦੇ ਮੁੜ ਆਉਣ ਦੀ ਆਸ ਵਾਲੇ ਸਾਰੇ ਲਾਰੇ ਛਲਾਵਾ ਸਿੱਧ ਹੁੰਦੇ ਰਹੇ। ਆਖਰ ਸੰਤ ਜਰਨੈਲ ਸਿੰਘ ਨੇ ਪੰਥ ਦੀ ਵਾਗਡੋਰ ਸਾਂਭ ਲਈ। ਗਲੀ ਗਲੀ ਵਿੱਚ ਸੰਤ ਭਿੰਡਰਾਂ ਵਾਲੇ ਦੀ ਜੈ ਜੈਕਾਰ ਦੀ ਗੂੰਜ ਪੈਣ ਲੱਗ ਪਈ। ਸਾਰੇ ਕਹਿੰਦੇ ਸਨ ਕਿ ਪੰਥ ਨੂੰ ਆਖਰ ਸੱਚਾ ਸੁੱਚਾ ਅਤੇ ਬਚਨਾਂ ਦਾ ਪੱਕਾ ਲੀਡਰ ਲੱਭ ਗਿਆ ਹੈ। ਪਹਿਲੇ ਮੋਰਚੇ ਵਾਂਗ ਹੋਣ ਵਾਲਾ ਮੋਰਚਾ ਕੁਰਸੀ ਯੁੱਧ ਨਹੀਂ ਬਣ ਲੱਗਾ। ਬਹੁ ਗਿਣਤੀ ਦੇ ਮੂੰਹੋਂ ਇਹੀ ਸੁਣੀਦਾ ਸੀ, ਇਸ ਵਾਰ ਰੋਜ਼ ਦੀ ਘੈਂਸ ਮੁੱਕ ਕੇ ਹੀ ਰਹੇਗੀ। ਹਾਏ, ਹੁਣ ਫਿਰ ਦਿੱਲੀ ਸਰਕਾਰ ਮੁੱਕਰ ਗਈ। ਵਾਲੀ ਨਿੱਤ ਦੀ ਮੁਹਾਰਨੀ ਹੁਣ ਜ਼ਰੂਰ ਬੰਦ ਹੋ ਕੇ ਰਹੇਗੀ। ਆਦਿ ਦਾਸ ਨੇ ਘਰ ਘਾਟ ਛੱਡ ਕੇ ਗੁਰੂ ਨਾਨਕ ਨਿਵਾਸ ਵਿਖੇ ਸੰਤਾਂ ਕੋਲ ਹੀ ਜਾ ਡੇਰਾ ਲਾਇਆ। ਸਰਦਾਰ ਰਛਪਾਲ ਸਿੰਘ ਸੰਤਾਂ ਦਾ ਪੀਏ ਅਤੇ ਭਾਈ ਕੰਵਰ ਸਿੰਘ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੰਤ ਜੀ ਦਾਸ ਕੋਲੋਂ ਕਿਹੋ ਜਿਹੇ ਜ਼ਰੂਰੀ ਕਾਰਜਾਂ ਦੀ ਸੇਵਾ ਲੈਂਦੇ ਰਹੇ ਸਨ। ਦਾਸ ਨੂੰ ਵੀ ਪੂਰਾ ਵਿਸ਼ਵਾਸ ਸੀ ਕਿ ਸੰਤਾਂ ਦਾ ਕਿਹਾ ਕਦੇ ਝੂਠਾ ਨਹੀਂ ਹੋਣਾ। ਸੰਤਾਂ ਕੋਲੋਂ ਦਸਮ ਗ੍ਰੰਥ ਦੀ ਕਥਾ ਅਤੇ ਹੋਰ ਗੁਰਬਾਣੀ ਸ਼ਬਦਾਂ ਦੀ ਵਿਚਾਰ ਸੁਣਦੇ ਰਹਿੰਦੇ ਸਾਂ। ਉਹਨਾਂ ਪ੍ਰਤੀ ਬਣੀ ਸ਼ਰਧਾ ਨਵੇਂ ਤੋਂ ਨਵੇਂ ਰੂਪ ਵਾਲਾ ਗੂੜਾ ਰੰਗ ਫੜਦੀ ਜਾਂਦੀ ਸੀ। ਉਹਨਾਂ ਦੇ ਨੇੜੇ ਰਹਿੰਦੇ ਮੇਰੇ ਜਿਹੇ ਸਾਰਿਆਂ ਸਿੱਖਾਂ ਨੂੰ ਉਹਨਾਂ ਦੀ ਹਰ ਮਰਿਆਦਾ ਕਲਗੀਧਰ ਦੀ ਆਪਣੀ ਹੀ ਮਰਿਆਦਾ ਹੋ ਦਿਸਦੀ ਸੀ। ਨਿਕਟ ਵਰਤੀਆਂ ਨੂੰ ਇਹ ਕਹਿੰਦੇ ਰੋਜ਼ ਸੁਣਦੇ ਸਾਂ ਕਿ ਸੁਖਮਨੀ ਸਾਹਿਬ ਵਿੱਚ ਜਿਸ ਸੰਤ ਅਤੇ ਜਿਸ ਬ੍ਰਹਮ ਗਿਆਨੀ ਨੂੰ ਪਰਮੇਸ਼ਰ ਕਰਕੇ ਆਖਿਆ ਹੈ, ਹੁਣ ਪੰਥ ਦੀ ਵਾਗਡੋਰ ਉਸ ਸੰਤ ਬ੍ਰਹਮ ਗਿਆਨੀ ਦੇ ਹੱਥ ਵਿੱਚ ਆ ਚੁੱਕੀ ਹੈ। ਪੰਥ ਕੋਲੋਂ ਖੁੱਸਾ ਹੋਇਆ ਤਖਤ ਤਾਜ ਨੇੜੇ ਆਉਂਦਾ ਦਿਸਣ ਲੱਗ ਪਿਆ। ਜ਼ਰੂਰੀ ਪਰਿਵਾਰਕ ਮਸਲਿਆਂ ਦੇ ਕਾਰਨ ਜਨਵਰੀ 1984 ਵਿੱਚ ਦਾਸ ਨੂੰ ਕੈਨੇਡਾ ਆਉਣਾ ਪਿਆ। ਸੰਤਾਂ ਨੇ ਬੜੀ ਉਦਾਰਤਾ ਨਾਲ ਵਿਦਾ ਕੀਤਾ ਅਤੇ ਆਪਣੇ ਭਾਸ਼ਣ ਦੀਆਂ ਕਈ ਉਚੇਚੀਆਂ ਟੇਪਾਂ ਦਿੱਤੀਆਂ। ਪਹੁੰਚਿਆਂ ਥੋੜ੍ਹੀ ਦੇਰ ਹੀ ਹੋਈ ਸੀ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਵਾਲਾ ਜ਼ੁਲਮੀ ਕਾਰਾ ਵਰਤ ਗਿਆ। ਸਰਕਾਰ ਦਾ ਇਹ ਹਮਲਾ ਪੰਥ ਦੀ ਸਮੁੱਚੀ ਹੋਂਦ ਅਥਵਾ ਪੰਥ ਦੀ ਅਣਖ ਤੇ ਹੋਇਆ ਮੰਨਿਆ ਗਿਆ। ਫਿਰ ਸਿੰਘਾਂ ਦੇ ਆਮ ਕਤਲਾਂ ਦੀਆਂ ਖਬਰਾਂ ਆਉਣ ਲੱਗ ਪਈਆਂ। ਇੰਦਰਾ ਗਾਂਧੀ ਦੇ ਕਤਲ ਕਾਰਨ ਲੋਕਾਂ ਵਿੱਚ ਭੜਕਾਹਟ ਆ ਜਾਣ ਦਾ ਬਹਾਨਾ ਬਣਾ ਕੇ ਸਰਕਾਰੀ ਬੰਦਿਆਂ ਨੇ ਹਜ਼ਾਰਾਂ ਸਿੱਖ ਪਰਿਵਾਰ ਤਬਾਹ ਕਰ ਦਿੱਤੇ। ਸੈਂਕੜੇ ਸਿੱਖ ਬੱਚੀਆਂ ਦੀ ਪੱਤ ਲੁੱਟੀ ਗਈ। ਕਰੋੜਾਂ ਦਾ ਧਨ ਬਰਬਾਦ ਹੋਇਆ। ਸੰਤ ਜੀ ਦੇ ਨਿਕਟ ਵਰਤੀਆਂ ਨੇ ਉਦੋਂ ਦਾ ਕਹਿਣਾ ਆਰੰਭ ਕੀਤਾ, ਅੱਜ ਤਾਹੀਂ ਨਹੀਂ ਤਿਆਗਿਆ ਕਿ ਸੰਤ ਜੀ ਬਚ ਕੇ ਨਿਕਲ ਗਏ ਸਨ ਅਤੇ ਢੁਕਵੇਂ ਸਮੇਂ ਦੀ ਉਡੀਕ ਵਿੱਚ ਕਿਤੇ ਛੁਪ ਬੈਠੇ ਹਨ। ਜਿਸ ਮਹਾਂਪੁਰਖ ਨੇ ਜੈਕਾਰਿਆਂ ਦੀ ਗੂੰਜ ਵਿੱਚ ਕਈ ਵਾਰ ਇਹ ਬਚਨ ਕੀਤੇ ਸਨ, ਜਾਂ ਪੰਥ ਨੂੰ ਪੂਰਨ ਫਤਿਹ ਲੈ ਕੇ ਦੇਵਾਂਗਾ ਅਤੇ ਜਾਂ ਦਾਸ ਦਾ ਸੀਸ ਇੱਥੇ ਹੀ ਲੱਗੇਗਾ, ਉਸ ਬਾਰੇ ਅਜਿਹਾ ਆਖਣਾ ਤੇ ਦੂਰ ਦੀ ਗੱਲ ਹੈ। ਅਜਿਹਾ ਸੋਚਣਾ ਵੀ ਮਹਾਂ ਪਾਪ ਹੈ। ਕਿਵੇਂ ਹੋ ਸਕਦਾ ਹੈ ਕਿ ਅਜਿਹਾ ਬ੍ਰਹਮ ਗਿਆਨੀ ਸੰਤ ਸੂਰਮਾ ਮਹਾਂਪੁਰਖ ਭਖ ਦੇ ਜੰਗ ਵਿੱਚੋਂ ਸਹੀ ਸਲਾਮਤ ਭੱਜ ਗਿਆ। ਦਿਲ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਕਿ ਏਡੀ ਵੱਡੀ ਤਬਾਹੀ ਹੋ ਜਾਣ ਉਪਰੰਤ ਅਤੇ ਪੰਥ ਦੀ ਰਹਿੰਦੀ ਖੂੰਦੀ ਮਿੱਟੀ ਵੀ ਪੁੱਟੀ ਜਾਣ ਉਪਰੰਤ ਸੰਤ ਜੀ ਕਿਤੇ ਛੁਪੇ ਹੋਏ ਇਸ ਤੋਂ ਵੀ ਭੈੜੀ ਹਾਲਤ ਦੀ ਉਡੀਕ ਕਰ ਰਹੇ ਹਨ। ਸੰਤ ਜੀ ਦੇ ਮਾਤਾ ਪਿਤਾ ਵੀ ਜਦ ਸੰਤਾਂ ਦੇ ਬਚ ਨਿਕਲਣ ਦੀ ਗੱਲ ਸਗੋਂ ਬਹੁਤੀ ਦ੍ਰਿੜਤਾ ਨਾਲ ਕਹਿ ਰਹੇ ਹੋਣ ਤਾਂ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਤਰਕਾਂ ਦਾ ਕੀ ਉੱਤਰ ਬਣੇ। ਸੰਤਾਂ ਪ੍ਰਤੀ ਬਣਿਆ ਸਤਿਕਾਰ ਦਾਸ ਦੇ ਅੰਦਰੋਂ ਵੀ ਢਿੱਲਾ ਪੈਣ ਲੱਗ ਪਿਆ। ਇਹ ਸਨਮਾਨਯੋਗ ਲੀਡਰ ਜੀ ਨੇ ਵੀ ਚੰਗੀ ਰੱਖ ਵਿਖਾਈ। ਪੂਰਨ ਆਜ਼ਾਦੀ ਮਿਲ ਜਾਣ ਦਾ ਵਿਸ਼ਵਾਸ ਦੇ ਕੇ ਅਲੜ ਅਤੇ ਗੁਰਮਤਿ ਗਿਆਨ ਤੋਂ ਸਖਣੇ ਸਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਪਿਸਤੌਲ, ਬੰਦੂਕਾਂ ਅਤੇ ਮੋਟਰਸਾਈਕਲ ਫੜਾ ਗਏ। ਸਾਧ ਬਚਨ ਅਟਲਾਦਾ ਸਮਝਣ ਵਾਲੇ ਸਿੱਖ ਬੱਚੇ ਸੰਤਾਂ ਦੇ ਵਰਦੀ ਸ਼ਕਤੀ ਵਿੱਚ ਗਲੇਫੇ ਹੋਏ ਸ਼ਸਤਰ ਸਾਂਭ ਕੇ ਸੰਤਾਂ ਦੇ ਦੱਸੇ ਰਾਹ ਤੇ ਪੂਰੀ ਸ਼ਕਤੀ ਨਾਲ ਭੱਜ ਪਏ। ਸੰਤਾਂ ਦੇ ਬਚਨਾਂ ਵਾਲੀ ਆਜ਼ਾਦੀ ਦਾ ਤਾਂ ਪਤਾ ਨਹੀਂ ਕੀ ਬਣੇ, ਪਰ ਬੜਾ ਗੰਭੀਰ ਪ੍ਰਸ਼ਨ ਉੱਭਰ ਕੇ ਸਾਹਮਣੇ ਆ ਖਲੋਤਾ ਕਿ ਖਾਲਸਾਈ ਆਨ ਸ਼ਾਨ ਨੂੰ ਸਿਖਰੀ ਲੈ ਜਾਣ ਵਾਲੀਆਂ ਪਰੰਪਰਾਵਾਂ
ਅਤੇ ਖਾਲਸਈ ਨਿਆਰੇ ਆਚਰਣ ਕਾਰਨ ਬਣੀਆਂ ਧਾਰਨਾਵਾਂ ਖਾਲਸੇ ਦੇ ਆਪਣੀ ਹੀ ਹੱਥੋਂ ਮਿੱਟੀ ਵਿੱਚ ਤਾਂ ਨਹੀਂ ਰੁਲੀਆਂ ਕਿ ਪੰਥ ਦਾ ਕੀਮਤੀ ਸਰਮਾਇਆ, ਕੌਮ ਦਾ ਹੋਣਹਾਰ ਨੌਜਵਾਨ ਭੋਂ ਦੇ ਪਹਾੜੇ ਹੀ ਤਬਾਹ ਤੇ ਨਹੀਂ ਹੋ ਗਿਆ। ਕਲਗੀਧਰ ਨੇ ਆਪਣੇ ਬਚਨਾਂ ਅਨੁਸਾਰ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦੀ ਬਖਸ਼ਿਸ਼ ਕਰ ਦਿੱਤੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਜਥੇਦਾਰੀ ਸਮੇਂ ਸਿੱਖ ਪੰਥ ਦੀ ਅਦੁੱਤੀ ਚੜ੍ਹਤ ਵਿੱਚ ਕਿਹੜੀ ਕਸਰ ਸੀ। ਉਸ ਸਮੇਂ ਦੁਨੀਆ ਵਿੱਚ ਸਿਰ ਕੱਢ ਸ਼ਕਤੀ ਵਾਲੀ ਅੰਗਰੇਜ਼ ਕੌਮ, ਜਿਸ ਨੇ ਬ੍ਰਹਮਾ ਤੋਂ ਲੈ ਕੇ ਸਤਲੁਜ ਤਾਈਂ ਸਾਰਾ ਭਾਰਤ ਆਪਣੇ ਪੈਰਾਂ ਹੇਠ ਕਰ ਲਿਆ ਸੀ, ਖਾਲਸਾ ਰਾਜ ਦੀ ਸਰਹੱਦ ਕੋਲ ਆ ਕੇ ਠਠੰਬਰ ਗਈ ਸੀ। ਖਾਲਸਾ ਜੀ ਨਾਲ ਮਿੱਤਰਤਾ ਲਈ ਗੋਡੇ ਟੇਕ ਖਲੋਤੀ ਸੀ। ਫਿਰ ਕੀ ਇਹ ਰਾਜ ਭਾਗ ਏਡੀ ਛੇਤੀ ਗੁਰੂ ਨੇ ਆਪ ਹੀ ਖੋਹ ਲਿਆ? ਪਰ ਕਦੇ ਪਿਤਾ ਨੇ ਵੀ ਆਪਣੇ ਬੱਚੇ ਕੋਲੋਂ ਕੋਈ ਪਦਾਰਥ ਖੋਇਆ ਹੈ? ਫਿਰ ਭਾਣਾ ਕੀ ਵਰਤਦਾ ਜਾ ਰਿਹਾ ਹੈ? ਅਜਿਹੇ ਪ੍ਰਸ਼ਨਾਂ ਦੇ ਉੱਤਰ ਲੱਭਣ ਵਿੱਚ ਮਨ ਡੁੱਬਾ ਰਹਿੰਦਾ ਸੀ। ਪੰਥਕ ਲੀਡਰਾਂ ਵੱਲੋਂ ਸਰਕਾਰ ਨੂੰ ਦਬਕੇ ਵੀ ਉਸੇ ਤਰ੍ਹਾਂ ਦੇ ਵੱਜਦੇ ਆ ਰਹੇ ਹਨ, ਅਥਵਾ ਅਲਟੀਮੇਟਮ ਵੀ ਉਹੀ ਦਿੱਤੇ ਜਾ ਰਹੇ ਹਨ ਜਿਹੜੇ ਅੰਗਰੇਜ਼ੀ ਰਾਜ ਵੇਲੇ ਆਰੰਭ ਹੋਏ ਸਨ। ਹਿੰਦੂ ਸਰਕਾਰ ਵੱਲੋਂ ਕੀਤੇ ਹੋਏ ਬਚਨਾਂ ਤੋਂ ਮੁੱਕਰ ਜਾਣ ਦੇ ਅਤੇ ਪੱਖਪਾਤ ਵਾਲੀ ਧੱਕੇਸ਼ਾਹੀ ਨਾਲ ਕੀਤੇ ਜਾਂਦੇ ਜ਼ੁਲਮੀ ਕਾਰਿਆਂ ਦੇ ਰੋਣੇ ਵੀ ਸਿੱਖ ਲੀਡਰ ਲਗਾਤਾਰ ਉਸੇ ਤਰ੍ਹਾਂ ਦੇ ਹੀ ਰੋਈ ਜਾ ਰਹੇ ਹਨ ਜਿਹੜੇ 1947 ਵਿੱਚ ਆਰੰਭ ਹੋ ਗਏ ਸਨ। ਤਿੰਨ ਸੰਤਾਂ, ਸੰਤ ਫਤਿਹ ਸਿੰਘ, ਸੰਤ ਹਰਚੰਦ ਸਿੰਘ ਅਤੇ ਫਿਰ ਸੰਤ ਜਰਨੈਲ ਸਿੰਘ ਨੇ ਵੀ ਪੰਥ ਦੀ ਕਿਸਮਤ ਦੀ ਵਾਗਡੋਰ ਸਾਂਭੀ, ਪਰ ਪੰਥ ਦਾ ਪੈਰ ਅੱਗੇ ਪੈਣ ਦੀ ਥਾਂ ਸਗੋਂ ਕੋਹਾਂ ਦੇ ਹਿਸਾਬ ਨਾਲ ਪਿੱਛੇ ਹੀ ਪੈਂਦਾ ਰਿਹਾ। ਗੁਰੂ ਨਾਨਕ ਨਿਰੰਕਾਰੀ ਵਰਗੇ ਪੂਰਨ ਗੁਰਪਰਮੇਸ਼ਰ ਦੇ ਸਿਰਜੇ ਹੋਏ ਖਾਲਸਾ ਪੰਥ ਦੀ ਢਹਿੰਦੀ ਕਲਾ ਦਾ ਅਸਲ ਕਾਰਨ ਕੀ ਹੈ? ਪੰਥ ਦਾ ਦਰਦ ਕਲੇਜੇ ਵਿੱਚ ਛੇਕ ਪਾਈ ਜਾਂਦਾ ਸੀ। ਆਖਰ ਕਲਗੀਧਰ ਜੀ ਦੇ ਨਾਮ ਨਾਲ ਜੁੜੇ ਹੋਏ ਇਸ ਬਚਨ ਵੱਲ ਖਿਆਲ ਗਿਆ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਗੁਰਬਾਣੀ ਵਿਚਾਰ ਦੀ ਲਗਨ। ਪੰਥ ਤੇ ਬਣੀ ਭੀੜ ਤੋਂ ਚਿੰਤਾ ਤੁਰ ਮਨ ਨਾਲ ਜਦ 10ਵੇਂ ਜਾਮੇ ਵਿੱਚ ਆਏ ਗੁਰੂ ਨਾਨਕ ਦੇਵ ਜੀ ਦਾ ਇਹ ਫਰਮਾਨ ਵਿਚਾਰਿਆ ਤਾਂ ਸਮਝ ਪਈ ਕਿ ਤੇਜ ਪ੍ਰਤਾਪ ਤਾਂ ਖਾਲਸੇ ਦੇ ਨਿਆਰੇ ਰਹਿਣ ਨਾਲ ਜੁੜਿਆ ਹੋਇਆ ਸੀ। ਪੰਥ ਦੇ ਹਤੈਸ਼ੀ ਕਈ ਵਿਦਵਾਨਾਂ ਕੋਲੋਂ ਬੜੀ ਉਤਸੁਕਤਾ ਨਾਲ ਪੁੱਛਿਆ ਕਿ ਕੀ ਕਿਤੇ ਖਾਲਸਾ ਆਪਣਾ ਨਿਆਰਾਪੁਣਾ ਹੀ ਤਾਂ ਨਹੀਂ ਗਵਾ ਬੈਠਾ। ਅੱਗੋਂ ਉੱਤਰ ਇਹੋ ਮਿਲਿਆ ਕਿ ਪੰਥ ਆਪਣੀ ਨਿਆਰੀ ਹਸਤੀ ਨੂੰ ਕਾਇਮ ਰੱਖਣ ਵਾਸਤੇ ਹੀ ਤਾਂ ਜੂਝ ਰਿਹਾ ਹੈ। ਜਦ ਪੰਥ ਦੀ ਨਿਆਰੀ ਹਸਤੀ ਹੀ ਨਾ ਰਹੀ ਤਾਂ ਸਰਕਾਰ ਨਾਲ ਮੋਰਚੇ ਲਾਉਣ ਦੀ ਲੋੜ ਹੀ ਨਹੀਂ ਰਹਿਣੀ। ਪੰਥ ਦੇ ਕਈ ਵਿਦਵਾਨ ਸਿਆਸਤਦਾਨਾਂ ਦਾ ਸਿੱਖ ਧਰਮ ਵਿੱਚ ਹੋਏ ਵਾਧੇ ਦੇ ਇਸ ਪੱਖ ਵੱਲ ਧਿਆਨ ਦਿਵਾਉਂਦਿਆਂ ਬੜੇ ਭਰੋਸੇ ਭਰੇ ਜੋਸ਼ ਨਾਲ ਕਹਿਣਾ, ਅੱਜ ਤੋਂ 50-60 ਸਾਲ ਪਹਿਲਾਂ ਅਖੰਡ ਪਾਠ ਅਥਵਾ ਹੋਰ ਧਾਰਮਿਕ ਜੋੜ ਮੇਲੇ ਸਾਲ ਵਿੱਚ ਇੱਕ ਅੱਧ ਵਾਰ ਹੀ ਵੇਖਣੇ ਨਸੀਬ ਹੁੰਦੇ ਸਨ। 1947 ਤੋਂ ਪਿੱਛੋਂ ਅਖੰਡ ਪਾਠ ਅਥਵਾ ਸਹਿਜ ਪਾਠ ਕਰਾਉਣ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਸ੍ਰੀ ਅੰਮ੍ਰਿਤਸਰ ਅਤੇ ਹੋਰ ਇਤਿਹਾਸਕ ਗੁਰੂ ਘਰਾਂ ਦੀਆਂ ਕਮੇਟੀਆਂ ਕੋਲ ਅਖੰਡ ਪਾਠ ਕਰਾਉਣ ਵਾਲਿਆਂ ਦੀ ਲਿਸਟ ਲੰਬੀ ਤੋਂ ਲੰਬੀ ਹੁੰਦੀ ਗਈ ਅਤੇ ਪਾਠ ਕਰਾਉਣ ਦੀ ਵਾਰੀ ਆਉਣ ਵਿੱਚ ਕਈ ਸਾਲ ਲੱਗਣ ਲੱਗ ਪਏ। 101 ਅਖੰਡ ਪਾਠਾਂ ਦੀਆਂ ਲੜੀਆਂ, ਰੈਣ ਸਬਾਈ ਕੀਰਤਨ ਦਰਬਾਰ, ਸੁਖਮਨੀ ਪਾਠ ਸਭਾਵਾਂ ਅਤੇ ਹੋਰ ਧਾਰਮਿਕ ਸਮਾਗਮਾਂ ਵਿੱਚ ਵੀ ਬੜਾ ਵਾਧਾ ਹੋਇਆ ਹੈ। ਅੰਮ੍ਰਿਤ ਪ੍ਰਚਾਰ ਵੱਲ ਵੀ ਕਮੇਟੀਆਂ ਧਿਆਨ ਦੇ ਰਹੀਆਂ ਹਨ। ਸੰਤਾਂ ਦੇ ਡੇਰੇ ਗੁਰਮਤਿ ਦਾ ਪ੍ਰਚਾਰ ਕਰਨ ਅਤੇ ਆਪਣੀ ਵਿਧੀ ਨਾਲ ਸਿਮਰਨ ਅਥਵਾ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਾਉਣ ਵਿੱਚ ਤਰੱਕੀ ਕਰੀ ਜਾ ਰਹੇ ਹਨ। ਪ੍ਰਚਾਰਕਾਂ, ਰਾਗੀਆਂ, ਪਾਠੀਆਂ, ਦਾਨੀਆਂ ਅਥਵਾ ਗੁਰੂ ਘਰਾਂ ਦੀ ਨਵੀਂ ਉਸਾਰੀ ਦੀ ਗਿਣਤੀ ਅਤੇ ਫਿਰ ਇਹ ਸਭ ਕੁਝ ਦੇ ਨਾਲ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਆਮਦਨ ਹਰ ਸਾਲ ਵਾਧੇ ਤੇ ਹੈ। ਗੱਲ ਕੀ ਧਰਮ ਕਰਮ ਵਿੱਚ ਹਰ ਪੱਖੋਂ ਵਾਧਾ ਹੀ ਹੁੰਦਾ ਆਇਆ ਹੈ। ਕੀ ਇਹ ਸਭ ਕੁਝ ਸਾਬਤ ਨਹੀਂ ਕਰਦਾ ਕਿ ਪੰਥ ਨੇ ਆਪਣਾ ਨਿਆਰਾ ਧਰਮ ਸਾਂਭਿਆ ਹੋਇਆ ਹੈ? ਕੀ ਇਹ ਸਭ ਕੁਝ ਤੋਂ ਇਹ ਯਕੀਨ ਨਹੀਂ ਬੱਝਦਾ ਕਿ ਸਮੁੱਚਾ ਪੰਥ ਪੂਰਨ ਰੂਪ ਵਿੱਚ ਗੁਰੂ ਨਾਲ ਜੁੜਿਆ ਹੋਇਆ ਹੈ? ਫਿਰ ਕਿਤੇ ਅਸੀਂ ਬੇਪਰਨ ਕੀ ਰੀਤ ਦੇ ਧਾਰਨੀ ਤਾਂ ਨਹੀਂ ਹੋ ਗਏ? ਇਸ ਸਵਾਲ ਦੇ ਜਵਾਬ ਵਿੱਚ ਉਲਟੇ ਦਾਸ ਤੇ ਹੀ ਕਈ ਪ੍ਰਸ਼ਨ ਹੋਣ ਲੱਗ ਪੈਂਦੇ ਸਨ। ਕੀ ਅਸੀਂ ਬੋਧੀਆਂ ਰੱਖ ਲਈਆਂ ਹਨ?
ਕਿ ਜਾਂ ਸਿੱਖਾਂ ਨੇ ਜਨੇਊ ਪਾ ਲਏ ਹਨ? ਕੀ ਸਿੱਖ ਮੂਰਤੀਆਂ ਪੂਜਣ ਲੱਗ ਪਿਆ ਹੈ ਕਿ ਜਾਂ ਗੁਰਬਾਣੀ ਦੇ ਥਾਂ ਗੀਤਾ ਗਾਇਤਰੀ ਦਾ ਪਾਠ ਕਰਨ ਲੱਗ ਪਿਆ ਹੈ? ਪੰਥ ਵਿਪਰਨ ਕੀ ਰੀਤ ਦਾ ਧਾਰਨੀ ਕਿਵੇਂ ਬਣ ਗਿਆ? ਫਿਰ ਕਲਗੀਧਰ ਦੇ ਬਚਨਾਂ ਬਾਰੇ ਸ਼ੰਕਾ ਹੋ ਜਾਣ ਕਾਰਨ ਦਾਸ ਨੇ ਹੌਕਾ ਭਰ ਕੇ ਜੇ ਇਹ ਕਹਿਣਾ ਤਾਂ ਫਿਰ ਇਹ ਉੱਪਰ ਲਿਖੇ ਬਚਨ ਸਤਿਗੁਰਾਂ ਦੇ ਨਹੀਂ ਹੋਣੇ। ਤਦ ਬੜੇ ਵਿਸ਼ਵਾਸ ਵਾਲੀ ਦ੍ਰਿੜਤਾ ਨਾਲ ਇਹ ਤਸੱਲੀ ਵੀ ਨਾਲ ਹੀ ਕਰਾਈ ਜਾਂਦੀ ਸੀ ਕਿ ਇਹ ਬਚਨ ਕਲਗੀਧਰ ਜੀ ਦੇ ਆਪਣੇ ਹੀ ਮੁਖਾਰਬਿੰਦ ਹਨ। ਹਿਰਦੇ ਵਿੱਚੋਂ ਇਹ ਆਵਾਜ਼ ਆਉਣੋਂ ਨਹੀਂ ਸੀ ਹਟਦੀ ਕਿ ਜੇ ਬਚਨ ਸਤਿਗੁਰਾਂ ਦੇ ਹਨ ਤਾਂ ਫਿਰ ਇਸ ਵਿੱਚ ਕੋਈ ਸੰਦੇਹ ਨਹੀਂ ਹੋਣਾ ਚਾਹੀਦਾ ਕਿ ਪੰਥ ਵਿੱਚ ਜ਼ਰੂਰ ਗੰਭੀਰ ਭੁੱਲਾਂ ਆ ਚੁੱਕੀਆਂ ਹਨ ਅਤੇ ਪੰਥ ਅਜੇ ਜੇ ਉਸੇ ਤਰ੍ਹਾਂ ਨਿਆਰਾ ਹੀ ਹੈ ਤਾਂ ਇਹ ਬਚਨ ਮੇਰੇ ਸਤਿਗੁਰ ਦੇ ਕਦੇ ਨਹੀਂ ਹੋ ਸਕਦੇ। ਅਭੁੱਲ ਸਤਿਗੁਰਾਂ ਦੇ ਬਚਨ ਦਾ ਹਰ ਇੱਕ ਅੱਖਰ ਅਟਲ ਸਚਾਈ ਵਾਲਾ ਹੋਣਾ ਚਾਹੀਦਾ ਹੈ। ਜੇ ਖਾਲਸਾ ਹਰ ਪੱਖੋਂ ਠੀਕ ਠਾਕ ਹੈ ਤਾਂ ਫਿਰ ਇਸ ਦਾ ਤੇਜ ਪ੍ਰਤਾਪ ਕਿਵੇਂ ਅਲੋਪ ਹੋਇਆ? ਰਾਜ ਭਾਗ ਪੰਥ ਦੇ ਨੇੜੇ ਕਿਉਂ ਨਹੀਂ ਟੋਕਰਿਆ? ਆਖਰ ਉਸ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਵੱਲ ਧਿਆਨ ਗਿਆ, ਜਿਸ ਦੀ ਪ੍ਰਦਖਣਾ ਕਰਕੇ ਤੇਜ ਪ੍ਰਤਾਪਾਂ ਦੇ ਦਾਤੇ ਸੂਰਜਾਂ ਦੇ ਮਹਾਨ ਸੂਰਜ ਮਹਾਬਲੀ ਦਸਮ ਗੁਰੂ ਨਾਨਕ ਨੇ ਅਥਾਹ ਬਰਕਤਾਂ ਵਾਲਾ ਆਪਣਾ ਉਹ ਪਾਵਨ ਸੀਸ ਝੁਕਾ ਦਿੱਤਾ ਸੀ ਜਿਹੜਾ ਸਿਵਾਏ ਪ੍ਰਮਾਤਮਾ ਦੇ ਕਿਸੇ ਅੱਗੇ ਝੁਕਣਾ ਜਾਣਦਾ ਹੀ ਨਹੀਂ ਸੀ। ਜਿਸ ਗੁਰੂ ਗ੍ਰੰਥ ਸਾਹਿਬ ਨੂੰ ਦੁੱਖ ਭੰਜਨ ਸੂਰਮੇ ਗੁਰੂ ਨੇ ਆਪਣੇ ਥਾਂ ਜਗਤ ਗੁਰਿਆਈ ਦਾ ਸਦੀਵੀ ਮਾਲਕ ਥਾਪਿਆ ਸੀ, ਉਸ ਵੱਲ ਧਿਆਨ ਗਿਆ। ਉਸੇ ਨਿਆਰੇ ਅਤੇ ਅਨੂਪਮ ਗੁਰੂ ਕੋਲੋਂ ਪਤਾ ਕਰਨਾ ਚਾਹੀਦਾ ਹੈ ਕਿ ਪੰਥ ਦਾ ਤੇਜ ਪ੍ਰਤਾਪ ਦੂਰ ਤੋਂ ਦੂਰ ਕਿਉਂ ਹੁੰਦਾ ਜਾ ਰਿਹਾ ਹੈ। ਪਹਿਲਾਂ ਆਪਣੀਆਂ ਭੁੱਲਾਂ ਬਖਸ਼ਾ ਕੇ ਗੁਰਬਾਣੀ ਦੀ ਤਾਬਿਆ ਬੈਠਣ ਜੋਗਾ ਬਣ ਲਵਾਂ। ਆਪਣੀ ਸਿੰਘਣੀ ਨੂੰ ਨਾਲ ਲੈ ਵੈਨਕੂਵਰ ਕੈਨੇਡਾ ਦੇ ਗੁਰੂ ਘਰ ਜਾ ਕੇ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਸੱਚੇ ਦਿਲ ਦੇ ਪਛਤਾਵੇ ਨਾਲ ਪੰਜ ਪਿਆਰਿਆਂ ਦੀ ਕਚਹਿਰੀ ਵਿੱਚ ਆਪਣੀਆਂ ਭੁੱਲਾਂ ਮੰਨੀਆਂ। ਉਹਨਾਂ ਨੇ ਜੋਗ ਦੰਡ ਸੁਣਾ ਕੇ ਦਾਸ ਨੂੰ ਹੁਣ ਦੂਜੀ ਵਾਰ ਅਤੇ ਮੇਰੀ ਸਿੰਘਣੀ ਪ੍ਰਕਾਸ਼ ਕੌਰ ਨੂੰ ਪਹਿਲੀ ਵਾਰੀ ਗੁਰੂ ਦਾ ਅੰਮ੍ਰਿਤ ਪਾਨ ਕਰਾਇਆ। ਫਿਰ ਭਾਈ ਵੀਰ ਸਿੰਘ ਜੀ ਦਾ ਲਿਖਿਆ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਪੂਰਾ ਨਹੀਂ ਸੀ ਮਿਲਿਆ ਅਤੇ ਗੁਰਮੁਖ ਪਿਆਰੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਲਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀਆਂ ਪੋਥੀਆਂ ਤੋਂ ਗੁਰਬਾਣੀ ਦਾ ਪਾਠ ਕਰਨਾ ਆਰੰਭ ਕਰ ਦਿੱਤਾ। ਪਤਾ ਨਹੀਂ ਕਿਸ ਜਨਮ ਦੇ ਪੁੰਨ ਕਰਮਾਂ ਦਾ ਔਂਕਰ ਫੁੱਟਿਆ ਜੋ ਗੁਰਬਾਣੀ ਸਿਧਾਂਤ ਸਮਝਾਉਣ ਲਈ ਸਤਿਗੁਰਾਂ ਨੇ ਇਸ ਕੀਟ ਨੂੰ ਆਪਣੀ ਚਰਨੀ ਲਾ ਲਿਆ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਪੰਨਾ 167। ਬੁੱਢੀ ਅਵਸਥਾ ਵਿੱਚ ਪੁੱਜੇ ਇਸ ਨੀਚ ਭੁੱਲੜ ਦੇ ਸਿਰ ਤੇ ਸਤਿਗੁਰਾਂ ਨੇ ਮਿਹਰਾਂ ਭਰਿਆ ਹੱਥ ਰੱਖਣਾ ਮਨਜ਼ੂਰ ਕਰ ਲਿਆ। ਹਮ ਨੀਚ ਮੱਧਮ ਕਰਮ ਕੀਏ, ਨਹੀਂ ਚੇਤਿਓ ਹਰ ਰਾਇਓ, ਹਰ ਆਣ ਮੇਲਿਓ ਸਤਿਗੁਰੂ, ਖਿਨ ਬੰਦ ਮੁਕਤ ਕਰਾਇਓ। ਪੰਨਾ 985। ਪੰਜਾਬੀ ਵਿਦਿਆ ਵਿੱਚ ਦਾਸ ਦੀ ਸਕੂਲੀ ਪੜ੍ਹਾਈ ਐਵੇਂ ਨਾਮ ਮਾਤਰ ਹੀ ਸੀ। ਨੌਕਰੀ ਵਿੱਚ ਵੀ ਬਹੁਤਾ ਵਾਹ ਅੰਗਰੇਜ਼ੀ ਉਰਦੂ ਨਾਲ ਹੀ ਰਿਹਾ ਸੀ। ਇਸ ਘਾਟ ਕਾਰਨ ਗੁਰਬਾਣੀ ਪੜ੍ਹਨ ਅਤੇ ਸਮਝਣ ਵਿੱਚ ਕਾਫੀ ਔਕੜ ਆਈ। ਲਗਾਤਾਰ 2 ਸਾਲ ਦੀ ਕਰੜੀ ਮਿਹਨਤ ਅਤੇ ਲਗਨ ਨਾਲ ਪੜ੍ਹਦੇ ਰਹਿਣ ਪਿੱਛੋਂ ਸਤਿਗੁਰਾਂ ਦੀ ਮਿਹਰ ਹੋਈ ਅਤੇ ਵਿਕਾਰਾਂ ਵੱਲ ਭੱਜਣ ਗਿੱਝਾ ਇਹ ਖੁੱਟ ਹਰ ਮਨ ਗੁਰਬਾਣੀ ਵਿਚਾਰ ਵਿੱਚ ਲੀਨ ਰਹਿਣ ਲਈ ਮੰਨ ਗਿਆ। ਗੁਰਮਤਿ ਸਿਧਾਂਤ ਦੀ ਸਮਝ ਆਉਣ ਲੱਗ ਪਈ, ਜਿਸ ਤੋਂ ਗੁਰਬਾਣੀ ਪੜ੍ਹਨ ਵਿੱਚ ਨਿਰਾਲਾ ਰਸ ਆਉਣ ਲੱਗ ਪਿਆ। ਗੁਰੂ ਸ਼ਬਦ ਅਰਥ ਵਿਚਾਰ ਤੋਂ ਗੁਰਦੇਵ ਜੀ ਦੇ ਨਿਆਰੇ ਸਿਧਾਂਤ ਅਤੇ ਵਿਪਰਨ ਕੀ ਰੀਤ ਦਾ ਭੇਤ ਵੇਰਵੇ ਨਾਲ ਸਮਝਣ ਵਿੱਚ ਪੂਰੀ ਸਫਲਤਾ ਨਾ ਮਿਲੀ। ਫਿਰ ਅੰਦਰੋਂ ਹੀ ਆਵਾਜ਼ ਆਈ ਕਿ ਬ੍ਰਾਹਮਣੀ ਗ੍ਰੰਥ ਵੀ ਪੜ੍ਹਨੇ ਚਾਹੀਦੇ ਹਨ। ਭਾਈ ਬੰਤਾ ਸਿੰਘ ਵਿਕਟੋਰੀਆ ਨਿਵਾਸੀ ਦੇ ਹਿਰਦੇ ਵਿੱਚ ਪੰਥ ਨਾਲ ਡੂੰਘਾ ਪਿਆਰ ਹੈ। ਉਸ ਨਾਲ ਦਾਸ ਦੀ ਸਾਂਝ ਬਣ ਗਈ। ਉਸ ਨੇ ਦਾਸ ਦੀ ਲਗਨ ਵੇਖ ਕੇ ਅਤੇ ਵਿਚਾਰ ਸੁਣ ਕੇ ਉਹ ਪੁਰਾਣਕ ਗ੍ਰੰਥ ਜਿਨ੍ਹਾਂ ਦੇ ਪੰਜਾਬੀ ਉਲੱਥੇ ਹੋ ਚੁੱਕੇ ਸਨ ਖਰੀਦ ਕੇ ਦਾਸ ਕੋਲ ਪਹੁੰਚਾਉਣੇ ਆਰੰਭ ਕਰ ਦਿੱਤੇ। ਕੁਝ ਗ੍ਰੰਥ ਪੰਜਾਬ ਵਿੱਚੋਂ ਵੀ ਮੰਗਵਾ ਲਏ। ਹੋਰ ਵੀ ਬਹੁਪੱਖੀ ਜਾਣਕਾਰੀ ਵਾਸਤੇ ਭਾਈ ਵੀਰ ਸਿੰਘ, ਭਾਈ ਸਾਹਿਬ ਸਿੰਘ ਜੀ ਦੀਆਂ ਲਿਖੀਆਂ ਜਿੰਨੀਆਂ ਹੋਰ ਪੁਸਤਕਾਂ ਵੀ ਮਿਲੀਆਂ ਉਹ ਵੀ ਲੈ ਲਈਆਂ। ਭਾਈ ਕਾਨ ਸਿੰਘ ਜੀ ਨਾਭਾ, ਰਤਨ ਸਿੰਘ ਭੰਗੂ, ਪ੍ਰਿੰਸੀਪਲ ਸਤਬੀਰ ਸਿੰਘ ਜੀ, ਡਾਕਟਰ ਰਤਨ ਸਿੰਘ ਜੱਗੀ, ਸਰਦਾਰ ਜਸਵੰਤ ਸਿੰਘ ਨੇਕੀ,
ਭਾਈ ਸਾਹਿਬ ਰਣਧੀਰ ਸਿੰਘ ਜੀ, ਸੰਤ ਸਿੰਘ ਮਸਕੀਨ, ਪ੍ਰੋਫੈਸਰ ਜੋਗਿੰਦਰ ਸਿੰਘ ਦਿੱਲੀ, ਭਾਸ਼ਾ ਵਿਭਾਗ ਪੰਜਾਬ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਗਿਆਨੀ ਨਰੈਣ ਸਿੰਘ, ਸੰਤ ਕਿਰਪਾਲ ਸਿੰਘ, ਸੰਤ ਗੁਰਬਚਨ ਸਿੰਘ ਭਿੰਡਰਾਂਵਾਲੇ, ਸੰਤ ਤੇਜਾ ਸਿੰਘ ਹਾਵਰਡ ਅਮਰੀਕਾ, ਗਿਆਨੀ ਈਸ਼ਰ ਸਿੰਘ ਨੀਨਾਰਾ ਅਤੇ ਸੰਸਕ੍ਰਿਤ ਦੇ ਮਹਾਨ ਵਿਦਵਾਨ ਸੁਆਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ, ਓਸ਼ੋ ਰਜਨੀਸ਼, ਹਰਨਾਮ ਦਾਸ ਸਹਿਰਾਈ, ਦੌਲਤ ਰਾਏ ਆਦਿ ਵਿਦਵਾਨਾਂ ਦੀਆਂ ਪੁਸਤਕਾਂ ਜਿੰਨੀਆਂ ਮਿਲ ਸਕੀਆਂ ਭਾਈ ਬੰਤਾ ਸਿੰਘ ਦੀ ਠੋਸ ਸਹਾਇਤਾ ਨਾਲ ਸਭ ਖਰੀਦ ਲਈਆਂ। ਉਸ ਵੇਲੇ ਤਾਈਂ ਪ੍ਰਾਪਤ ਹੋ ਚੁੱਕੇ ਗੁਰਬਾਣੀ ਗਿਆਨ ਦੀ ਲੋਅ ਵਿੱਚ ਪੁਸਤਕਾਂ ਦਾ ਅਧਿਐਨ ਕਰਨ ਵਿੱਚ ਜੁਟ ਗਿਆ। ਫਿਰ ਹਿੰਦੂ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਜਿਨ੍ਹਾਂ ਰੀਤਾਂ ਦੀ ਖੰਡਨਾ ਗੁਰਬਾਣੀ ਵਿੱਚ ਕੀਤੀ ਹੋਈ ਸੀ, ਉਹਨਾਂ ਰੀਤਾਂ ਨੂੰ ਚੰਗੀ ਤਰ੍ਹਾਂ ਸਮਝਿਆ। ਕਈ ਲਿਖਾਰੀਆਂ ਨੇ ਆਪਣੀ ਧਾਰਨਾ ਦੀ ਪੁਸ਼ਟੀ ਲਈ ਗੁਰਬਾਣੀ ਦੇ ਸ਼ਬਦ ਵਰਤ ਕੇ ਲੋਕਾਂ ਦੇ ਮਨਾਂ ਵਿੱਚ ਇਹ ਸ਼ੰਕਾ ਬਣਾ ਦਿੱਤਾ ਹੋਇਆ ਸੀ ਕਿ ਗੁਰਬਾਣੀ ਦਾ ਇੱਕ ਪੱਕਾ ਸਿਧਾਂਤ ਨਹੀਂ ਹੈ। ਦ੍ਰਿਸ਼ਟਾਂਤ ਵਜੋਂ ਇੱਕ ਲਿਖਾਰੀ ਗੁਰਬਾਣੀ ਦੇ ਸ਼ਬਦ ਵਰਤ ਕੇ ਸਾਬਤ ਕਰਦਾ ਹੈ ਕਿ ਮਾਸ ਖਾਣਾ ਗੁਰਮਤਿ ਦੇ ਵਿਰੁੱਧ ਹੈ। ਦੂਜਾ ਲਿਖਾਰੀ ਵੀ ਗੁਰਬਾਣੀ ਦੇ ਹੀ ਸ਼ਬਦ ਵਰਤ ਕੇ ਸਾਬਤ ਕਰਦਾ ਹੈ ਕਿ ਮਾਸ ਖਾਣ ਤੋਂ ਰੋਕਣਾ ਗੁਰਮਤਿ ਨਹੀਂ ਹੈ। ਇੱਕ ਲਿਖਾਰੀ ਦਾ ਭੂਤ ਪ੍ਰੇਤ, ਜਮ, ਧਰਮਰਾਜ, ਦੇਵਤੇ, ਅਵਤਾਰ, ਚਿੱਤਰਗੁਪਤ ਆਦਿਕ ਦੀ ਅਸਰਦਾਰ ਹੋਂਦ ਨੂੰ ਸਾਬਤ ਕਰਨ ਲਈ ਗੁਰਬਾਣੀ ਸ਼ਬਦਾਂ ਦੀ ਵਰਤੋਂ ਨਾਲ ਅਣਡਿੱਠੀ ਦੁਨੀਆ ਨਾਮਕ ਪੁਸਤਕ ਲਿਖ ਰਿਹਾ ਹੈ। ਪਰ ਕਈ ਪ੍ਰਚਾਰਕ ਅਤੇ ਹੋਰ ਵਿਦਵਾਨ ਗੁਰਬਾਣੀ ਦੇ ਹੀ ਸ਼ਬਦਾਂ ਦੇ ਆਧਾਰ ਤੇ ਹੀ ਇਹ ਸਾਬਤ ਕਰ ਰਹੇ ਹਨ ਕਿ ਅਜਿਹੀ ਅਣਡਿੱਠੀ ਦੁਨੀਆ ਨਾਲ ਗੁਰਮਤਿ ਦਾ ਕੋਈ ਸਬੰਧ ਨਹੀਂ ਹੈ। ਕੁਝ ਸੁਹਿਰਦ ਵਿਦਵਾਨ ਦਸਮ ਗ੍ਰੰਥ ਦੀਆਂ ਬਹੁਤ ਬਾਣੀਆਂ ਨੂੰ ਗੁਰਮਤਿ ਦੇ ਵਿਰੁੱਧ ਅਤੇ ਪੰਥ ਲਈ ਹਾਨੀਕਾਰਕ ਦੱਸ ਰਹੇ ਹਨ ਅਤੇ ਕਈ ਲਿਖਾਰੀ ਅਥਵਾ ਸੰਤ ਉਸ ਨੂੰ ਗੁਰਬਾਣੀ ਦਾ ਹੀ ਦਰਜਾ ਦੇ ਰਹੇ ਹਨ। ਆਦਿ ਕਿੱਡੀ ਬਦਕਿਸਮਤੀ ਹੈ ਕਿ ਗੁਰੂ ਦਾ ਸਿੱਖ ਆਪ ਹੀ ਆਪਣੇ ਗੁਰੂ ਨੂੰ ਬੇਅਸੂਲਾ ਅਥਵਾ ਇੱਕ ਪੱਕੇ ਗਿਆਨ ਦਾ ਦਾਤਾ ਹੋਣ ਤੋਂ ਅਸਮਰੱਥ ਸਿੱਧ ਕਰ ਰਿਹਾ ਹੈ। ਇਹ ਨਿਰਮੂਲ ਸੋਚ ਪਿੱਛਾ ਨਾ ਛੱਡੇ ਕਿ ਗੁਰਬਾਣੀ ਵਿੱਚੋਂ ਮਨਮਤੀ ਧਾਰਨਾ ਸਿੱਧ ਕੀਤੀ ਜਾਣ ਵਿੱਚ ਸਫਲਤਾ ਮਿਲ ਸਕਣ ਦਾ ਰਾਹ ਤਾਂ ਪਹਿਲਾਂ ਹੀ ਖੁੱਲ੍ਹ ਚੁੱਕਾ ਹੈ। ਜੇ ਕਦੇ ਕੋਈ ਦਲੀਲ ਦੇਣ ਦੀ ਹਿੰਮਤ ਕੀਤੀ ਤਾਂ ਵਿਰੋਧੀਆਂ ਨੇ ਕੋਈ ਨਾ ਕੋਈ ਗੁਰਬਾਣੀ ਸ਼ਬਦ ਲੱਭ ਕੇ ਦਾਸ ਦੀ ਦਲੀਲ ਨੂੰ ਰੱਦ ਕਰ ਦੇਣਾ ਹੈ। ਸੱਚੇ ਗੁਰੂ ਦੀ ਸਦੀਵੀ ਸੱਚ ਵਾਲੀ ਬਾਣੀ ਦੇ ਅਟਲ ਸਿਧਾਂਤ ਦੇ ਆਧਾਰ ਤੇ ਕੋਈ ਦਲੀਲ ਪੰਥ ਦੀ ਸੇਵਾ ਵਿੱਚ ਪੇਸ਼ ਕਰ ਸਕਣ ਵਾਲਾ ਉਪਜਿਆ ਖਿਆਲ ਫੋਕਾ ਲੱਗਣ ਲੱਗ ਪਿਆ। ਕਿਸੇ ਵਿਦਵਾਨ ਦੀ ਕਿਰਪਾ ਨਾਲ ਹੇਰਮੈਨਿਊਟਿਕਸ ਦੇ ਵਿਦਵਾਨਾਂ ਦੀ ਰਾਏ ਪੜ੍ਹਨ ਨੂੰ ਮਿਲ ਗਈ। ਉਹਨਾਂ ਦਾ ਫਤਵਾ ਹੈ ਕਿ ਕਿਸੇ ਖਾਸ ਸ਼ਬਦ ਜਾਂ ਤੁਕ ਦੇ ਸਥਾਈ ਅਰਥ ਕਰਕੇ ਕਿਸੇ ਗ੍ਰੰਥ ਦੇ ਸਿਧਾਂਤ ਬਾਰੇ ਸਿੱਟਾ ਕੱਢਣਾ ਗਲਤ ਹੈ ਅਥਵਾ ਹੂੜ ਮਤ ਹੈ। ਹਰ ਤੁਕ ਦਾ ਭਾਵ ਪੂਰੀ ਪੁਸਤਕ ਅਥਵਾ ਪੂਰੇ ਗ੍ਰੰਥ ਦੇ ਸਮੁੱਚੇ ਆਸ਼ੇ ਦੇ ਅਨੁਕੂਲ ਹੋਣਾ ਚਾਹੀਦਾ ਹੈ। ਇਹ ਪੜ੍ਹ ਕੇ ਹਿਰਦੇ ਵਿੱਚੋਂ ਹੌਕਾ ਨਿਕਲਿਆ ਕਿ ਸਾਡੇ ਤੇ ਲਿਖਾਰੀਆਂ ਨੇ ਲੱਕ ਹੀ ਇਸ ਭੁੱਲ ਨੂੰ ਕਰੀ ਜਾਣ ਤੇ ਬੰਨ ਲਿਆ ਹੋਇਆ ਹੈ। ਦਿਲ ਨੂੰ ਇਹ ਪੱਕਾ ਵਿਸ਼ਵਾਸ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਆਪਣੇ ਆਪ ਵਿੱਚ ਵਿਰੋਧੀ ਧਾਰਨਾ ਵਾਲਾ ਕਦੇ ਨਹੀਂ ਹੋ ਸਕਦਾ। ਵਿਦਵਾਨਾਂ ਦੀ ਉੱਪਰ ਲਿਖੀ ਰਾਏ ਤੋਂ ਇਹ ਉਤਸ਼ਾਹ ਮਿਲਿਆ ਕਿ ਹਰ ਇੱਕ ਵਿਸ਼ੇ ਦੇ ਅਵਲ ਤਾਂ ਸਾਰੇ ਦੇ ਸਾਰੇ ਹੀ ਸ਼ਬਦ ਅੱਡ ਕੱਢ ਲੈਣੇ ਚਾਹੀਦੇ ਹਨ, ਨਹੀਂ ਤਾਂ ਘੱਟੋ ਘੱਟ ਇੰਨੇ ਕੁ ਸ਼ਬਦ ਜ਼ਰੂਰ ਹੋ ਜਾਣ ਕਿ ਕੋਈ ਮਨਮੁਖ ਉਸ ਵਿਸ਼ੇ ਵਾਲੇ ਸਿਧਾਂਤ ਦੀ ਅਟਲਤਾ ਤੇ ਹਮਲਾ ਕਰਨ ਲਈ ਗੁਰਬਾਣੀ ਦੇ ਹੋਰ ਸ਼ਬਦ ਲੱਭ ਸਕਣ ਦੀ ਬਹੁਤੀ ਕਾਹਲ ਨਾ ਕਰ ਸਕੇ। ਕਾਰਜ ਬੜਾ ਵੱਡਾ ਅਤੇ ਕਠਿਨ ਸੀ। ਉਮਰ ਅਤੇ ਸਿਹਤ ਦਿਲ ਨੂੰ ਘਬਰਾ ਪਾ ਰਹੀ ਸੀ। ਦਸਾਂ ਗੁਰਾਂ ਦੀ ਜੋਤ ਦੀਆਂ ਅਪਾਰ ਬਰਕਤਾਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਕੇ ਇਸ ਕਾਰਜ ਦਾ ਬੀੜਾ ਚੁੱਕ ਲਿਆ। ਔਕੜ ਪੈ ਜਾਣ ਤੇ ਸਤਿਗੁਰ ਜੀ ਨੇ ਸਹਾਈ ਹੋ ਕੇ ਹੌਸਲਾ ਵਧਾਈ ਰੱਖਿਆ। ਆਖਰ 5 ਸਾਲ ਦੀ ਕਰੜੀ ਮਿਹਨਤ ਅਤੇ ਲਗਨ ਤੋਂ ਪ੍ਰਸੰਨ ਹੋ ਕੇ ਗੁਰੂ ਨਾਨਕ ਨਿਰੰਕਾਰੀ ਜੀ ਨੇ ਵਿਪਰਨ ਕੀ ਰੀਤ ਅਤੇ ਉਸ ਨੂੰ ਖੰਡਨ ਕਰਨ ਵਾਲੇ ਗੁਰੂ ਸ਼ਬਦਾਂ ਦੇ ਗਿਆਨ ਦੀ ਬਖਸ਼ਿਸ਼ ਕਰ ਦਿੱਤੀ। ਡੂੰਘੀਆਂ ਰਮਜ਼ਾਂ ਦਾ ਗਿਆਨ। ਬਚਪਨ ਤੋਂ ਹੀ ਸਾਰੇ ਧਰਮ ਅਸਥਾਨਾਂ ਵਿੱਚ ਪੁੱਜ ਕੇ ਉਹਨਾਂ ਦੇ ਵਿਦਵਾਨਾਂ ਦੇ ਭਾਸ਼ਣ ਸੁਣਨ ਦੀ ਲਗਨ ਸੀ। ਨੌਕਰੀ ਸਮੇਂ ਵੀ ਰਾਧਾ ਸੁਆਮੀਆਂ, ਨਾਮਧਾਰੀਆਂ, ਸੰਤਾਂ ਮਹਾਤਮਾ ਦੇ ਡੇਰਿਆਂ ਦੇ ਅੰਦਰ ਅਤੇ ਬਾਹਰ ਦੀ ਸਾਰੀ ਮਰਜ਼ਾਦਾ ਨੂੰ ਬੜੀ ਚੰਗੀ ਤਰ੍ਹਾਂ ਵੇਖ ਚੁੱਕਾ ਸਾਂ।
ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨਾਲ ਦਾਸ ਦੀ ਨਿੱਜੀ ਮਿੱਤਰਤਾਈ ਸੀ। ਸੰਤ ਜੀ ਸਾਡੇ ਪਿੰਡ ਦਾਸ ਦੇ ਘਰ ਵਿੱਚ ਚਰਨ ਪਾਉਣ ਵਿੱਚ ਖੁਸ਼ੀ ਅਨੁਭਵ ਕਰਦੇ। ਬਾਬਾ ਗੁਰਬਚਨ ਸਿੰਘ ਭਿੰਡਰਾਂ ਵਾਲੇ ਦੇ ਲਿਖੇ ਗੁਰਮਤਿ ਰਹਿਤ ਮਰਜ਼ਾਦਾ ਅਤੇ ਗੁਰਬਾਣੀ ਪਾਠ ਦਰਸ਼ਨ ਗ੍ਰੰਥ ਵੀ ਮੰਗਵਾ ਕੇ ਪੜ੍ਹੇ। ਨਾਮ ਦਾ ਸਿਮਰਨ ਕਰਾਉਣ ਵਾਲੇ ਅਤੇ ਬੱਚਿਆਂ ਦੇ ਕੈਂਪ ਲਾਉਣ ਵਾਲੇ ਮਹਾਂਪੁਰਖਾਂ ਦੀ ਸੰਗਤ ਵੀ ਕੀਤੀ। ਨਾਮ ਸਿਮਰਨ ਦੀਆਂ ਵੱਖ-ਵੱਖ ਵਿਧੀਆਂ ਭਾਵ ਕੱਪੜੇ ਦਾ ਝੁੰਬ ਮਾਰ ਕੇ, ਸਿਰ ਹਿਲਾ ਕੇ ਨਾਮ ਦਾ ਜਾਪ ਕਰਨਾ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਸਮੇਂ ਵਾਹ ਕਹਿਣ ਸਮੇਂ ਸਾਹ ਅੰਦਰ ਨੂੰ ਖਿੱਚਣਾ ਅਤੇ ਗੁਰੂ ਉਚਾਰਨ ਸਮੇਂ ਸਾਹ ਬਾਹਰ ਨੂੰ ਕੱਢਣ ਦੀ ਵਿਧੀ। ਤੜਕੇ ਇਸ਼ਨਾਨ ਕਰਕੇ ਇਕਾਂਤ ਵਿੱਚ ਬੈਠ ਕੇ ਕੋਲ ਧੂਪ ਧੁਖਾ ਕੇ ਨੇਤਰ ਬੰਦ ਕਰਕੇ ਸਮਾਧੀ ਲਾਉਣੀ ਅਤੇ ਗੁਰਮੰਤਰ ਦਾ ਜਾਪ ਕਰਨ ਵਾਲੀ ਵਿਧੀ ਸਿੱਖੀ। ਨਾਮਧਾਰੀਆਂ ਦੇ ਪਿੰਡ ਭੈਣੀ ਸਾਹਿਬ 1951 ਤੋਂ ਵਾਹਿਗੁਰੂ ਗੁਰਮੰਤਰ ਦਾ ਅਖੰਡ ਜਾਪ ਹੁੰਦਾ ਵੇਖਿਆ ਅਤੇ ਸੁਣਿਆ। ਪ੍ਰਭੂ ਮਿਲਾਪ ਦਾ ਅਥਵਾ ਮਨ ਦੇ ਟਿਕਾਓ ਦਾ ਪੱਕਾ ਭਰੋਸਾ ਦਿਵਾ ਕੇ ਨਾਮ ਸਿਮਰਨ ਦੀਆਂ ਹੋਰ ਅਨੇਕ ਵਿਧੀਆਂ ਵਾਲੇ ਜਾਪ ਹੁੰਦੇ ਵੇਖੇ ਅਤੇ ਆਪ ਵੀ ਅਭਿਆਸ ਕੀਤਾ। ਵਿਧੀਆਂ ਵਾਲੇ ਜਾਪ ਕਰਨ ਦੇ ਕਿਸੇ ਹੀਲੇ ਨਾਲ ਦਾਸ ਦਾ ਮਨ ਸਥਿਰ ਨਾ ਹੋ ਸਕਿਆ। ਅਜਿਹੇ ਢੰਗਾਂ ਨਾਲ ਜਾਪ ਕਰਨ ਵਾਲੇ ਕਿਸੇ ਵੱਡੇ ਤੋਂ ਵੱਡੇ ਨਾਮ ਅਭਿਆਸੀ ਦੇ ਅੰਦਰ ਪੂਰਨ ਠੰਡ ਵਰਤੀ ਹੋਈ ਕਿਤਿਓਂ ਨਜ਼ਰ ਨਾ ਆਈ। ਗੁਰਬਾਣੀ ਵਿੱਚ ਅਜਿਹੇ ਪਾਵਨ ਸ਼ਬਦ ਕਈ ਹਨ ਜਿਨ੍ਹਾਂ ਵਿੱਚ ਪ੍ਰਭੂ ਦਾ ਮਿਲਾਪ ਹੋ ਸਕਣ ਦਾ ਵਿਸ਼ਵਾਸ ਤਾਂ ਬੜੇ ਸਪਸ਼ਟ ਸ਼ਬਦਾਂ ਵਿੱਚ ਹੈ, ਪਰ ਪਰਮਾਤਮਾ ਦੇ ਨਾਮ ਦਾ ਜਾਪ ਜਾਂ ਸਿਮਰਨ ਕਰਨ ਦੇ ਕਿਸੇ ਵਿਧੀ ਵਿਧਾਨ ਆਦਿ ਦਾ ਇੱਕ ਅੱਖਰ ਵੀ ਨਹੀਂ। ਬੜਾ ਹੈਰਾਨ ਸਾਂ ਕਿ ਇਸ ਵਿੱਚ ਕੀ ਭੇਦ ਹੈ। ਗੁਰਮਤਿ ਗਿਆਨ ਦੀ ਸੂਝ ਲੈਣ ਦੇ ਯਤਨਾਂ ਦੀ ਲੜੀ ਵਿੱਚ ਦਾਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਆਰੰਭ ਹੋ ਕੇ ਉੱਪਰ ਲਿਖੇ ਸੰਤਾਂ, ਮਹਾਤਮਾ ਅਥਵਾ ਪ੍ਰਚਾਰਕ ਸੁਧਾਰਕਾਂ ਕੋਲੋਂ ਪੁੱਛਣਾ ਆਰੰਭ ਕੀਤਾ, ਪਰ ਅੱਜ ਤਾਈਂ ਕਿਸੇ ਇੱਕ ਨੇ ਵੀ ਦਾਸ ਨੂੰ ਇਹ ਭੇਦ ਨਹੀਂ ਸਮਝ ਆਇਆ। ਉਹਨਾਂ ਪਾਵਨ ਗੁਰਬਾਣੀ ਸ਼ਬਦਾਂ ਵਿੱਚੋਂ ਕੁਝ ਇਸ ਪ੍ਰਕਾਰ ਹਨ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੈ, ਤਜ ਕਾਮ ਕਾਮਨੀ ਮੋਹ ਤਜੈ, ਤਾਂ ਅੰਜਨ ਮਾਹੇ ਨਰੰਜਨ ਪਾਵੈ। ਪੰਨਾ 141। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਪੰਨਾ 286। ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਵੋ ਰਹਾਓ। ਪੰਨਾ 1160। ਕਾਏ ਪਟੋਲਾ ਪਾੜਤੀ, ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆਂ ਸ਼ਹਿ ਮਿਲੈ, ਜੇ ਨੀਅਤ ਰਾਸ ਕਰੇ। ਪੰਨਾ 1383। ਖੁਦੀ ਮਿੱਟੀ ਤਬ ਸੁਖ ਭਏ, ਮਨ ਤਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ। ਪੰਨਾ 260। ਆਜ ਮਿਲਾਵਾ ਸ਼ੇਖ ਫਰੀਦ, ਟਾਂਕਮ ਕੁੰਜੜੀਆਂ ਮਨੋ ਮਚਿੰਦੜੀਆਂ ਰਹਾਓ। ਪੰਨਾ 488। ਮਾਨ ਨਾ ਕੀਜੈ ਸ਼ਰਨ ਪਰੀਜੈ, ਕਰੇ ਸੋ ਭਲਾ ਮਨਾਈਐ, ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉ ਦਰਸ਼ਨ ਹਰਿ ਜੀਓ ਪਾਈਐ। ਪੰਨਾ 612। ਭੈ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ, ਨਾਨਕ ਕਹੈ ਸਿਆਣੀਐ, ਇਮ ਕੰਤ ਮਿਲਾਵਾ ਹੋਏ। ਪੰਨਾ 139। ਸਭਨਾ ਮਾਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਪਿਰੀਆਂ ਦੀ ਸਿੱਕ, ਹਿਆਉ ਨ ਠਾਹੇ ਕਹੀਂਦਾ। ਪੰਨਾ 1384। ਸਾਚ ਕਹੂੰ ਸੁਨ ਲਿਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਵਈਏ ਪਾਤਸ਼ਾਹੀ 10ਵੀਂ। ਸਤਿਗੁਰਾਂ ਦੀ ਡੂੰਘੀ ਰਮਜ਼ ਨੂੰ ਸਮਝਣ ਲਈ ਹੋਰ ਵੱਧ ਇਕਾਗਰਤਾ ਨਾਲ ਗੁਰਬਾਣੀ ਸਿਧਾਂਤ ਦੀ ਵਿਚਾਰ ਕਰਨ ਦੀ ਲੋੜ ਸੀ। ਪ੍ਰਭੂ ਨੂੰ ਯਾਦ ਕਰਨ ਲਈ ਖਾਸ ਢੰਗ ਲਿਖਣ ਵਾਲਿਆਂ ਜਾਂ ਦਿਖਾਵੇ ਵਾਲੀ ਸਰੀਰਕ ਕਿਰਿਆ ਦੇ ਵਿਧੀ ਵਿਧਾਨ ਸਮਝਾਉਣ ਵਾਲਿਆਂ ਮਹਾਂਪੁਰਖਾਂ ਵਿੱਚੋਂ ਕੋਈ ਵੀ ਇਸ ਗੱਲ ਦਾ ਭੇਦ ਚੰਗੇ ਢੰਗ ਨਾਲ ਸਮਝਾਉਣ ਨੂੰ ਤਿਆਰ ਨਹੀਂ ਸੀ ਕਿ ਕੀ ਕਾਰਨ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਥਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅੰਤ ਬਚਨ ਅਜਿਹੇ ਢੰਗਾਂ ਨਾਲ ਜਾਪ ਕਰਨ ਦੀ ਖੰਡਨਾ ਕਰਦੇ ਹਨ, ਜਿਵੇਂ ਸੀਸ ਪਟਕਤ ਜਾ ਕੇ ਕਾਨ ਮੇ ਖਜੂਰਾ ਤਸੇ, ਭਾਵ ਸਿਰ ਮਾਰ ਮਾਰ ਕੇ ਅਥਵਾ ਵਾਹ ਅੰਦਰ ਤੇ ਗੁਰੂ ਬਾਹਰ ਕੱਢਣ ਵਾਲੇ ਨਾਮ ਰਸੀਏ। ਮੂੰਡ ਛਟਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੌ,
ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ, ਇੱਕ ਭਾਵਨਾ ਵਿਹੀਨ ਕੈਸੇ ਭੇਟੈ ਪਰਲੋਕ ਸੋ। ਅਕਾਲ ਉਸਤਤ ਜਾਪ ਕੇ ਕੀਏ ਤੇ ਜੋ ਪਾਇਤ ਅਜਾਪ ਦੇਵ, ਪੂਦਨਾ ਸਦੀਵ ਤੂੰ ਹੀ ਉਚਰਤ ਹੈ। ਅਕਾਲ ਉਸਤਤ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਫਰਮਾਨ ਇਉਂ ਹਨ। ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੈ ਹਿਰਦੈ ਭਾਉ ਹੈ ਦੂਜਾ। ਪੰਨਾ 324। ਜਪ ਤਪ ਕਰ ਕਰ ਸੰਜਮ ਥਾਕੀ, ਹਠ ਨਿਹ ਗ੍ਰਹਿ ਨਹੀਂ ਪਾਈਐ, ਨਾਨਕ ਸਹਿਜ ਮਿਲੇ ਜਗ ਜੀਵਨ, ਸਤਿਗੁਰ ਬੂਝ ਬੁਝਾਈਐ। ਪੰਨਾ 436। ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਇ। ਪੰਨਾ 491। ਮੁਖੋਂ ਹਰ ਹਰ ਸਭ ਕੋ ਕਰੈ, ਵਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੈ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ। ਪੰਨਾ 565। ਹਰ ਹੜ ਵੀ ਤੂੰ ਕਰੈ, ਬੋਲੇ ਭਲੀ ਬਾਣ, ਸਾਹਿਬ ਸਦਾ ਹਦੂਰ ਹੈ, ਕਿਆ ਉੱਚੀ ਕਰੈ ਪੁਕਾਰ। ਪੰਨਾ 1420। ਜਪ ਤਪ ਸੰਜਮ ਹੋਰ ਕੋਈ ਨਾਹੀ, ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ, ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ, ਸੱਚੇ ਸੱਚ ਸਮਾਏਂਦਾ। ਪੰਨਾ 1060। ਜਾਪ ਦਾ ਅਸਲ ਭੇਦ ਸਮਝਣ ਲਈ ਨਾਲ ਹੀ ਹੇਠ ਲਿਖੇ ਫਰਮਾਨਾਂ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਸੀ। ਜਪ ਤਪ ਕਾ ਬੰਦ ਬੇਡੁਲਾ, ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਉਛਲੈ, ਐਸਾ ਪੰਥ ਸੁਹੇਲਾ। ਪੰਨਾ 729। ਆਪ ਜਪੋ ਅਵਰਾ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ। ਪੰਨਾ 299। ਸਿਮਰ 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 ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਪੰਨਾ 290। ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਪੰਨਾ 284। ਅਤੇ ਫਿਰ ਇਸ ਅਵਸਥਾ ਬਾਰੇ ਵਿਚਾਰ ਵੀ ਨਾਲ ਹੀ ਧਿਆਨ ਵਿੱਚ ਰੱਖ ਕੇ ਗੁਰਦੇਵ ਜੀ ਦੇ ਨਾਮ ਸਿਮਰਨ ਦੇ ਅਸਲ ਨਿਸ਼ਾਨੇ ਨੂੰ ਸਮਝ ਕੇ ਉਸ ਤੱਕ ਪੁੱਜਣ ਲਈ ਉਚੇਚੀ ਘਾਲਣਾ ਦੀ ਲੋੜ ਸੀ। ਨਾਮਾ ਕਹੇ ਤਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਰੰਜਨ ਨਾਲ। ਪੰਨਾ 1375। ਜਿਨ ਪਿਰੀਆਂ ਸੁਨੇ ਸੇ ਸੱਜਣ ਮੈਂ ਨਾਲ, ਅੰਤਰ ਬਾਹਰ ਹੋਂ ਫਿਰਾਂ, ਪੀ ਹਿਰਦੇ ਰੱਖਾਂ ਸੰਭਾਲ। ਪੰਨਾ 1423। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ ਰਹਾ। ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਅਪੁਨਾ ਧਰਤਾ, ਦੀਸ ਆਵਤ ਹੈ ਬਹੁਤ ਪਿਹਾਲਾ, ਸਗਲ ਚਰਨ ਕੀ ਏ ਮਨ ਰਾਲਾ, ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਪੰਨਾ 384। ਗੁਰਬਾਣੀ ਦੇ ਅਜਿਹੇ ਪੱਖ ਵਿਚਾਰ ਕੇ ਗੁਰੂ ਪਰਮੇਸ਼ਰ ਜੀ ਦੀ ਅਸਲ ਰਮਜ਼ ਬਾਰੇ ਕੋਈ ਠੋਸ ਸੇਧ ਕਿਤੋਂ ਨਾ ਮਿਲ ਸਕੀ। ਆਖਰ ਸਤਿਗੁਰਾਂ ਆਪ ਹੀ ਮਿਹਰ ਕੀਤੀ ਅਤੇ ਆਪਣੀ ਇਸ ਅਨੂਪਮ ਰਮਜ਼ ਦਾ ਭੇਦ ਆਪਣੇ ਇਸ ਨਿਮਾਣੇ ਵਿਦਿਆਰਥੀ ਨੂੰ ਸਮਝਾ ਦੇਣ ਦੀ ਕਿਰਪਾਲਤਾ ਕੀਤੀ। ਹੋਰ ਵੀ ਕਈ ਮਿਹਰਾਂ ਹੋਈਆਂ ਜਿਨ੍ਹਾਂ ਤੋਂ ਮਨ ਦੀਆਂ ਕਈ ਕਮਜ਼ੋਰੀਆਂ ਦੂਰ ਹੋਈਆਂ। ਸਤਿਗੁਰਾਂ ਦੀ ਮਿਹਰ ਨਾਲ ਨਿਰਪੱਖ ਅਤੇ ਨਿਰਭੈ ਹੋ ਕੇ ਸੱਚ ਲਿਖੀ ਜਾਣ ਦਾ ਉਤਸ਼ਾਹ ਮਿਲਿਆ। ਹੋਰ ਜੋ ਬਖਸ਼ਿਸ਼ਾਂ ਹੋਈਆਂ, ਇਕਾਗਰਤਾ ਨਾਲ ਪੁਸਤਕ ਪੜ੍ਹਨ ਤੋਂ ਸਮਝ ਵਿੱਚ ਆ ਜਾਵੇਗਾ। ਮਰਜ਼ਾਦਾ ਦਾ ਮਨੁੱਖੀ ਆਚਰਣ ਉੱਤੇ ਡੂੰਘਾ ਅਸਰ। ਜਿਸ ਮਨੁੱਖ ਦੇ ਜੀਵਨ ਦੀ ਮਰਜ਼ਾਦਾ ਠੀਕ ਨਾ ਹੋਵੇ, ਉਹ ਮਨੁੱਖ ਉੱਚੇ ਆਚਰਣ ਵਾਲਾ ਕਦੇ ਨਹੀਂ ਬਣ ਸਕਦਾ। ਰੋਜ਼ ਦੀ ਜੀਵਨ ਮਰਜ਼ਾਦਾ ਮਨੁੱਖ ਦੇ ਸੁਭਾਅ ਤੇ ਡੂੰਘਾ ਅਸਰ ਪਾਉਂਦੀ ਹੈ। ਰੋਜ਼ ਵਿਚਰਨ ਵਾਲੀ ਮਰਜ਼ਾਦਾ ਨੂੰ ਖਾਸ ਅਤੇ ਪੱਕੇ ਢੰਗ ਨਾਲ ਮੋੜ ਦੇ ਕੇ ਮਨੁੱਖ ਦੇ ਆਚਰਣ ਅਤੇ ਸੋਚਣ ਢੰਗ ਨੂੰ ਮਰਜ਼ੀ ਅਨੁਸਾਰ ਬਦਲ ਲਿਆ ਜਾਂਦਾ ਹੈ। ਜਿਵੇਂ ਕਿ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਮਨੁੱਖ ਦੀ ਆਦਤ ਆਪਣੀ ਮਰਜ਼ੀ ਦੇ ਅਧੀਨ ਵਿਚਰਨ ਦੀ ਬਣੀ ਹੋਈ ਹੁੰਦੀ ਹੈ, ਅਤੇ ਕਈ ਅਜਿਹੇ ਜ਼ਿੱਦੀ ਅਤੇ ਹੰਕਾਰੀ ਸੁਭਾਅ ਵਾਲੇ ਮਨੁੱਖ ਵੀ ਹਨ ਜਿਹੜੇ ਕਿਸੇ ਦੂਜੇ ਦੇ ਕਹੇ ਇੱਕ ਪੈਰ ਪੁੱਟਣਾ ਵੀ ਆਪਣੀ ਹੇਠੀ ਮੰਨਦੇ ਹਨ। ਫੌਜ ਦੇ ਸਿਖਲਾਈ ਕੇਂਦਰਾਂ, ਟ੍ਰੇਨਿੰਗ ਸੈਂਟਰ ਵਿੱਚ ਇੱਕ ਮਰਜ਼ਾਦਾ ਅਨੁਸਾਰ ਵਿਚਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ, ਅਰਥਾਤ ਉਸ ਨੂੰ ਕਿਸੇ ਦੂਜੇ ਦੀ ਬਣਾਈ ਮਰਜ਼ਾਦਾ ਅਨੁਸਾਰ
ਪਗੜੀ ਤੋਂ ਲੈ ਕੇ ਪੈਰ ਦੀ ਜੁੱਤੀ ਤੱਕ ਸਾਰੀ ਪੁਸ਼ਾਕ ਅਥਵਾ ਵਰਦੀ ਪਹਿਨਣ ਦਾ ਵੱਲ ਸਿਖਾਇਆ ਜਾਂਦਾ ਹੈ। ਰੰਗਰੂਟ ਨੂੰ ਦੂਜੇ ਦੇ ਹੁਕਮ ਅਨੁਸਾਰ ਸੌਣਾ, ਜਾਗਣਾ, ਇਸ਼ਨਾਨ ਕਰਨਾ, ਖਾਣਾ ਪੀਣਾ, ਉੱਠਣਾ, ਬੈਠਣਾ, ਖਲੋਣਾ, ਸਿੱਧਾ ਤੁਰਨਾ, ਮੁੜਨਾ, ਦੌੜਨਾ, ਲੇਟਣਾ, ਸ਼ਸਤਰ ਫੜਨਾ ਅਥਵਾ ਸ਼ਸਤਰ ਨੂੰ ਵਰਤਣਾ ਆਦਿ ਸਭ ਕੁਝ ਇੱਕ ਬੱਝੀ ਹੋਈ ਮਰਿਆਦਾ ਅਨੁਸਾਰ ਕਰਨ ਦੀ ਆਦਤ ਪਾਈ ਜਾਣ ਤੇ ਹੀ ਫੌਜ ਦੀ ਸਿਖਲਾਈ ਦਾ ਸਾਰਾ ਜ਼ੋਰ ਹੁੰਦਾ ਤੇ ਫਿਰ ਅਜਿਹੀ ਮਰਜ਼ਾਦਾ ਨੂੰ ਭੰਗ ਕਰਨ ਵਾਲੇ ਫੌਜੀ ਨੂੰ ਕਰੜੀ ਸਜ਼ਾ ਦਿੱਤੀ ਜਾਂਦੀ ਹੈ। ਸਿੱਟਾ ਇਹ ਹੁੰਦਾ ਹੈ ਕਿ ਉਹ ਅਥਰਾ ਜਵਾਨ ਜਿਹੜਾ ਕਿਸੇ ਦੂਜੇ ਦੇ ਕਹੇ ਪਾਣੀ ਦਾ ਗਲਾਸ ਵੀ ਫੜਾਉਣ ਨੂੰ ਤਿਆਰ ਨਹੀਂ ਹੁੰਦਾ ਅਥਵਾ ਆਪਣੀ ਮੱਤ ਅਨੁਸਾਰ ਵਿਚਰਨ ਦੀ ਆਦਤ ਵਾਲਾ ਉਹੀ ਮਨੁੱਖ ਕਿਸੇ ਦੂਜੇ ਦੇ ਹੁਕਮ ਦੀ ਪਾਲਣਾ ਵਿੱਚ ਮਰ ਮਿਟਣ ਨੂੰ ਤਿਆਰ ਹੋ ਜਾਂਦਾ ਹੈ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਕੁਰਬਾਨ ਹੋ ਜਾਣ ਲਈ ਤਿਆਰ ਰਹਿੰਦਾ ਹੈ। ਫੌਜੀ ਕਾਨੂੰਨ ਦੀ ਕਿਤਾਬ ਦਾ ਪਾਠ ਬੇਸ਼ੱਕ ਭਾਵੇਂ ਰੋਜ਼ ਹੀ ਕਰਦਾ ਹੋਵੇ, ਪਰ ਜੇ ਫੌਜੀ ਮਰਜ਼ਾਦਾ ਵਿੱਚ ਵਿਚਰਨਾ ਛੱਡ ਦੇਵੇ ਤਾਂ ਉਸ ਨੂੰ ਫੌਜੀ ਨਹੀਂ ਮੰਨਿਆ ਜਾਂਦਾ। ਕਾਨੂੰਨ ਭਾਵੇਂ ਸਾਰਾ ਜਾਣਦਾ ਹੋਵੇ, ਪਰ ਫੌਜੀ ਅਨੁਸ਼ਾਸਨ, ਪੱਕੀ ਮਰਜ਼ਾਦਾ ਦੀ ਪਰਵਾਹ ਨਾ ਕਰਨ ਵਾਲੇ ਨੂੰ ਫੌਜ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਭਾਰਤੀ ਇਤਿਹਾਸ ਵਿੱਚ ਮਰਜ਼ਾਦਾ ਨੂੰ ਬਦਲ ਦੇਣ ਨਾਲ ਹੋ ਵਾਪਰੀ ਬੜੀ ਵੱਡੀ ਕਰਾਮਾਤ ਦਾ ਸੰਖੇਪ ਜ਼ਿਕਰ ਇਸ ਪ੍ਰਕਾਰ ਹੈ। ਮਹਾਤਮਾ ਬੁੱਧ 624 BC ਵਿੱਚ ਜਨਮੇ ਅਤੇ ਉਹਨਾਂ ਨੇ 544 BC ਵਿੱਚ ਆਪਣਾ ਬੁੱਧ ਪੰਥ ਤੋਰਿਆ। 330 BC ਵਿੱਚ ਭਾਰਤ ਦੇ ਸ਼ਕਤੀਸ਼ਾਲੀ ਮਹਾਰਾਜਾ ਅਸ਼ੋਕ ਨੇ ਬੁੱਧ ਧਰਮ ਨੂੰ ਸ਼ਾਹੀ ਤਖਤ ਤੇ ਲਿਆ ਬਿਠਾਇਆ। ਹਿੰਦ ਵਿੱਚੋਂ ਬ੍ਰਾਹਮਣ ਗੁਰੂ ਦਾ ਰਾਜ ਭਾਗ ਅਜਿਹਾ ਆਲੋਪ ਹੋਇਆ ਕਿ ਸੈਂਕੜੇ ਸਾਲ ਬ੍ਰਾਹਮਣ ਗੁਲਾਮਾਂ ਵਾਂਗ ਦੁਖੀ ਜੀਵਨ ਜੀਵਿਆ। ਆਖਰ ਬੜੇ ਤੀਖਣ ਬੁੱਧੀ ਬ੍ਰਾਹਮਣ ਸ਼ੰਕਰਾਚਾਰੀਆ ਨੇ ਮਰਜ਼ਾਦਾ ਦੇ ਅਸਰ ਦਾ ਭੇਦ ਆਪਣੀ ਬ੍ਰਾਹਮਣ ਬਰਾਦਰੀ ਨੂੰ ਸਮਝਾਇਆ। ਜਿਸ ਬ੍ਰਾਹਮਣੀ ਮਰਜ਼ਾਦਾ ਤੋਂ ਦੁਖੀ ਹੋ ਕੇ ਲੋਕੀ ਬੁੱਧ ਦੇ ਝੰਡੇ ਹੇਠਾਂ ਜਾ ਵੜੇ ਸਨ, ਉਸ ਬ੍ਰਾਹਮਣੀ ਕੱਟੜਵਾਦ ਵਾਲੀ ਮਰਜ਼ਾਦਾ ਨੂੰ ਨਰਮ ਕੀਤਾ। ਬੁੱਧ ਧਰਮ ਵਿੱਚ ਮਾਇਆ ਜਾਲ ਦੀ ਉਪਜ ਆਪਣੀ ਮਰਜ਼ਾਦਾ ਵਾੜ ਦੇਣ ਦਾ ਢੰਗ ਸਮਝਾਇਆ। ਬ੍ਰਾਹਮਣੀ ਭੇਸ ਬਦਲ ਕੇ ਛਾਲਾਂ ਮਾਰਦਾ ਬੁੱਧ ਧਰਮ ਵਿੱਚ ਜਾ ਵੜਿਆ ਅਤੇ ਵਿਪਰਨ ਕੀ ਰੀਤ ਭਾਵ ਬ੍ਰਾਹਮਣੀ ਮਰਜ਼ਾਦਾ ਬੋਧੀਆਂ ਦੇ ਧਰਮ ਵਿੱਚ ਅਜਿਹੇ ਢੰਗ ਨਾਲ ਰਲਾ ਦਿੱਤੀ ਕਿ ਲਗਭਗ 1400 ਸਾਲ ਦੇ ਰਾਜ ਭਾਗ ਸਮੇਤ ਬੁੱਧ ਧਰਮ ਦਾ ਭਾਰਤ ਵਿੱਚੋਂ ਖੁਰਾ ਖੋਜ ਮਿਟ ਗਿਆ। ਸਾਰੇ ਬੋਧੀ ਬ੍ਰਾਹਮਣ ਦੇ ਚਲਾਏ ਕਰਮ ਕਾਂਡ ਦੇ ਧਾਰਨੀ ਬਣਦੇ ਗਏ ਤੇ ਇਹ ਸਮਝ ਹੀ ਨਾ ਸਕੇ ਕਿ ਉਹ ਕਦੋਂ ਤੋਂ ਪੱਕੇ ਬ੍ਰਾਹਮਣਵਾਦੀ ਹਿੰਦੂ ਬਣ ਚੁੱਕੇ ਸਨ। ਗੁਰੂ ਨਾਨਕ ਨਿਰੰਕਾਰੀ ਨੇ ਅਜਿਹੇ ਮਨੁੱਖ ਦੀ ਸਿਰਜਣਾ ਦਾ ਸੰਕਲਪ ਕੀਤਾ ਸੀ ਜਿਹੜਾ ਕਰਨੀ ਅਤੇ ਕਥਨੀ ਦਾ ਸੂਰਾ, ਦਸਾਂ ਨੋਹਾਂ ਦੀ ਨੇਕ ਕਮਾਈ ਨੂੰ ਗਰੀਬਾਂ ਵਿੱਚ ਵੰਡ ਛਕਣ ਵਾਲਾ, ਗਰੀਬ ਨਤਾਣੇ ਨਿਆਸਰੇ ਅਤੇ ਲੋੜਵੰਦ ਦੀ ਸਹਾਇਤਾ ਕਰਨ ਸਮੇਂ ਜੇ ਲੋੜ ਆ ਬਣੇ ਤਾਂ ਪੁਰਜਾ ਹੋ ਕੇ ਕੱਟ ਮਰਨ ਵਿੱਚ ਆਪਣੇ ਧਨ ਭਾਗ ਸਮਝਣ ਵਾਲਾ ਹੋਵੇ। ਅਜਿਹਾ ਮਨੁੱਖ ਜਿਹੜਾ ਸਰਬੱਤ ਦੀ ਭਲਾਈ ਦੀ ਲੋਚਨਾ ਕਰਨ ਵਾਲੇ ਦਿਲ ਦਾ ਮਾਲਕ ਹੋਵੇ। ਗੁਰਦੇਵ ਜੀ ਦਾ ਮਨੁੱਖ ਮਾਇਆ ਵਿੱਚ ਵਿਚਰਦਾ ਹੋਇਆ ਵੀ ਇਸ ਦੇ ਮੋਹ ਤੋਂ ਅਭਿੱਜ ਰਹਿਣ ਵਾਲਾ, ਪਰਉਪਕਾਰੀ, ਪਰਸਪਰ ਪਿਆਰ, ਸਾਂਝੀਵਾਲਤਾ ਅਤੇ ਸਨੇਹ ਦੀ ਭਾਵਨਾ ਵਿੱਚ ਭਿੱਜਾ ਹੋਇਆ ਅਤੇ ਮਿੱਠ ਬੋਲੜਾ ਹੋਵੇ। ਜਿਹੜਾ ਨਿਰਭੈ, ਨਿਰਵੈਰ, ਖਿਮਾ ਦਾ ਪੁਤਲਾ, ਪਰ ਨਾਰੀ ਨੂੰ ਧੀ ਭੈਣ ਸਮਝਣ ਵਾਲਾ ਹੋਵੇ। ਗੁਰੂ ਨਾਨਕ ਦਾ ਬੰਦਾ ਆਪਣੀ ਨੇਕ ਕਮਾਈ ਦਾ 10ਵਾਂ ਹਿੱਸਾ ਨੇਕੀ ਦੇ ਕੰਮਾਂ ਤੇ ਖਰਚਣ ਵਾਲਾ, ਉੱਚੇ ਅਤੇ ਸੁੱਚੇ ਆਚਰਣ ਵਾਲਾ, ਭਰਮਾਂ ਤੋਂ ਅਣਜਾਣ ਆਪਣੇ ਗੁਰੂ ਦੀ ਆਗਿਆ ਵਿੱਚ ਸਦਾ ਵਿਚਰਦਾ ਹੋਇਆ ਸਿਰਫ ਇੱਕ ਅਕਾਲ ਦਾ ਪੁਜਾਰੀ ਹੋਵੇ। ਗੱਲ ਕੀ ਗੁਰੂ ਨਾਨਕ ਦੇਵ ਜੀ ਨੇ ਪੂਰਨ ਮਨੁੱਖ ਅਥਵਾ ਸੱਚਾ ਸੰਤ ਅਤੇ ਸੂਰਮਾ ਸਿਪਾਹੀ ਸਿਰਜਣ ਦਾ ਬੀੜਾ ਚੁੱਕਿਆ ਸੀ। ਇਸ ਕਾਰਜ ਦੀ ਸਿੱਧੀ ਲਈ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਦੇ ਅੰਦਰੋਂ ਝੂਠ, ਠੱਗੀ, ਸਵਾਰਥ ਸਿੱਧੀ, ਬੇਅਣਖੀ, ਨਿਰਦੈਤਾ, ਭਰਮ, ਪਖੰਡ, ਨਿਰਬਲਤਾ, ਦੇਵ ਪੂਜਾ ਆਦਿ ਦੇ ਹਜ਼ਾਰਾਂ ਸਾਲਾਂ ਦੇ ਬਣੇ ਸੰਸਕਾਰਾਂ ਨੂੰ ਕੱਢਣਾ ਸੀ। ਸੋ ਇਸ ਨਿਰਾਲੇ ਸੁਧਾਰਕ ਨਾਨਕ ਨਿਰੰਕਾਰੀ ਜੀ ਨੇ ਮਨੁੱਖ ਨੂੰ ਇੱਕ ਖਾਸ ਮਰਜ਼ਾਦਾ ਵਿੱਚ ਵਿਚਰਨਾ ਸਿਖਾਉਣ ਲਈ ਇੱਕ ਪੱਕਾ ਵਿਧਾਨ ਬਣਾਇਆ ਸੀ, ਜੋ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪ੍ਰਗਟ ਹੋਇਆ। ਸਦੀਵੀ ਸੱਚ ਦੀ ਸੇਧ ਦੇਣ ਵਾਲਾ ਉਹੀ ਵਿਧਾਨ ਮਨੁੱਖਤਾ ਦਾ ਗੁਰੂ ਥਾਪਿਆ ਗਿਆ। ਸਮਝ ਇਹੀ ਆਈ ਕਿ ਗੁਰੂ ਜੀ ਦੀ ਸਿੱਖਿਆ ਅਨੁਸਾਰ ਜੀਵਨ ਜੁਗਤ ਨੂੰ ਢਾਲਣ ਲਈ
ਹਰ ਸਮੇਂ ਯਤਨਸ਼ੀਲ ਰਹਿਣ ਦੇ ਨਾਲ ਬ੍ਰਾਹਮਣੀ ਗ੍ਰੰਥਾਂ ਵਿਚਲੀ ਕਰਮਕਾਂਡੀ ਮਰਯਾਦਾ ਦੇ ਧਾਰਨੀ ਹੋ ਜਾਣ ਤੋਂ ਬਚੇ ਰਹਿਣਾ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੀ ਮਰਯਾਦਾ ਦਾ ਪ੍ਰਮੁੱਖ ਸਿਧਾਂਤ ਹੈ। ਕਿਉਂਕਿ ਗੁਰਦੇਵ ਜੀ ਦੇ ਇਸ ਹੁਕਮ ਵਿੱਚ ਕਿ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ, ਕਿਤੇ ਕੋਈ ਸੰਕੇਤ ਨਹੀਂ ਹੈ ਕਿ ਬਾਣੀਆਂ ਦੇ ਪਾਠ ਦਾ ਨਿਤਨੇਮੀ ਅਤੇ ਅੰਮ੍ਰਿਤਧਾਰੀ ਸਿੰਘ ਵਿਪਰਨ ਕੀ ਰੀਤ ਦਾ ਧਾਰਨੀ ਹੋ ਸਕਦਾ ਹੈ। ਅਰਥਾਤ ਵੇਖਣ ਨੂੰ ਚੜ੍ਹਦੀ ਕਲਾ ਵਾਲਾ ਨਿਤਨੇਮੀ ਅਖੰਡ ਪਾਠੀ ਵੀ ਜੇ ਵਿਪਰਨ ਕੀ ਰੀਤ ਦਾ ਧਾਰਨੀ ਹੈ ਤਾਂ ਉਸ ਵਾਸਤੇ ਵੀ ਸਤਿਗੁਰਾਂ ਕੋਲ ਕੋਈ ਥਾਂ ਨਹੀਂ ਹੈ। ਫੌਜ ਦੀ ਮਰਜ਼ਾਦਾ ਨੂੰ ਭੰਗ ਕਰਨ ਵਾਲਾ ਤਾਂ ਸਿਰਫ ਫੌਜ ਦੀ ਨੌਕਰੀ ਵਿੱਚੋਂ ਕੱਢਿਆ ਜਾਂਦਾ ਹੈ, ਪਰ ਵਿਪਰਨ ਕੀ ਰੀਤ ਦਾ ਧਾਰਨੀ ਹੋ ਜਾਣ ਵਾਲਾ ਮਨੁੱਖ ਗੁਰੂ ਦੀਆਂ ਨਜ਼ਰਾਂ ਵਿੱਚ ਬੇਪ੍ਰਤੀਤਾ ਹੋ ਕੇ ਨਾ ਦੀਨ ਦਾ ਰਹਿੰਦਾ ਹੈ ਨਾ ਹੀ ਦੁਨੀਆ ਦਾ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ। ਸੁਖਮਨੀ ਸਾਹਿਬ। ਇਹ ਸਮਝਣ ਵਿੱਚ ਕੋਈ ਕਸਰ ਨਾ ਰਹੀ ਕਿ ਵਿਪਰਨ ਕੀ ਰੀਤ ਤੋਂ ਦੂਰ ਰਹਿ ਕੇ ਗੁਰੂ ਦੇ ਹੁਕਮ ਅਨੁਸਾਰ ਵਿਚਰਨ ਵਾਲਾ ਮਨੁੱਖ ਆਪਣੇ ਆਪ ਹੀ ਸੋਚ ਆਚਾਰ ਦਾ ਮਾਲਕ ਬਣ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਵਿਪਰਨ ਕੀ ਰੀਤ ਦਾ ਧਾਰਨੀ ਮਨੁੱਖ ਹੋਰ ਕਿਸੇ ਵੀ ਜਪ ਤਪ ਅਥਵਾ ਸਿਮਰਨ ਨਾਲ ਨਾ ਭਗਤ ਬਣ ਸਕਦਾ ਹੈ ਅਤੇ ਨਾ ਹੀ ਪੂਰਨ ਤੌਰ ਤੇ ਸੋਚ ਆਚਾਰ ਵਾਲਾ ਪਰਉਪਕਾਰੀ ਅਤੇ ਪਰਸੁਆਰਥੀ ਹੀ ਬਣ ਸਕਦਾ ਹੈ। ਹੁਣ ਇਹ ਗੰਭੀਰ ਪ੍ਰਸ਼ਨ ਪਰੇਸ਼ਾਨ ਕਰ ਰਹੇ ਸਨ। ਨੰਬਰ 1, ਕੀ ਸਿੱਖ ਪੰਥ ਵਿਪਰਨ ਕੀ ਰੀਤ ਦਾ ਧਾਰਨੀ ਹੋ ਚੁੱਕਾ ਹੈ? ਨੰਬਰ 2, ਆਖਰ ਵਿਪਰਨ ਕੀ ਰੀਤ ਦਾ ਏਡਾ ਘਾਤਕ ਅਸਰ ਹੋ ਸਕਣ ਦਾ ਕਾਰਨ ਕੀ ਹੈ? ਹਿੰਦੂ ਵੀ ਤਾਂ ਹਜ਼ਾਰਾਂ ਸਾਲਾਂ ਦੇ ਇਸ ਰੀਤ ਦੇ ਧਾਰਨੀ ਬਣੇ ਹੋਏ ਹਨ, ਅੱਜ ਫਿਰ ਰਾਜ ਭਾਗ ਦੇ ਮਾਲਕ ਬਣ ਗਏ ਹਨ। ਨੰਬਰ 3, ਕੀ ਕਾਰਨ ਹੈ ਜੋ ਸਿੱਖਾਂ ਨੂੰ ਗੁਰਦੇਵ ਜੀ ਨੇ ਇਸ ਰੀਤ ਤੋਂ ਦੂਰ ਰਹਿਣ ਲਈ ਏਡੀ ਕਰੜਾਈ ਨਾਲ ਵਰਜਿਆ? ਖਾਲਸਾ ਪੰਥ ਵਿਪਰਨ ਕੀ ਰੀਤ ਦਾ ਧਾਰਨੀ। ਗੁਰਬਾਣੀ ਅਤੇ ਹਿੰਦੂ ਧਰਮ ਦੇ ਪੁਰਾਣਕ ਗ੍ਰੰਥਾਂ ਦੀ ਵਿਚਾਰ ਕਰਨ ਤੋਂ ਇਹ ਸਪਸ਼ਟ ਹੋ ਗਿਆ ਕਿ ਸਿੱਖ ਜਗਤ ਪੂਰਨ ਤੌਰ ਤੇ ਵਿਪਰਨ ਕੀ ਰੀਤ ਨਾਲ ਜੁੜ ਚੁੱਕਾ ਹੈ। ਕੋਈ ਵਿਰਲਾ ਹੀ ਭਾਗਾਂ ਵਾਲਾ ਪਰਿਵਾਰ ਹੋਵੇਗਾ ਜਿਹੜਾ ਇਸ ਘਾਤਕ ਰੀਤ ਤੋਂ ਬਚ ਸਕਿਆ ਹੋਵੇ। ਉਦਾਹਰਣ ਵਜੋਂ ਦਾਸ ਨੇ ਵੀ 1971 ਵਿੱਚ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਕੋਲੋਂ ਉਹਨਾਂ ਦੀ ਵਿਧੀ ਅਨੁਸਾਰ ਅਖੰਡ ਪਾਠ ਅਤੇ ਉਹਨਾਂ ਦੀ ਹੀ ਦੇਖ ਰੇਖ ਵਿੱਚ ਲੰਗਰ ਕਰਾਇਆ। ਸਾਡੇ ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਸਹਿਜ ਪਾਠ ਅਥਵਾ ਅਖੰਡ ਪਾਠ ਕਰਾਉਣ ਦੇ ਸ਼ਰਧਾਲੂ ਹਨ, ਪਰ ਜਦ ਪਤਾ ਲੱਗਾ ਕਿ ਵਿਧੀਆਂ ਨਾਲ ਕੀਤੇ ਪਾਠਾਂ ਤੋਂ ਕਿਸੇ ਉਚੇਚੇ ਫਲ ਮਿਲ ਸਕਣ ਦੀ ਆਸ ਰੱਖਣੀ ਇੱਕ ਭਰਮ ਹੈ ਅਤੇ ਇਹ ਭਰਮ ਬ੍ਰਾਹਮਣ ਦੇ ਤੰਤਰ ਸ਼ਾਸਤਰਾਂ ਦੀ ਦੇਣ ਹੈ, ਤਾਂ ਬੜੀ ਸਖਤ ਘਬਰਾਹਟ ਹੋਈ। ਇਹ ਤੌਖਲਾ ਵਧਿਆ ਕਿ ਕਿਤੇ ਸਤਿਗੁਰਾਂ ਨੇ ਵੀ ਆਪਣੇ ਸ਼ਬਦਾਂ ਦੁਆਰਾ ਅਜਿਹੇ ਮੰਤਰ ਪਾਠਾਂ ਦੀ ਖੰਡਨਾ ਹੀ ਨਾ ਕੀਤੀ ਹੋਵੇ। ਇਸ ਸ਼ੰਕੇ ਦੀ ਨਿਵਰਤੀ ਲਈ ਦਾਸ ਨੇ ਉਚੇਚੇ ਧਿਆਨ ਨਾਲ ਗੁਰਬਾਣੀ ਨੂੰ ਵਿਚਾਰਿਆ ਤਾਂ ਜੋ ਕੁਝ ਪ੍ਰਾਪਤ ਹੋਇਆ ਉਸ ਤੋਂ ਆਪਣੀ ਸਿੱਖੀ ਇੱਕ ਡਰਾਮਾ ਅਤੇ ਪਖੰਡ ਹੋ ਦਿਸੀ। ਤੰਤਰ ਸ਼ਾਸਤਰ ਵਾਲੀ ਵਿਧੀ ਨਾਲ ਮੰਤਰ ਪਾਠਾਂ ਦੀ ਖੰਡਨਾ ਵਾਲੇ ਜਿਹੜੇ ਸ਼ਬਦ ਗੁਰੂ ਨਾਨਕ ਜੀ ਨੇ ਆਪਣੇ ਅੱਡ-ਅੱਡ ਸਰੂਪਾਂ ਵਿੱਚ ਲਿਖੇ ਹਨ, ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਪਹਿਲੇ ਸਰੂਪ 39 ਸ਼ਬਦ, ਗੁਰੂ ਨਾਨਕ ਸਾਹਿਬ ਜੀ ਤੀਸਰਾ ਸਰੂਪ 33 ਸ਼ਬਦ, ਸ੍ਰੀ ਗੁਰੂ ਨਾਨਕ ਸਾਹਿਬ ਜੀ ਚੌਥਾ ਸਰੂਪ 12 ਸ਼ਬਦ, ਸ੍ਰੀ ਗੁਰੂ ਨਾਨਕ ਦੇਵ ਜੀ ਪੰਜਵਾਂ ਸਰੂਪ 14 ਸ਼ਬਦ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੌਵਾਂ ਸਰੂਪ 1 ਸ਼ਬਦ, ਭਗਤ ਕਬੀਰ ਸਾਹਿਬ ਜੀ 4 ਸ਼ਬਦ। ਖਿਆਲ ਆਇਆ ਕਿ ਅਖੰਡ ਪਾਠ ਸਾਹਿਬ ਦੀ ਖੰਡਨਾ ਹੋ ਜਾਣ ਤੇ ਤਾਂ ਪੰਥ ਨੇ ਜੈਤੋ ਵਿਖੇ ਅੰਗਰੇਜ਼ ਸਰਕਾਰ ਦੇ ਵਿਰੁੱਧ ਮੋਰਚਾ ਲਾ ਦਿੱਤਾ ਸੀ ਤੇ ਸੈਂਕੜਿਆਂ ਨੇ ਸ਼ਹੀਦੀਆਂ ਪਾ ਲਈਆਂ ਸਨ ਕਿ ਕਿਸੇ ਨੂੰ ਵੀ ਇਨ੍ਹਾਂ ਪਾਵਨ ਹੁਕਮਾਂ ਦਾ ਪਤਾ ਨਹੀਂ ਸੀ। ਇਸ ਸ਼ੰਕੇ ਦੀ ਨਿਵਰਤੀ ਦੇ ਯਤਨ ਵਿੱਚ ਨਵੰਬਰ 1988 ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਸੇਵਾ ਵਿੱਚ ਰਜਿਸਟਰੀ ਚਿੱਠੀ ਭੇਜੀ। ਕਰੀਬ 30 ਗੁਰ ਸ਼ਬਦ ਵੀ ਲਿਖ ਭੇਜੇ। ਆਸ ਸੀ ਕਿ ਠੀਕ ਸੇਧ ਮਿਲ ਸਕੇਗੀ, ਪਰ ਕੋਈ ਉੱਤਰ ਨਾ ਆਇਆ। ਦੂਜੇ ਨੰਬਰ ਤੇ ਭਿੰਡਰਾਂ ਵਾਲਿਆਂ ਦਾ ਸਤਿਕਾਰ ਕਰਦਾ ਸਾਂ। ਦਾਸ ਨੇ 7 ਦਸੰਬਰ 1992 ਨੂੰ ਭਿੰਡਰਾਂ ਪਿੰਡ ਵਾਲੇ ਡੇਰੇ ਦੇ ਮਾਲਕ ਸੰਤ ਮੋਹਨ ਸਿੰਘ ਜੀ ਅਤੇ ਮਹਿਤੇ ਸੰਤ ਠਾਕੁਰ ਸਿੰਘ ਜੀ ਨੂੰ
ਦੋਹੀਂ ਥਾਈਂ ਰਜਿਸਟਰੀ ਚਿੱਠੀਆਂ ਵਿੱਚ ਗੁਰਮਤਿ ਸਿਧਾਂਤ ਬਾਰੇ ਸੇਧ ਦੇਣ ਲਈ ਬੇਨਤੀ ਲਿਖ ਭੇਜੀ, ਪਰ ਇੱਧਰੋਂ ਵੀ ਕੋਈ ਨਾ ਬੋਲਿਆ। 5/10/1992 ਨੂੰ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਦੀ ਸੇਵਾ ਵਿੱਚ ਅਤੇ ਫਿਰ 3/11/1992 ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਾਹਿਬ ਨੂੰ ਤੇ ਅੰਤ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਨੂੰ ਬ੍ਰਾਹਮਣੀ ਰੀਤਾਂ ਦੇ ਨਾਲ ਮੰਤਰ ਪਾਠਾਂ ਬਾਰੇ ਭੁਲੇਖੇ ਕੱਢਣ ਲਈ ਵਿਸਥਾਰ ਨਾਲ ਬੇਨਤੀ ਮਿਤੀ 7 ਜੂਨ 1993 ਨੂੰ ਲਿਖ ਭੇਜੀ, ਪਰ ਜਵਾਬ ਕਿਸੇ ਧਿਰ ਵੱਲੋਂ ਵੀ ਨਾ ਆਇਆ। ਵਿਦਵਾਨ ਇਤਿਹਾਸਕਾਰਾਂ ਦੀਆਂ ਲਿਖਤਾਂ ਨੂੰ ਗੌਰ ਨਾਲ ਪੜ੍ਹਨ ਤੋਂ ਇਹੀ ਸਮਝ ਆਈ ਕਿ ਬ੍ਰਾਹਮਣ ਨੇ ਸਿੱਖ ਗੁਰਮੁਖਾਂ ਵਾਲਾ ਵੇਸ ਬਣਾ ਕੇ ਮੰਤਰ ਪਾਠ ਵਾਲੀ ਆਪਣੀ ਰੀਤ ਨੂੰ ਪੰਥ ਵਿੱਚ ਵਾੜ ਦਿੱਤਾ। ਫਿਰ ਪਾਠਾਂ ਨਾਲ ਮਿਲਦੇ ਫਲਾਂ ਦੇ ਭਰਮ ਨਾਲ ਸ਼ਰਧਾ ਅਜਿਹੀ ਬਣੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿਸੇ ਪ੍ਰਕਾਰ ਦੀ ਸੇਧ ਲੈਣ ਦੀ ਲੋੜ ਹੀ ਮੁੱਕਦੀ ਗਈ। ਹੌਲੀ ਹੌਲੀ ਵਿਪਰਨ ਕੀ ਰੀਤ ਦੇ ਮਿੱਠੇ ਜ਼ਹਿਰ ਨੇ ਆਪਣਾ ਅਸਰ ਕਰ ਲਿਆ। ਅੱਜ ਹਾਲਤ ਇਹ ਬਣ ਚੁੱਕੀ ਹੈ ਕਿ ਸੱਚ ਦੇ ਅਵਤਾਰ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਆਦ ਸੱਚ ਜੁਗਾਦ ਸੱਚ ਦਾ ਜਾਪ ਕਰਨ ਵਾਲਾ ਨਿਤਨੇਮੀ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਅਤੇ ਬਾਣੇ ਦਾ ਇਹ ਤਿਆਰ ਬਰ ਤਿਆਰ ਖਾਲਸਾ ਕਿਸੇ ਵਿਰਲੇ ਗੁਰੂ ਸਵਾਰੇ ਪਰਿਵਾਰ ਤੋਂ ਛੁੱਟ ਸੱਚ ਨੂੰ ਸੱਚ ਕਹਿਣ ਜੋਗਾ ਨਹੀਂ ਰਿਹਾ। ਲਿਖਤੀ ਸਬੂਤ ਮੌਜੂਦ ਹਨ ਕਿ ਸਮੁੱਚੇ ਖਾਲਸੇ ਦੇ ਆਚਰਣ ਦਾ ਪ੍ਰਤੀਕ ਖਾਲਸੇ ਦਾ ਸ਼੍ਰੋਮਣੀ ਜਥੇਦਾਰ ਸੱਚ ਨੂੰ ਸੱਚ ਮੰਨ ਲੈਣ ਦੀ ਸਮਰੱਥਾ ਗਵਾ ਚੁੱਕਾ ਹੈ। ਇਹੀ ਕਾਰਨ ਹੈ ਕਿ ਸਮੁੱਚਾ ਸਿੱਖ ਜਗਤ ਉਸ ਦਿਨ ਨੂੰ ਖਾਲਸੇ ਦਾ ਜਨਮ ਦਿਨ ਮੰਨੀ ਜਾ ਰਿਹਾ ਹੈ, ਜਿਸ ਦਿਨ ਬੜੀ ਅਨੋਖੀ ਅਤੇ ਭਿਆਨਕ ਹੱਦ ਤੱਕ ਕਰੜੀ ਪ੍ਰੀਖਿਆ ਵਿੱਚੋਂ ਸਫਲ ਹੋ ਕੇ ਸਿੰਘ ਲਕਬ ਦਾ ਮਾਲਕ ਬਣ ਕੇ ਨਿਰਮਲ ਪੰਥ ਤੋਂ ਖਾਲਸਾ ਪੰਥ ਦੇ ਨਾਮ ਨਾਲ ਸੰਸਾਰ ਵਿੱਚ ਪ੍ਰਗਟ ਹੋਇਆ ਸੀ। ਗੁਰੂ ਦਾ ਸਿੱਖ ਇਹ ਸਮਝ ਲੈਣਾ ਆਪਣੀ ਹੇਠੀ ਮੰਨਦਾ ਹੈ ਕਿ ਖਾਲਸੇ ਦਾ ਸਿਧਾਂਤ ਲੈ ਕੇ ਆਏ ਪਰਮ ਖਾਲਸੇ ਦਾ ਆਗਮਨ ਦਿਵਸ ਹੀ ਖਾਲਸੇ ਦਾ ਜਨਮ ਦਿਨ ਹੈ ਅਤੇ ਉਹ ਜਨਮ ਦਿਨ 1699 ਵਾਲੀ ਵਿਸਾਖੀ ਨਹੀਂ, ਖਾਲਸੇ ਦਾ ਜਨਮ ਦਿਨ 1469 ਦੀ ਵਿਸਾਖੀ ਹੈ। ਬ੍ਰਾਹਮਣੀ ਲਖਾਰੀਆਂ ਦੇ ਜਾਦੂ ਦੇ ਅਸਰ ਹੇਠ ਆਇਆ ਸਿੰਘ ਜਨਮ ਲੈਣ ਅਤੇ ਪ੍ਰਗਟ ਹੋਣ ਦੇ ਫਰਕ ਨੂੰ ਸਮਝਣ ਦੀ ਲੋੜ ਮੁਕਾ ਬੈਠਾ ਹੋਇਆ ਹੈ। ਪੰਥ ਨੂੰ ਗੁਰੂ ਨਾਨਕ ਜੀ ਨੇ ਆਪਣੇ ਪਹਿਲੇ ਸਰੂਪ ਸਮੇਂ ਹੀ ਪੈਦਾ ਕਰ ਲਿਆ ਸੀ, ਪਰ ਅਸਾਂ ਪਹਿਲੇ ਸਰੂਪ ਦੇ ਥਾਂ ਖਾਲਸਾ ਪੰਥ ਦਾ ਜਨਮ ਦਾਤਾ 10ਵਾਂ ਸਰੂਪ ਥਾਪ ਲਿਆ। ਗੁਰੂ ਸਾਹਿਬਾਨ ਦੇ ਆਗਮਨ ਦਿਨ ਮਨਾਉਣ ਨਾਲੋਂ ਆਪਣਾ ਜਨਮ ਦਿਨ ਮਨਾਉਣ ਵਾਲਾ ਹਉਮੈ ਰੋਗ ਸਹੇੜ ਲਿਆ। ਇਹ ਨਿਰਣਾ ਕਰ ਸਕਣ ਦੀ ਲੋੜ ਹੀ ਨਾ ਉਪਜੀ ਕਿ ਖਾਲਸੇ ਦਾ ਜਨਮ ਅਸਥਾਨ ਅਤੇ ਜਨਮ ਦਿਨ ਸ੍ਰੀ ਗੁਰੂ ਨਾਨਕ ਜੀ ਪਹਿਲਾ ਸਰੂਪ ਨਾਲ ਕਿਸ ਕਾਰਨ ਜੁੜਿਆ ਹੋਇਆ ਨਹੀਂ ਹੈ। ਪੰਥ ਦੇ ਸਰਬ ਉੱਚ ਜਥੇਦਾਰਾਂ ਦਾ ਅਤੇ ਡੇਰੇਦਾਰ ਸੰਤਾਂ ਦਾ ਇਹ ਹਾਲ ਹੈ ਕਿ ਕਿਸੇ ਸੁਹਿਰਦ ਗੁਰਮੁਖ ਦਾ ਸ਼ੰਕਾ ਦੂਰ ਕਰਨ ਦੀ ਲੋੜ ਮੁਕਾ ਚੁੱਕੇ ਹਨ, ਤਾਂ ਬਾਕੀ ਸਿੱਖ ਜਗਤ ਦਾ ਹਾਲ ਕੀ ਹੋਵੇਗਾ। ਸਪਸ਼ਟ ਹੈ ਕਿ ਅਜਿਹੀਆਂ ਕਮਜ਼ੋਰੀਆਂ ਬ੍ਰਾਹਮਣੀ ਰੀਤਾਂ ਦੇ ਧਾਰਨੀ ਹੋਈ ਜਾਣ ਦੇ ਕਾਰਨ ਹੀ ਆ ਰਹੀਆਂ ਹਨ। ਬਾਕੀ ਪ੍ਰਸ਼ਨਾਂ ਦਾ ਉੱਤਰ ਜੋ ਗੁਰਦੇਵ ਜੀ ਨੇ ਸਮਝਾਇਆ, ਉਸ ਦਾ ਵੇਰਵਾ ਪੁਸਤਕ ਵਿੱਚੋਂ ਮਿਲ ਜਾਵੇਗਾ। ਪੁਸਤਕ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਲਿਖਣ ਦੀ ਪ੍ਰੇਰਣਾ। ਸਤਿਗੁਰਾਂ ਨੇ ਜਿਸ ਤਰ੍ਹਾਂ ਵੀ ਕਿਸੇ ਕੋਲੋਂ ਸੇਵਾ ਲੈਣੀ ਹੋਵੇ ਉਸੇ ਤਰ੍ਹਾਂ ਦੇ ਸੰਜੋਗ ਬਣਾ ਦਿੰਦੇ ਹਨ। ਡਾਕਟਰ ਜਸਵਿੰਦਰ ਸਿੰਘ ਢਿੱਲੋਂ ਡਾਕਟਰੀ ਦੀ ਉੱਚੀ ਵਿਦਿਆ ਲੈਣ ਲਈ ਕੈਨੇਡਾ ਦੇ ਸਸਕਾਟੂਨ ਸ਼ਹਿਰ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ। ਉਸ ਨੌਜਵਾਨ ਨੇ ਦਾਸ ਦੀ ਉਚੇਚੀ ਲਗਨ ਗੁਰਬਾਣੀ ਪੜ੍ਹਨ ਵਿੱਚ ਦੇਖੀ ਤਾਂ ਹੈਰਾਨ ਹੋ ਕੇ ਪੁੱਛਿਆ ਕਿ ਇਸ ਸਾਰੀ ਸਿਰ ਖਪਾਈ ਦਾ ਕੋਈ ਲਾਭ ਵੀ ਹੋਇਆ ਹੈ। ਫਿਰ ਗੱਲ ਚੱਲ ਪੈਣ ਤੇ ਉਸ ਨੇ ਸਿੱਖ ਧਰਮ ਵਿਚਲੀਆਂ ਪ੍ਰਚਲਿਤ ਰਸਮਾਂ ਅਤੇ ਅੱਡ-ਅੱਡ ਵਿਧੀਆਂ ਦੁਆਰਾ ਕੀਤੇ ਪਾਠਾਂ ਦੇ ਅਥਵਾ ਦਾਨ ਪੁੰਨ ਦੇ ਵਟਾਂਦਰੇ ਕਰਾਮਾਤੀ ਫਲਾਂ ਦੇ ਮਿਲਣ ਵਾਲੇ ਫੋਕੇ ਭਰਮਾਂ ਨਾਲ ਜੁੜੇ ਕੁਝ ਅਜਿਹੇ ਅੱਖ ਦੱਸੇ ਜਿਨ੍ਹਾਂ ਕਾਰਨ ਉਸ ਨੂੰ ਧਰਮਾਂ ਕੋਲੋਂ ਨਫ਼ਰਤ ਹੋ ਗਈ ਸੀ ਅਤੇ ਉਹ ਨਾਸਤਕ ਰੁਚੀਆਂ ਵਾਲਾ ਹੋ ਗਿਆ ਸੀ। ਦਾਸ ਨੇ ਧਿਆਨ ਨਾਲ ਡਾਕਟਰ ਜੀ ਦੀਆਂ ਗੱਲਾਂ ਸੁਣੀਆਂ। ਫਿਰ ਉਸ ਸੁਹਿਰਦ ਬੱਚੇ ਨਾਲ ਤਕਰੀਬਨ 2 ਘੰਟੇ ਗੁਰਮਤਿ ਦੇ ਅਸਲ ਸਿਧਾਂਤ ਬਾਰੇ ਵਿਚਾਰ ਵਟਾਂਦਰਾ ਹੋਇਆ। ਦਾਸ ਨੇ ਦੱਸਿਆ ਕਿ ਜਿਹੜੀਆਂ ਗੱਲਾਂ ਨਾਲ ਉਸ ਦਾ ਮਨ ਦੁਖਿਆ ਹੈ ਉਹ ਸਾਰੀਆਂ ਹੀ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਰੱਦ ਕਰ ਦਿੱਤੀਆਂ ਸਨ। ਜੇ ਆਪਣੇ ਗੁਰੂ ਵੱਲੋਂ ਵਰਜੀਆਂ ਹੋਈਆਂ ਬ੍ਰਾਹਮਣੀ ਰੀਤਾਂ ਅਤੇ ਭਰਮ
ਸਿੱਖ ਸਾਂਭ ਬੈਠੇ ਹਨ ਤਾਂ ਇਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਤਿਆਗਣ ਵਾਲੀ ਗੱਲ ਬੜੀ ਬੇਦਲੀਲੀ ਹੈ। ਗੁਰੂ ਦੀ ਮਿਹਰ ਹੋਈ, ਡਾਕਟਰ ਜੀ ਦਾ ਮਨ ਗੁਰੂ ਨਾਨਕ ਨਿਰੰਕਾਰੀ ਜੀ ਦੀ ਗੁਰਸਿੱਖੀ ਨਾਲ ਅਜਿਹਾ ਜੁੜਿਆ ਕਿ ਫਿਰ ਜਦੋਂ ਵੀ ਦਾਸ ਨੂੰ ਮਿਲਿਆ ਇਹੀ ਸੁਝਾਅ ਦਿੱਤਾ ਕਿ ਗੁਰਬਾਣੀ ਦੀ ਅਜਿਹੀ ਮਹਾਨ ਅਸਲੀਅਤ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਕੋਈ ਪੁਸਤਕ ਲਿਖਣੀ ਚਾਹੀਦੀ ਹੈ ਅਤੇ ਨਾਲ ਹਰ ਪ੍ਰਕਾਰ ਦੀ ਸਹਾਇਤਾ ਕਰਨ ਦਾ ਭਰੋਸਾ ਵੀ ਦਿੰਦਾ ਸੀ। ਵਿਕਟੋਰੀਆ ਵਾਲੇ ਭਾਈ ਬੰਤਾ ਸਿੰਘ ਨੇ ਵੀ ਪੁਸਤਕ ਲਿਖਣ ਦੇ ਕਾਰਜ ਲਈ ਤਨ ਮਨ ਧਨ ਦੀ ਸੇਵਾ ਕਰਨ ਦਾ ਨਿਸ਼ਚਾ ਪ੍ਰਗਟ ਕੀਤਾ। ਆਪਣੀ ਸੂਝ-ਬੂਝ ਅਤੇ ਪੰਜਾਬੀ ਭਾਸ਼ਾ ਦੇ ਲਿਖਣ ਵਿੱਚ ਐਵੇਂ ਨਾਮ ਮਾਤਰ ਗਿਆਨ ਦੇ ਖਿਆਲ ਨਾਲ ਪੁਸਤਕ ਲਿਖ ਸਕਣ ਦਾ ਵਿਚਾਰ ਅਸੰਭਵ ਅਤੇ ਐਵੇਂ ਸੁਪਨਾ ਜਿਹਾ ਹੀ ਅਨੁਭਵ ਹੁੰਦਾ ਸੀ। ਦਾਸ ਦੀ ਸਿੰਘਣੀ ਨੇ ਵੀ ਭਰਪੂਰ ਪ੍ਰੇਰਨਾ ਦਿੱਤੀ। ਪੁਸਤਕ ਨੂੰ ਨਾਮ ਦੇਣ ਦੀਆਂ ਵਿਚਾਰਾਂ ਤੁਰ ਪਈਆਂ। ਆਖਰ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਪੁਸਤਕ ਦਾ ਨਾਮ ਮਿਥ ਲਿਆ ਗਿਆ। ਪੰਜਾਬੀ ਟਾਈਪਰਾਈਟਰ ਮਸ਼ੀਨ ਪੰਜਾਬੋਂ ਮੰਗਾ ਲਈ ਹੋਈ ਸੀ। ਗੁਰੂ ਮਹਾਰਾਜ ਦਾ ਹੁਕਮ ਲੈ ਕੇ ਖਰੜਾ ਤਿਆਰ ਕਰਨਾ ਆਰੰਭ ਕਰ ਦਿੱਤਾ। ਸ਼ਾਇਦ ਸਤਿਗੁਰਾਂ ਸਿਦਕ ਦੀ ਅਜੇ ਹੋਰ ਪਰਖ ਕਰਨੀ ਸੀ। ਇੱਕ ਨਵੀਂ ਔਕੜ ਆ ਬਣੀ। ਟਾਈਪ ਮਸ਼ੀਨ ਦੇ ਲੋਹੇ ਦੀ ਨਿਰੰਤਰ ਠਕ ਠਕ ਦੀ ਆਵਾਜ਼ ਕਾਰਨ ਦਾਸ ਦੇ ਸਿਰ ਵਿੱਚ ਅਜਿਹਾ ਨੁਕਸ ਪੈ ਗਿਆ ਕਿ ਮਸ਼ੀਨ ਦੇ ਨੇੜੇ ਜਾਣ ਤੋਂ ਵੀ ਦਿਲ ਘਾਬਰਦਾ ਸੀ। ਡਾਕਟਰ ਜਸਵਿੰਦਰ ਸਿੰਘ ਜੀ ਨੂੰ ਆਪਣੀ ਬਿਮਾਰੀ ਦੀ ਗੱਲ ਦੱਸੀ। ਪਰਮ ਪਿਆਰੇ ਡਾਕਟਰ ਜੀ ਨੇ ਪੰਜਾਬੀ ਲਿਖ ਸਕਣ ਵਾਲਾ ਕੰਪਿਊਟਰ ਲੈ ਦਿੱਤਾ। ਕੰਪਿਊਟਰ ਵਿੱਚ ਪੰਜਾਬੀ ਲਿਪੀ ਦੀ ਵਰਤੋਂ ਕਰਨ ਦਾ ਢੰਗ ਸਿੱਖਣਾ ਬੜਾ ਕਠਿਨ ਜਾਪਿਆ। ਇਸ ਔਕੜ ਨੂੰ ਵੀ ਡਾਕਟਰ ਜਸਵਿੰਦਰ ਸਿੰਘ ਅਤੇ ਫਿਰ ਕਾਕਾ ਸੰਦੀਪ ਸਿੰਘ ਸੇਖੋਂ ਨੇ ਬੜੀ ਲਗਨ ਅਤੇ ਯੋਗਤਾ ਨਾਲ ਦੂਰ ਕਰ ਦਿੱਤਾ। ਕੰਪਿਊਟਰ ਦੀ ਲਿਖਾਈ ਟਾਈਪ ਮਸ਼ੀਨ ਦੀ ਲਿਖਾਈ ਨਾਲ ਮੇਲ ਨਹੀਂ ਸੀ ਖਾਂਦੀ। ਇਸ ਕਾਰਨ ਸਾਰੀ ਲਿਖਾਈ ਨਵੇਂ ਸਿਰੇ ਤੋਂ ਕਰਨੀ ਪਈ। 75 ਵਿਸ਼ਿਆਂ ਦਾ ਖਰੜਾ ਤਿਆਰ ਕਰ ਲਿਆ। ਹਰ ਵਿਸ਼ੇ ਵਿੱਚ 25 ਗੁਰਬਾਣੀ ਸ਼ਬਦਾਂ ਤੋਂ ਲੈ ਕੇ 90 ਸ਼ਬਦਾਂ ਤੱਕ ਲਿਖੇ ਹੋਏ ਸਨ। ਡਾਕਟਰ ਜਸਵਿੰਦਰ ਸਿੰਘ ਦੀ ਉਚੇਚੀ ਮੰਗ ਹੋਣ ਕਾਰਨ ਸਾਰੇ ਸ਼ਬਦਾਂ ਦੇ ਅਰਥ ਵੀ ਨਾਲ ਲਿਖੇ ਸਨ। ਰਾਏ ਲੈਣ ਵਾਸਤੇ ਪੁਸਤਕ ਦਾ ਖਰੜਾ ਕਈ ਵਿਦਵਾਨਾਂ ਨੂੰ ਪੜ੍ਹਾਇਆ। ਡਾਕਟਰ ਗੁਰਬਖਸ਼ ਸਿੰਘ ਜੀ ਗਿੱਲ USA ਨੇ ਆਪਣਾ ਕੀਮਤੀ ਸਮਾਂ ਕੱਢ ਕੇ ਖਰੜੇ ਨੂੰ ਪੜ੍ਹਿਆ ਅਤੇ ਬਹੁਮੁੱਲੀਆਂ ਹੋਰ ਕਈ ਹਦਾਇਤਾਂ ਦੇਣ ਦੇ ਨਾਲ ਇਹ ਵੀ ਕਿਹਾ ਕਿ ਗੁਰਬਾਣੀ ਦੇ ਸ਼ਬਦ ਇੰਨੇ ਜ਼ਿਆਦਾ ਲਿਖਣੇ ਲਾਹੇਵੰਦ ਨਹੀਂ ਰਹਿਣੇ। ਉਹਨਾਂ ਦਾ ਵਿਚਾਰ ਸੀ ਕਿ ਸ਼ਬਦ ਪੜ੍ਹਨ ਵਿੱਚ ਲੋਕ ਬਹੁਤਾ ਸਮਾਂ ਖਰਚ ਕਰਨਾ ਪਸੰਦ ਨਹੀਂ ਕਰਨਗੇ ਅਤੇ ਹੋ ਸਕਦਾ ਹੈ ਕਿ ਅੱਕ ਕੇ ਪੁਸਤਕ ਸਾਰੀ ਪੜ੍ਹੇ ਬਿਨਾਂ ਹੀ ਰੱਖ ਦਿਆ ਕਰਨ। ਸੋ ਹੋਰ ਵੀ ਕਈ ਵਿਦਵਾਨਾਂ ਨਾਲ ਸਲਾਹ ਹੋਈ। ਬਹੁਤਿਆਂ ਦੀ ਸਲਾਹ ਇਹ ਸੀ ਕਿ ਵਿਪਰਨ ਕੀ ਰੀਤ ਦੀ ਖੰਡਨਾ ਕਰਨ ਵਾਲੇ ਇੰਨੇ ਜ਼ਿਆਦਾ ਸ਼ਬਦ ਲਿਖਣ ਦੀ ਜਿਹੜੀ ਅਪਾਰ ਖੇਚਲ ਸਤਿਗੁਰਾਂ ਨੇ ਕੀਤੀ ਹੈ ਉਸ ਦਾ ਗਿਆਨ ਲੋਕਾਂ ਨੂੰ ਵੀ ਹੋਣਾ ਚਾਹੀਦਾ ਹੈ। ਕੁਝ ਵਿਦਵਾਨ ਗਿੱਲ ਸਾਹਿਬ ਦੇ ਵਿਚਾਰ ਨਾਲ ਵੀ ਸਹਿਮਤ ਸਨ। ਆਖਰ ਡਾਕਟਰ ਦਵਿੰਦਰ ਸਿੰਘ ਸੇਖੋਂ ਦੀ ਰਾਏ ਤੇ ਇਹ ਫੈਸਲਾ ਹੋਇਆ ਕਿ ਹਰ ਵਿਸ਼ੇ ਦੇ 5 ਤੋਂ 10 ਸ਼ਬਦ ਅਰਥਾਂ ਸਮੇਤ ਲਿਖ ਕੇ ਬਾਕੀਆਂ ਦੀ ਸੂਚੀ ਨਾਲੋਂ ਨਾਲ ਦੇ ਦਿੱਤੀ ਜਾਇਆ ਕਰੇ। ਪੁਸਤਕ ਦਾ ਲਿਖਣ ਢੰਗ ਜਿਨ੍ਹਾਂ ਦਿਨਾਂ ਵਿੱਚ ਹਿੰਦੂ ਧਰਮ ਦੇ ਗ੍ਰੰਥ ਲਿਖੇ ਗਏ ਸਨ ਉਦੋਂ ਵਿਦਿਆ ਦਾ ਮਾਲਕ ਕੇਵਲ ਬ੍ਰਾਹਮਣ ਹੀ ਸੀ। ਵੇਦਾਂ ਤੋਂ ਆਰੰਭ ਹੋ ਕੇ ਉਪਨਿਸ਼ਦ ਸਿਮਰਤੀਆਂ ਸ਼ਾਸਤਰ ਪੁਰਾਣ ਆਦਿ ਸਾਰੇ ਗ੍ਰੰਥ ਬ੍ਰਾਹਮਣ ਤੋਂ ਬਿਨਾਂ ਹੋਰ ਕੋਈ ਲਿਖਣ ਦਾ ਅਧਿਕਾਰੀ ਹੀ ਨਹੀਂ ਸੀ। ਇਸ ਲਈ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਲਿਖੀਆਂ ਰੀਤਾਂ ਜਾਂ ਮਰਜ਼ਾਦਾ ਸਭ ਵਿਪਰਨ ਕੀ ਰੀਤ ਹਨ। ਸਾਡਾ ਵਾਸਤਾ ਸਿਰਫ ਉਹਨਾਂ ਪ੍ਰੋਤਵਾਦੀ ਰੀਤਾਂ ਨਾਲ ਹੈ ਗੁਰੂ ਬਾਣੀ ਵਿੱਚ ਜਿਨ੍ਹਾਂ ਦੀ ਖੰਡਨਾ ਕੀਤੀ ਹੈ। ਕਿਸੇ ਵਿਸ਼ੇ ਨੂੰ ਵਿਚਾਰਨਾ ਆਰੰਭ ਕਰਨ ਤੋਂ ਪਹਿਲਾਂ ਬ੍ਰਾਹਮਣ ਵਿਦਵਾਨਾਂ ਦੇ ਲਿਖੇ ਗ੍ਰੰਥਾਂ ਵਿੱਚੋਂ ਮਿਥਿਹਾਸਕ ਕਥਾ ਕਹਾਣੀਆਂ ਅਥਵਾ ਉਸ ਵਿਸ਼ੇ ਨਾਲ ਸੰਬੰਧਿਤ ਲਿਖਤਾਂ ਦਾ ਹਵਾਲਾ ਦੇ ਕੇ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਉਸ ਰੀਤ ਦੇ ਚਾਲੂ ਕਰਨ ਦੇ ਪਿੱਛੇ ਬ੍ਰਾਹਮਣ ਦਾ ਆਪਣਾ ਖਾਸ ਮੰਤਵ ਕੀ ਸੀ। ਫਿਰ ਗੁਰਬਾਣੀ ਦੇ ਉਹ ਸ਼ਬਦ ਅਰਥਾਂ ਸਮੇਤ ਲਿਖੇ ਹਨ ਜਿਨ੍ਹਾਂ ਵਿੱਚ ਉਸ ਰੀਤ ਦੀ ਭਰਪੂਰ ਖੰਡਨਾ ਕੀਤੀ ਹੋਈ ਹੈ। ਗੁਰਬਾਣੀ ਦੇ ਅਰਥ ਲਿਖਣ ਵਿੱਚ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੇ ਸਟੀਕ ਦਾ ਪ੍ਰਮੁੱਖ ਭਾਗ ਹੈ। ਲੋੜ ਅਨੁਸਾਰ ਪਦ ਅਰਥ ਵੀ ਲਿਖੇ ਹਨ। ਵਿਪਰਨ ਕੀ ਰੀਤ ਪੰਥ ਵਿੱਚ ਆਉਣ ਦੇ ਕਾਰਨਾਂ ਦੇ ਨਾਲ ਉਹਨਾਂ ਸਾਧਨਾਂ ਨੂੰ ਵੀ ਸਮਝਣਾ ਸੀ ਜਿਨ੍ਹਾਂ ਕਰਕੇ ਇਹ ਰੀਤ ਪੰਥ ਵਿੱਚ ਆ ਰਹੀ ਹੈ। ਉਹ ਕੌਣ ਹਨ ਜੋ ਅੰਦਰ ਖਾਤੇ ਅੱਜ ਵੀ ਗੁਰੂ ਦੇ ਸਿੱਖ ਨੂੰ ਵਿਪਰ ਦਾ ਚੇਲਾ ਬਣਾਈ ਜਾ ਰਹੇ ਹਨ। ਇਨ੍ਹਾਂ ਗੰਭੀਰ ਮਸਲਿਆਂ ਦੇ ਉੱਤਰ ਲੱਭਣ ਲਈ ਕੇਵਲ ਗੁਰਬਾਣੀ ਦੇ ਪਾਵਨ ਸ਼ਬਦਾਂ ਨੂੰ
ਜਾਂ ਸੁਲਝੇ ਹੋਏ ਅਤੇ ਭਰਮਾਂ ਤੋਂ ਰਹਿਤ ਵਿਦਵਾਨਾਂ ਦੀਆਂ ਲਿਖੀਆਂ ਪੁਸਤਕਾਂ ਅਥਵਾ ਭਾਈ ਨੰਦ ਲਾਲ ਸਿੰਘ ਜੀ ਅਤੇ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਨੂੰ ਆਧਾਰ ਮੰਨਿਆ ਹੈ। ਹਿੰਦੂ ਧਰਮ ਦੇ ਗ੍ਰੰਥਾਂ ਵਿਚਲੀਆਂ ਕਹਾਣੀਆਂ ਨੂੰ ਲਿਖਣ ਦਾ ਮੰਤਵ ਇਹ ਨਹੀਂ ਕਿ ਉਹਨਾਂ ਦਾ ਪ੍ਰਕਿਰਤਕ ਨੇਮਾਂ ਦੇ ਵਿਪਰੀਤ ਹੋਣਾ ਦਰਸਾ ਕੇ ਕਿਸੇ ਹਿੰਦੂ ਅਥਵਾ ਬ੍ਰਾਹਮਣ ਵੀਰ ਦੇ ਦਿਲ ਨੂੰ ਦੁਖੀ ਕੀਤਾ ਜਾਵੇ। ਉਹਨਾਂ ਗਥਾਵਾਂ ਦੇ ਲਿਖਾਰੀ ਦੀ ਸਵਾਰਥ ਸਿੱਧੀ ਵਾਲੀ ਯੋਜਨਾ ਨੂੰ ਸਮਝ ਕੇ ਵਿਪਰ ਰੀਤੀ ਤੋਂ ਗੁਰਸਿੱਖ ਨੂੰ ਸੁਚੇਤ ਕਰਨ ਦਾ ਸੁਹਿਰਦਕ ਯਤਨ ਹੈ। ਪੁਰਾਣਕ ਗਥਾਵਾਂ ਵਾਲੇ ਦੇਵੀ ਦੇਵਤਿਆਂ ਦੀ ਅਸਲੀਅਤ ਜਾਣਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਠੀਕ ਤਰ੍ਹਾਂ ਸਮਝ ਆਉਂਦੀ ਹੈ। ਕਿਸੇ ਬ੍ਰਾਹਮਣ ਦੀ ਗੱਲ ਨਹੀਂ ਹੈ, ਬ੍ਰਾਹਮਣ ਦੀ ਰੀਤ ਤੋਂ ਬਚਣ ਦਾ ਉਪਰਾਲਾ ਹੈ। ਪੁਸਤਕ ਦੇ ਤੀਜੇ ਕਾਂਡ ਦੇ ਪ੍ਰਕਰਣ ਨੰਬਰ 4 ਦੇਵੀ ਦੇਵਤਿਆਂ ਦੀ ਅਪਾਰ ਕਿਰਪਾ ਅਤੇ ਪ੍ਰਕਰਣ ਨੰਬਰ 7 ਦੇਵੀ ਦੇਵਤੇ ਅਤੇ ਮਾਸ ਸ਼ਰਾਬ ਵਿੱਚ ਦੇਵੀ ਦੇਵਤਿਆਂ ਦੀਆਂ ਆਚਰਣਹੀਣਤਾ ਵਾਲੀਆਂ ਅਸ਼ਲੀਲ ਹਰਕਤਾਂ ਲਿਖਣ ਦਾ ਸਾਧਨ ਬ੍ਰਾਹਮਣ ਦੇ ਆਪਣੇ ਲਿਖੇ ਧਰਮ ਗ੍ਰੰਥ ਹੀ ਹਨ। ਅਜਿਹਾ ਕੁਝ ਇਸ ਪੁਸਤਕ ਵਿੱਚ ਲੈ ਆਉਣ ਦੀ ਲੋੜ ਪੈਣ ਦਾ ਕਾਰਨ ਵੀ ਗੁਰਮਤਿ ਸਿਧਾਂਤ ਨੂੰ ਹੀ ਸਪਸ਼ਟ ਕਰਨ ਦਾ ਹੈ। ਦੁਨੀਆ ਵਿੱਚ ਅਜਿਹਾ ਮਨੁੱਖ ਕੋਈ ਨਹੀਂ ਹੈ ਜਿਹੜਾ ਆਪਣੇ ਇਸ਼ਟ ਦੀ ਪੂਜਾ ਵੀ ਕਰਦਾ ਹੋਵੇ ਅਤੇ ਉਸ ਨੂੰ ਗਿਰੇ ਹੋਏ ਆਚਰਨ ਵਾਲਾ ਵੀ ਆਪ ਹੀ ਸਿੱਧ ਕਰਦਾ ਹੋਵੇ। ਅਜਿਹੀ ਨੀਵੀਂ ਹਰਕਤ ਉਹੀ ਕਰ ਸਕਦਾ ਹੈ ਜਿਸ ਨੇ ਆਪ ਹੀ ਅਜਿਹੇ ਇਸ਼ਟ ਦੀ ਹੋਂਦ ਦਾ ਪਖੰਡ ਰਚਾ ਕੇ ਲੋਕਾਂ ਨੂੰ ਉੱਲੂ ਬਣਾਇਆ ਹੋਵੇ। ਸਾਡਾ ਮੰਤਵ ਗੁਰੂ ਦੇ ਸਿੱਖ ਨੂੰ ਸੁਚੇਤ ਕਰਨ ਦਾ ਅਤੇ ਗੁਰੂ ਸ਼ਬਦਾਂ ਦੀ ਅਸਲ ਰਮਜ਼ ਨੂੰ ਸਮਝਾਉਣ ਦਾ ਹੈ। ਪਿੱਛੇ ਜੇ ਰਾਮਾਇਣ ਦੀ ਵੀਡੀਓ ਫਿਲਮ ਟੀਵੀ ਤੇ ਵਿਖਾਈ ਤਾਂ ਦੇਖਣ ਵਾਸਤੇ ਬੇਅੰਤ ਸਿੱਖ ਆਪਣੇ ਕੰਮ-ਕਾਜ ਭੁਲਾ ਦਿੰਦੇ ਸਨ ਅਤੇ ਰਾਮਾਇਣ ਗਾਥਾ ਵਾਲੇ ਰਾਮਚੰਦਰ ਜੀ ਪ੍ਰਤੀ ਸ਼ਰਧਾ ਬਣਾ ਲੈਣ ਦੀ ਭੁੱਲ ਕਰੀ ਜਾ ਰਹੇ ਸਨ। ਸੋ ਅਵਤਾਰ ਪ੍ਰਥਾ ਪ੍ਰਕਰਣ ਚੌਥੇ ਕਾਂਡ ਦਾ ਪਹਿਲਾ ਹਿੱਸਾ ਵਿੱਚ ਇਹ ਸਿੱਧ ਕੀਤਾ ਹੈ ਕਿ ਬ੍ਰਾਹਮਣ ਨੇ ਆਪਣੀ ਮਰਜ਼ਾਦਾ ਕੇਵਲ ਠੱਗੀ ਨੀਤੀ ਨਾਲ ਬਣਾਈ ਹੋਈ ਸੀ। ਉਸ ਕਰਮਕਾਂਡੀ ਫੋਕਟ ਮਰਜ਼ਾਦਾ ਤੇ ਰੱਬੀ ਦਫ਼ਤਰ ਦੀ ਮੋਹਰ ਲਵਾ ਕੇ ਉਸ ਨੂੰ ਪੱਕੇ ਤੌਰ ਤੇ ਧਰਮ ਦਾ ਅੰਗ ਬਣਾ ਲੈਣ ਲਈ ਫਰਜ਼ੀ ਰਾਮ ਰੱਬ ਪੈਦਾ ਕੀਤਾ ਸੀ। ਦਾਸ ਨੂੰ ਪੂਰਨ ਵਿਸ਼ਵਾਸ ਹੈ ਕਿ ਰਾਮਚੰਦਰ ਜੀ ਦੀ ਗਾਥਾ ਨੂੰ ਬ੍ਰਾਹਮਣੀ ਦਿਮਾਗ ਦੀ ਉਪਜ ਸਾਬਤ ਕਰਨ ਵਿੱਚ ਦਾਸ ਨੇ ਬ੍ਰਾਹਮਣੀ ਲਿਖਤਾਂ ਦੇ ਅਸਲ ਭੇਦ ਨੂੰ ਸਮਝਣ ਵਿੱਚ ਕੋਈ ਉਕਾਈ ਨਹੀਂ ਖਾਧੀ। ਚੌਥੇ ਕਾਂਡ ਦਾ ਕ੍ਰਿਸ਼ਨ ਅਵਤਾਰ ਪ੍ਰਕਰਣ ਨੰਬਰ 9 ਲਿਖਣ ਸਮੇਂ ਗਿਆਨੀ ਈਸ਼ਰ ਸਿੰਘ ਨਾਰਾ ਦੀ ਲਿਖੀ ਪੁਸਤਕ ਕ੍ਰਿਸ਼ਨ ਭਗਵਾਨ ਤੇ ਕਲਗੀਧਰ ਵਿਚਾਰ ਅਧੀਨ ਲਿਆਂਦੀ ਗਈ ਹੈ। ਇਸ ਪੁਸਤਕ ਵਿੱਚ ਲੇਖਕ ਨੇ ਆਪਣੀ ਮਰਜ਼ੀ ਨਾਲ ਚੁਣੇ ਹੋਏ ਗੁਰਬਾਣੀ ਸ਼ਬਦਾਂ ਦੇ ਗਲਤ ਅਰਥ ਕਰਕੇ ਕਈ ਹੋਰ ਭੁਲੇਖੇ ਪਾਉਣ ਦੇ ਯਤਨ ਨਾਲੋਂ ਹੋਰ ਵੀ ਵੱਧ ਦੁਖਦਾਈ ਗੱਲ ਇਹ ਲਿਖੀ ਹੈ ਕਿ ਜਿਹੜੇ ਸਿੱਖ ਕ੍ਰਿਸ਼ਨ ਨੂੰ ਸਾਖਸ਼ਾਤ ਵਾਹਿਗੁਰੂ ਨਹੀਂ ਮੰਨਦੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਨਹੀਂ ਸਮਝੇ ਜਾ ਸਕਦੇ। ਦਸਮ ਗ੍ਰੰਥ ਵਿੱਚੋਂ ਕੁਝ ਲਿਖਤਾਂ ਚੁਣ ਕੇ ਕਲਗੀਧਰ ਜੀ ਨੂੰ ਕ੍ਰਿਸ਼ਨ ਜੀ ਦਾ ਭਗਤ ਅਥਵਾ ਕ੍ਰਿਸ਼ਨ ਦਾ ਅਵਤਾਰ ਸਿੱਧ ਕੀਤਾ ਹੈ। ਮਾਤਾ ਸਾਹਿਬ ਦੇਵਾਂ ਵਾਲੀ ਸ਼ਾਦੀ ਨੂੰ ਕ੍ਰਿਸ਼ਨ ਦੀਆਂ 16,000 ਸ਼ਾਦੀਆਂ ਜਿਹਾ ਹੀ ਲਿਖਿਆ ਹੈ। ਇਹ ਵੀ ਲਿਖਿਆ ਹੈ ਕਿ ਜਿਵੇਂ ਮਾਤਾ ਸਾਹਿਬ ਦੇਵਾਂ ਜੀ ਨਾਲ ਦਸ਼ਮੇਸ਼ ਜੀ ਦਾ ਸਿਰਫ ਆਤਮਿਕ ਸੰਬੰਧ ਹੋਣ ਕਰਕੇ ਉਹਨਾਂ ਤੋਂ ਕੋਈ ਔਲਾਦ ਪੈਦਾ ਨਹੀਂ ਸੀ ਹੋਈ, ਇਸੇ ਤਰ੍ਹਾਂ ਹੀ ਕ੍ਰਿਸ਼ਨ ਜੀ ਦਾ ਵੀ ਸਾਰੀਆਂ ਇਸਤਰੀਆਂ ਨਾਲ ਆਤਮਿਕ ਪਿਆਰ ਹੋਣ ਕਰਕੇ ਕੋਈ ਬੱਚਾ ਨਹੀਂ ਸੀ ਹੋਇਆ। ਹਾਲਾਂਕਿ ਸ੍ਰੀ ਮੱਧ ਭਾਗਵਤ ਪੁਰਾਣ ਵਿੱਚ ਲਿਖੇ ਅਨੁਸਾਰ ਕ੍ਰਿਸ਼ਨ ਜੀ ਦੀਆਂ ਸਿਰਫ 16,000 ਇਸਤਰੀਆਂ ਹੀ ਨਹੀਂ ਸਨ, ਸਗੋਂ 16,108 ਵਿਆਹੁਤਾ ਰਾਣੀਆਂ ਸਨ ਅਤੇ ਸਾਰੀਆਂ ਵਿੱਚੋਂ 10-10 ਕਾਕੇ ਅਤੇ ਇੱਕ ਕੰਨਿਆ ਪੈਦਾ ਹੋਈ ਸੀ। ਏਡਾ ਪਰਿਵਾਰ ਨਿਰਾ ਆਤਮਿਕ ਸੰਬੰਧ ਨਾਲ ਨਹੀਂ ਸੀ ਬਣਿਆ। ਅਰਜਨ ਦੇ ਨਾਲ ਮਿਲ ਕੇ ਸ਼ਰਾਬ, ਭੰਗ, ਪੋਸਤ ਅਤੇ ਅਫੀਮ 4 ਨਸ਼ੇ ਇੱਕੋ ਸਮੇਂ ਕਰਦੇ ਰਾਮ ਜਣੀਆਂ ਭਾਵ ਵੇਸ਼ਵਾ ਦਾ ਨਾਚ ਦੇਖਦੇ ਅਤੇ ਉਹਨਾਂ ਨਾਲ ਖਰਮਸਤੀਆਂ ਕਰਦੇ, ਕਈ ਕਿਸਮਾਂ ਦਾ ਭੋਨਵਾ ਮਾਸ ਖਾਂਦੇ ਅਤੇ ਫਿਰ ਦੁੰਬੇ ਦੀ ਚੱਕੀ ਦੀ ਜਖਣੀ ਖਾਂਦੇ। ਪਰਾਈਆਂ ਇਸਤਰੀਆਂ ਦੇ 7 ਭੰਗ ਕਰਦੇ, ਕੁਵਾਰੀ ਰਾਧਾ ਨਾਲ ਅਜੋਗ ਸੰਬੰਧਾਂ ਵਾਲੇ ਅਤੇ ਹੋਰ ਕਈ ਅਸ਼ਲੀਲ ਹਰਕਤਾਂ ਕਰਦੇ ਹੋਏ ਕ੍ਰਿਸ਼ਨ ਜੀ ਨੂੰ ਬ੍ਰਾਹਮਣ ਨੇ ਆਪ ਦਰਸਾਇਆ ਹੈ। ਦਾਸ ਨੇ ਤਾਂ ਸਿਰਫ ਬ੍ਰਾਹਮਣ ਦਾ ਲਿਖਿਆ ਹੀ ਵਿਚਾਰਿਆ ਹੈ। ਜੋ ਕੁਝ ਵੀ ਦਾਸ ਨੇ ਲਿਖਿਆ ਹੈ ਉਹ ਪਹਿਲਾਂ ਤੋਂ ਬ੍ਰਾਹਮਣ ਨੇ ਆਪ ਹੀ ਆਪਣੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਸੋ ਦਾਸ ਨੇ ਕਿਸੇ ਵੀ ਮਿਥਿਆਕਾਰ ਨੂੰ ਕੋਲੋਂ ਕਣ ਕੇ
ਕਿਸੇ ਨੂੰ ਜਾਣ-ਬੁੱਝ ਦੁਖੀ ਕਰਨ ਵਾਲੀ ਭੁੱਲ ਨਹੀਂ ਕੀਤੀ। ਇਹ ਕੁਝ ਵੀ ਸਿਰਫ ਗੁਰੂ ਕੇ ਸਿੱਖ ਨੂੰ ਅਸਲੀਅਤ ਦਾ ਗਿਆਨ ਕਰਾ ਕੇ ਉਸ ਦੇ ਅੰਦਰੋਂ ਭੁਲੇਖੇ ਕੱਢ ਕੇ ਆਪਣੇ ਗੁਰੂ ਨਾਲ ਜੋੜੀ ਰੱਖਣ ਦਾ ਯਤਨ ਹੈ। ਇਹਨਾਂ ਕਥਿਤ ਅਵਤਾਰਾਂ ਦੀ ਹਸਤੀ ਨੂੰ ਕਲਪਨਾ ਦੀ ਉਪਜ ਸਾਬਤ ਕਰਨ ਲਈ ਦਾਸ ਨੇ ਆਪਣੇ ਕੋਲੋਂ ਇੱਕ ਅੱਖਰ ਵੀ ਨਹੀਂ ਲਿਖਿਆ। ਬ੍ਰਾਹਮਣਾਂ ਦੇ ਆਪਣੇ ਲਿਖੇ ਗ੍ਰੰਥਾਂ ਦੇ ਹਵਾਲੇ ਪੂਰੇ ਵੇਰਵੇ ਨਾਲ ਦਿੱਤੇ ਹਨ। ਕਿਸੇ ਬ੍ਰਾਹਮਣ ਦੀ ਵਿਰੋਧਤਾ ਦਾ ਮੰਤਵ ਨਹੀਂ ਹੈ। ਕਈ ਵਿਦਵਾਨ ਬ੍ਰਾਹਮਣ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹੋਣ ਕਾਰਨ ਸਿੱਖਾਂ ਲਈ ਪੂਜਨੀਕ ਹੈ ਅਥਵਾ ਗੁਰੂ ਦਾ ਹੀ ਦਰਜਾ ਰੱਖਦੀ ਹੈ। ਵਿਰੋਧਤਾ ਸਿਰਫ ਬ੍ਰਾਹਮਣ ਦੀ ਉਸ ਰੀਤ ਨਾਲ ਹੈ ਜਿਸ ਦੀ ਖੰਡਨਾ ਗੁਰਬਾਣੀ ਨੇ ਕੀਤੀ ਹੈ। ਪੁਸਤਕ ਦੇ ਇਸ ਪਹਿਲੇ ਭਾਗ ਵਿੱਚ 107 ਦੇ ਕਰੀਬ ਵਿਸ਼ੇ ਵਿਚਾਰੇ ਹਨ। ਬਾਕੀ ਲਗਭਗ 200 ਵਿਸ਼ੇ ਪੁਸਤਕ ਦੇ ਦੂਜੇ ਅਤੇ ਤੀਜੇ ਭਾਗ ਵਿੱਚ ਵਿਚਾਰੇ ਜਾ ਰਹੇ ਹਨ। ਗੁਰਬਾਣੀ ਸ਼ਬਦਾਂ ਦੇ ਪਦ ਅਰਥ ਜਾਂ ਕੁਝ ਪੁਰਾਣਕ ਕਹਾਣੀਆਂ ਬਰੀਕ ਅੱਖਰਾਂ ਵਿੱਚ ਲਿਖਣ ਦਾ ਮੰਤਵ ਇਹ ਹੈ ਕਿ ਜੇ ਕਿਸੇ ਨੇ ਕੋਈ ਸ਼ੰਕਾ ਕੱਢਣਾ ਹੈ ਤਾਂ ਖੇਚਲ ਕਰਕੇ ਪੜ੍ਹ ਲਵੇ, ਕਿਉਂਕਿ ਇਸ ਪੁਸਤਕ ਤੇ ਲਿਖਣ ਦਾ ਮੰਤਵ ਜਿੱਥੇ ਵਿਪਰਨ ਕੀ ਰੀਤ ਨੂੰ ਸਮਝਣਾ ਹੈ ਉੱਥੇ ਵਿਸ਼ੇਸ਼ ਯਤਨ ਗੁਰਮਤਿ ਸਿਧਾਂਤ ਦੇ ਸਾਰੇ ਪੱਖਾਂ ਨੂੰ ਸਪਸ਼ਟ ਕਰਨ ਦਾ ਵੀ ਹੈ। ਇਸੇ ਕਰਕੇ ਵਿਸ਼ੇ ਵਿਚਲੀ ਹੋਰ ਲੋੜ ਤੋਂ ਬਿਨਾਂ ਵੀ ਵੱਧ ਤੋਂ ਵੱਧ ਗੁਰੂ ਸ਼ਬਦਾਂ ਦੇ ਠੀਕ ਭਾਵ ਨੂੰ ਸਮਝਾਉਣ ਦਾ ਪੂਰਾ ਯਤਨ ਕੀਤਾ ਹੈ ਅਤੇ ਪੁਸਤਕ ਦਾ ਆਕਾਰ ਵੱਧ ਜਾਣ ਦੀ ਚਿੰਤਾ ਨਹੀਂ ਕੀਤੀ। ਵਿਪਰਨ ਕੀ ਰੀਤ ਨਾਲ ਸੰਬੰਧਿਤ ਗੁਰਬਾਣੀ ਸ਼ਬਦਾਂ ਤੋਂ ਛੁੱਟ ਗੁਰਮਤਿ ਦੇ ਹੋਰ ਸਿਧਾਂਤ ਵੀ ਗੁਰੂ ਸ਼ਬਦਾਂ ਦੁਆਰਾ ਸਪਸ਼ਟ ਕਰਨ ਦਾ ਯਤਨ ਕੀਤਾ ਹੈ। ਪਾਠਕਾਂ ਦੀ ਰੁਚੀ ਵੇਖ ਕੇ ਪੁਸਤਕ ਦੇ ਅਗਲੇ ਹਿੱਸਿਆਂ ਵਿੱਚ ਵੀ ਹਿੰਦੂ ਮਿਥਿਹਾਸ ਦੀਆਂ ਸੰਬੰਧਿਤ ਅਦਭੁਤ ਕਥਾ ਕਹਾਣੀਆਂ ਲਿਖੀਆਂ ਜਾਣਗੀਆਂ। ਜਿਨ੍ਹਾਂ ਵਿਪਰੀ ਰੀਤਾਂ ਦਾ ਖੰਡਨ ਗੁਰਬਾਣੀ ਵਿੱਚ ਹੈ ਉਹਨਾਂ ਸਾਰੀਆਂ ਨੂੰ ਵਿਚਾਰ ਲੈਣ ਦਾ ਯਤਨ ਹੈ। ਨਾਲ ਹੀ ਉਹ ਸਾਰੀਆਂ ਚਿੱਠੀਆਂ ਵੀ ਪੁਸਤਕ ਦਾ ਹਿੱਸਾ ਬਣਾਈਆਂ ਜਾ ਰਹੀਆਂ ਹਨ ਜਿਹੜੀਆਂ ਪੰਥ ਦੀਆਂ ਮਹਾਨ ਹਸਤੀਆਂ ਨੂੰ ਲਿਖੀਆਂ ਸਨ। ਭਾਵੇਂ ਕਈ ਵਿਦਵਾਨਾਂ ਨੇ ਵਰਜਿਆ ਵੀ ਸੀ, ਪਰ ਗੁਰਬਾਣੀ ਦੇ ਵੱਧ ਤੋਂ ਵੱਧ ਸਿਧਾਂਤ ਵਿਚਾਰ ਲੈਣ ਦਾ ਪੱਕਾ ਇਰਾਦਾ ਹੈ। ਅੱਗੇ ਜੋ ਗੁਰੂ ਨਾਨਕ ਸਾਹਿਬ ਜੀ ਨੂੰ ਪਾਵੇ। ਕਲਮ ਵੀ ਉਸ ਦੀ ਹੈ, ਮੱਤ ਵੀ ਉਸ ਦੀ ਹੈ, ਦਾਸ ਤਾਂ ਨਿਮਾਣਾ ਟਹਿਲੂਆ ਹੈ। ਦੰਪਤੀ ਦੀ 9 ਸਾਲ ਅਤੇ 5 ਮਹੀਨੇ ਦੀ ਮਿਹਨਤ ਸਫਲ ਹੋਈ ਹੈ। ਜੋ ਅੱਜ ਪੁਸਤਕ ਦਾ ਪਹਿਲਾ ਭਾਗ ਸੰਪੂਰਨ ਹੋਇਆ ਹੈ। ਧੰਨਵਾਦ। ਗੁਰਬਾਣੀ ਸ਼ਬਦ ਰਤਨਾ ਭਰਪੂਰ ਮਹਾਨ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸ਼ਬਦਾਂ ਨੂੰ ਢੂੰਡਣ ਅਤੇ ਲਿਖਣ ਦੀ ਸੇਵਾ ਨਿਭਾਉਣ ਦਾ ਸੁਭਾਗ ਮਿਲਣਾ ਗੁਰਦੇਵ ਜੀ ਦੀ ਅਪਾਰ ਮਿਹਰ ਦਾ ਫਲ ਹੈ। ਸੋ ਸਭ ਤੋਂ ਪਹਿਲਾਂ ਆਪਣੇ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਜੋ ਇਸ ਨਿਮਾਣੇ ਕੀੜ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਇਹ ਸੇਵਾ ਲੈ ਰਹੇ ਹਨ। ਗੁਰਬਾਣੀ ਦੇ ਅਰਥ ਲਿਖਣ ਵਿੱਚ ਸਿੱਖ ਮਿਸ਼ਨਰੀ ਕਾਲਜ ਦੇ ਹੋਰ ਵਿਦਵਾਨਾਂ ਦੇ ਨਾਲ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੇ ਲਿਖੇ ਸਟੀਕਾਂ ਨੂੰ ਪ੍ਰਮੁੱਖ ਸਥਾਨ ਦਿੱਤਾ ਹੈ। ਇਹਨਾਂ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਦੀ ਵਿਦਵਤਾ ਦਾ ਸਦਕਾ ਗੁਰਬਾਣੀ ਸਿਧਾਂਤ ਲਿਖ ਸਕਿਆ ਹਾਂ। ਦਸਮ ਗ੍ਰੰਥ ਵਿਚਲੀਆਂ ਲਿਖਤਾਂ ਦੇ ਅਰਥ ਉਹੀ ਹਨ ਜੋ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਕੀਤੇ ਹੋਏ ਹਨ। ਭਾਈ ਬੰਤਾ ਸਿੰਘ ਜੀ ਵਿਕਟੋਰੀਆ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਦੀ ਮਿਹਨਤ ਨਾਲ ਪੁਸਤਕਾਂ ਦਾ ਭੰਡਾਰ ਮਿਲ ਸਕਿਆ ਅਤੇ ਹੋਰ ਵੀ ਬੇਅੰਤ ਸੇਵਾ ਕੀਤੀ ਹੈ। ਪਿੱਛੇ ਲਿਖੇ ਗੁਰਬਾਣੀ ਵਿਚਾਰ ਦੀ ਲਗਨ ਵਿੱਚ ਵਰਣਨ ਵਿਦਵਾਨਾਂ ਦਾ ਰਿਣੀ ਹਾਂ ਜਿਨ੍ਹਾਂ ਦੀਆਂ ਵਿਦਵਤਾ ਭਰਪੂਰ ਅਤੇ ਰਸਦਾਇਕ ਮਿੱਠੀ ਸ਼ਬਦਾਵਲੀ ਨਾਲ ਗੁੰਦੀਆਂ ਪੁਸਤਕਾਂ ਵਿੱਚੋਂ ਸੇਧ ਅਤੇ ਸ਼ਬਦ ਲੈ ਸਕਿਆ। ਗੁਰਬਾਣੀ ਦੇ ਸ਼ਬਦ ਲਿਖਦਿਆਂ ਦਾਸ ਕੋਲੋਂ ਅੱਖਰਾਂ ਵਿੱਚ ਕਈ ਗਲਤੀਆਂ ਹੋ ਜਾਂਦੀਆਂ ਸਨ। ਸਰਲ ਸੁਭਾਅ ਅਤੇ ਨਿਸ਼ਕਪਟ ਹਿਰਦੇ ਨਾਲ ਦਾਸ ਦੀ ਸਿੰਘਣੀ ਪ੍ਰਕਾਸ਼ ਕੌਰ ਜੀ ਵੱਲੋਂ ਪੋਥੀਆਂ ਦੀ ਛਪਾਈ ਅਨੁਸਾਰ ਗੁਰਬਾਣੀ ਦੇ ਉਹਨਾਂ ਸ਼ਬਦਾਂ ਦੀ ਨਾਲੋਂ ਨਾਲ ਸੁਧਾਈ ਕਰਦੇ ਰਹਿਣ ਵਾਲੀ ਸੇਵਾ ਇਸ ਕਾਰਜ ਨੂੰ ਸਿਰੇ ਚਾੜਨ ਵਿੱਚ ਸ਼ਲਾਘਾਯੋਗ ਹੈ ਅਤੇ ਸਦਾ ਯਾਦ ਰਹਿਣ ਵਾਲੀ ਬਹੁਮੁੱਲੀ ਸਹਾਇਤਾ ਹੈ। ਗੁਰਦੇਵ ਜੀ ਇਹਨਾਂ ਨੂੰ ਸਿਹਤ ਅਤੇ ਆਪਣੇ ਚਰਨਾਂ ਦਾ ਪਿਆਰ ਅਤੇ ਸਿੱਖੀ ਜੀਵਨ ਵਿੱਚ ਪਰਪੱਕਤਾ ਬਖਸ਼ਣ। ਪੁਸਤਕ ਲਿਖਣੀ ਆਰੰਭ ਕਰਨ ਦਾ ਉਤਸ਼ਾਹ ਦੇ ਕੇ ਲਗਾਤਾਰ ਸਹਾਇਤਾ ਕਰੀ ਰੱਖਣ ਵਾਲੀ ਵਡਮੁੱਲੀ ਸੇਵਾ ਕਰਦੇ ਰਹਿਣ ਵਾਲੇ ਡਾਕਟਰ ਜਸਵਿੰਦਰ ਸਿੰਘ ਅਤੇ ਭਾਈ ਬੰਤਾ ਸਿੰਘ ਦਾ ਇੱਕ ਵਾਰੀ ਫਿਰ ਧੰਨਵਾਦ ਕਰਦਾ ਹਾਂ। ਦਿਲੋਂ ਅਰਦਾਸ ਹੈ ਕਿ ਸਤਿਗੁਰ ਇਹਨਾਂ ਦੀ ਸੇਵਾ ਨੂੰ ਪ੍ਰਵਾਨ ਕਰਨ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਦੀਆਂ ਸੰਗਤਾਂ ਦੀ ਸੇਵਾ ਵਿੱਚ ਸਨੇਮਰ ਬੇਨਤੀ। ਪਿਓ ਦਾਦੇ ਦੇ ਅਨਮੋਲ ਰਤਨਾ ਭਰਪੂਰ ਖਜ਼ਾਨੇ ਨੂੰ
ਖੋਲ੍ਹ ਸਕਣ ਦਾ ਜੋ ਸੁਭਾਗ ਸਤਿਗੁਰਾਂ ਨੇ ਬਖਸ਼ਿਆ ਹੈ, ਉਸ ਨੂੰ ਰਲ ਮਿਲ ਕੇ ਖਾਣ ਖਰਚਣ ਦੇ ਸੱਦੇ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਆਓ ਵੇਖੋ ਅਸੀਂ ਗੁਰੂ ਨਾਨਕ ਨਾਮ ਲੇਵਾ ਵਾਸਤਵ ਵਿੱਚ ਕਿੱਡੇ ਧਨਵੰਤ ਹਾਂ। ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ ਰਹਾ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨ ਆਵੇ ਵੱਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਪੰਨਾ 185। ਆਓ ਆਪਣੇ ਸਤਿਗੁਰਾਂ ਦੇ ਇਸ ਖਜ਼ਾਨੇ ਨੂੰ ਵਰਤ ਕੇ ਨਿਆਰੇ ਗੁਰੂ ਦੀ ਸਿੱਖਿਆ ਤੇ ਚੱਲ ਕੇ ਨਿਆਰੇ ਬਣ ਕੇ ਤਖਤ ਰਾਜ ਦੇ ਅਧਿਕਾਰੀ ਬਣ ਜਾਈਏ, ਕਿਉਂਕਿ ਤਖਤ ਰਾਜਾ ਸੋਭ ਹੈ ਜੇ ਤਖਤੇ ਲਾਇਕ ਹੋਈ। ਪੰਨਾ 1088। ਪਾਏ ਪਰੋਂ ਗੁਰ ਕੈ ਬਲਿਹਾਰੈ, ਜਿਨ ਸਾਚੀ ਬੂਝ ਬੁਝਾਈ ਰਹਾਓ। ਪੰਨਾ 596। ਪੁਸਤਕ ਗੁਰੂ ਪੰਥ ਦੇ ਸਮਰਪਣ ਕਰਦਾ ਹੋਇਆ ਸਤਿਗੁਰੂ ਨਾਨਕ ਦੇਵ ਜੀ ਦਾ ਨਿਮਾਣਾ ਸੇਵਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਬਟਾਲਾ, ਪੰਜਾਬ। ਮਿਤੀ 15/11/1993। ਹਮ ਅਪਰਾਧ ਪਾਪ ਬਹੁ ਕੀਨੇ, ਕਰ ਦੁਸ਼ਟੀ ਚੋਰ ਚੁਰਾਇਆ। ਅਬ ਨਾਨਕ ਸ਼ਰਨਾਗਤ ਆਏ, ਹਰ ਰਾਖੋ ਲਾਜ ਹਰ ਰਾਇਆ। ਪੰਨਾ 172। ਦੂਜੀ ਐਡੀਸ਼ਨ ਬਾਰੇ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਦੀ ਮਿਹਰ ਦਾ ਸਦਕਾ ਅਜਿਹੀ ਪੁਸਤਕ ਲਿਖੀ ਜਾ ਸਕੀ, ਜਿਸ ਦੀ ਪ੍ਰਸ਼ੰਸਾ ਲਗਭਗ ਸਾਰੇ ਪਾਠਕਾਂ ਨੇ ਕੀਤੀ। ਕਈ ਪੱਤਰ ਆਏ ਅਤੇ ਕਈਆਂ ਸੁਹਿਰਦ ਵਿਦਵਾਨਾਂ ਨੇ ਟੈਲੀਫੋਨ ਤੇ ਪੁਸਤਕ ਦੇ ਲਾਹੇਵੰਦ ਹੋਣ ਬਾਰੇ ਬੜਾ ਕੁਝ ਕਹਿ ਕੇ ਦਾਸ ਦਾ ਹੌਸਲਾ ਵਧਾਇਆ। ਪੁਸਤਕ ਲਿਖਣ ਦਾ ਦਾਸ ਨੂੰ ਕੋਈ ਤਜਰਬਾ ਨਹੀਂ ਸੀ। ਦਾਸ ਨੂੰ ਇਸ ਗੱਲ ਦਾ ਬੜਾ ਭੈ ਸੀ ਕਿ ਜਿਹੜੀਆਂ ਪ੍ਰੋਹਤਵਾਦੀ ਰੀਤਾਂ ਸਿੱਖ ਪੰਥ ਵਿੱਚ ਸਿੱਖੀ ਮਰਜ਼ਾਦਾ ਦਾ ਹਿੱਸਾ ਬਣ ਚੁੱਕੀਆਂ ਹਨ, ਉਹਨਾਂ ਦੀ ਖੰਡਨਾ ਕਰਨ ਵਾਲੀ ਇਹ ਪੁਸਤਕ ਸ਼ਾਇਦ ਪਸੰਦ ਕੀਤੀ ਜਾਵੇ ਕਿ ਨਾ। ਕਿਸੇ ਥਾਂ ਵੀ ਕੋਈ ਵਿਰੋਧੀ ਭਾਵਨਾ ਵਾਲੀ ਹਵਾ ਤੱਕ ਨਹੀਂ। ਛੇਤੀ ਹੀ ਦੂਜੀ ਐਡੀਸ਼ਨ ਛਾਪੀ ਜਾਣ ਵਾਸਤੇ ਮੰਗਾਂ ਆਉਣ ਲੱਗ ਪਈਆਂ। ਭਰੋਸਾ ਬਣਿਆ ਕਿ ਸਿੱਖ ਜਗਤ ਵਿੱਚ ਅਜਿਹੇ ਪਰਿਵਾਰ ਬੇਅੰਤ ਹਨ ਜੋ ਬ੍ਰਾਹਮਣੀ ਰੀਤਾਂ ਨੂੰ ਪਸੰਦ ਨਹੀਂ ਕਰਦੇ। ਵਾਹਿਗੁਰੂ ਜੀ ਦੀ ਮਿਹਰ ਹੈ ਕਿ ਸਤਿਗੁਰਾਂ ਦਾ ਪੰਥ ਪੂਰੀ ਤਰ੍ਹਾਂ ਬ੍ਰਾਹਮਣ ਦੀ ਝੋਲੀ ਵਿੱਚ ਪੈ ਜਾਣ ਤੋਂ ਅਜੇ ਬਚਿਆ ਹੋਇਆ ਹੈ। ਮੂੜਾ ਪੈ ਜਾਣ ਦੀ ਆਸ ਨਾਲ ਦਿਲ ਗਦਗਦ ਹੋ ਗਿਆ। ਪੁਸਤਕ ਦੀ ਪ੍ਰਸ਼ੰਸਾ ਵਿੱਚ ਪੁੱਜੇ ਖਤਾਂ ਅਤੇ ਟੈਲੀਫੋਨਾਂ ਤੋਂ ਦਾਸ ਦਾ ਦਿਲ ਵਧਿਆ ਅਤੇ ਪੁਸਤਕ ਦੇ ਰਹਿੰਦੇ ਭਾਗ ਲਿਖਣ ਲਈ ਦੂਣਾ ਚੌਣਾ ਉਤਸ਼ਾਹ ਵਧਿਆ। ਵਾਹਿਗੁਰੂ ਜੀ ਆਪਣੇ ਇਸ ਪੰਥ ਦੇ ਸਿਰ ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣ ਅਤੇ ਇਸ ਦੂਲੇ ਪੰਥ ਨੂੰ ਮੁੜ ਉਸੇ ਸੂਝ-ਬੂਝ ਵਾਲੀ ਨਿਆਰੀ ਗੁਰਮਤਿ ਜੀਵਨੀ ਨਾਲ ਅਤੇ ਉਸੇ ਨਿਆਰੀ ਆਚਰਣਕ ਸ਼ਕਤੀ ਨਾਲ ਜੋੜ ਦੇਣ, ਜਿਸ ਦਾ ਸਦਕਾ ਇਹ ਨਿਰਮਲ ਪੰਥ ਨਿਆਰੇ ਤੇਜ ਪ੍ਰਤਾਪ ਦਾ ਮਾਲਕ ਬਣਿਆ ਸੀ। ਬਹੁਤ ਸਾਰੇ ਸੱਜਣਾਂ ਨੇ ਪੁਸਤਕ ਦੇ ਆਕਾਰ ਤੇ ਇਤਰਾਜ਼ ਕਰਕੇ ਸੁਝਾਅ ਦਿੱਤਾ ਸੀ ਕਿ ਇਸ ਦੇ ਘੱਟੋ ਘੱਟ 2 ਹਿੱਸੇ ਕਰ ਦਿੱਤੇ ਜਾਣ ਅਤੇ ਅਗਲੇ ਭਾਗ ਵੀ ਉਸੇ ਅਨੁਸਾਰ ਹੀ ਬਣਾਏ ਜਾਣ। ਪੁਸਤਕ ਦਾ ਮੁੱਖ ਬੰਦ ਲਿਖਣ ਵਾਲੇ ਗੁਰਮੁਖ ਪਿਆਰੇ ਸੰਤ ਸਿਪਾਹੀ ਰਸਾਲੇ ਦੇ ਨਿਰਾਲੀ ਚਮਕ ਵਾਲੇ ਸਿਤਾਰੇ ਗਿਆਨੀ ਭਗਤ ਸਿੰਘ ਜੀ ਰਸਾਲੇ ਵਿੱਚੋਂ ਵਿਚਾਰ ਪੜ੍ਹ ਕੇ ਬਿਨਾਂ ਵੇਖਿਓ ਹੀ ਜਿਨ੍ਹਾਂ ਪ੍ਰਤੀ ਹਿਰਦੇ ਵਿੱਚ ਅਥਾਹ ਸ਼ਰਧਾ ਅਤੇ ਸਤਿਕਾਰ ਬਣ ਚੁੱਕਾ ਸੀ ਦੇ ਵਿਛੋੜੇ ਦਾ ਅਜਿਹਾ ਸੱਲ ਹੈ ਜੋ ਕਦੇ ਭੁੱਲਣ ਨਹੀਂ ਲੱਗਾ। ਉਹਨਾਂ ਨੇ ਵੀ ਪੁਸਤਕ ਦਾ ਆਕਾਰ ਛੋਟਾ ਕਰਨ ਲਈ ਫਰਮਾਨ ਕੀਤਾ ਸੀ ਅਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਕਈ ਵਿਸ਼ੇ ਅਜਿਹੇ ਹਨ ਜੋ ਇੱਕੋ ਥਾਂ ਹੋਣ ਦੀ ਥਾਂ ਇੱਕ ਤੋਂ ਵੱਧ ਥਾਈਂ ਆਏ ਹਨ। ਸੋ ਦਾਸ ਨੇ ਉਚੇਚਾ ਸਮਾਂ ਕੱਢ ਕੇ ਪਹਿਲੇ ਭਾਗ ਦੇ 2 ਹਿੱਸੇ ਕਰ ਦਿੱਤੇ। ਵਿਸ਼ਿਆਂ ਦੀ ਤਰਤੀਬ ਵੀ ਬਦਲੀ ਹੈ ਅਤੇ ਲੋੜੀਂਦੇ ਘਾਟੇ ਵਾਧੇ ਵੀ ਕੀਤੇ ਹਨ। ਦੇਵੀ ਦੇਵਤੇ ਤੇ ਗੁਰਮਤ ਅਤੇ ਕ੍ਰਿਸ਼ਨ ਅਵਤਾਰ ਵਿਸ਼ਿਆਂ ਵਿਚਲੇ 10ਵੇਂ ਗ੍ਰੰਥ ਸਾਹਿਬ ਬਾਰੇ ਲਿਖੇ ਉਚੇਚੇ ਵਿਚਾਰਾਂ ਬਾਰੇ ਸੱਚਖੰਡ ਵਾਸੀ ਗੁਰਮੁਖ ਪਿਆਰੇ ਗਿਆਨੀ ਭਗਤ ਸਿੰਘ ਜੀ ਨੇ ਇਤਰਾਜ਼ ਲਿਖ ਭੇਜੇ ਸਨ। ਵਿਛੋੜਾ ਦੇ ਗਏ ਗਿਆਨੀ ਜੀ ਦੇ ਸੁਝਾਅ ਦਾ ਸਤਿਕਾਰ ਕਰਦਿਆਂ ਉਹਨਾਂ ਦੋਹਾਂ ਲੇਖਾਂ ਕ੍ਰਿਸ਼ਨ ਅਵਤਾਰ ਅਤੇ ਦੇਵੀ ਦੇਵਤੇ ਅਤੇ ਗੁਰਮਤ ਵਿੱਚੋਂ ਉਹ ਵਿਚਾਰ ਵੀ ਦਾਸ ਨੇ ਕੱਢ ਦਿੱਤੇ ਹਨ। ਪਰ ਇਸ ਦਾ ਅਰਥ ਇਹ ਨਹੀਂ ਹੈ ਕਿ 10ਵੇਂ ਗ੍ਰੰਥ ਬਾਰੇ ਦਾਸ ਦੇ ਵਿਚਾਰ ਬਦਲ ਗਏ ਹਨ। ਜੇ ਸਤਿਗੁਰਾਂ ਚਾਹਿਆ ਅਤੇ ਸਮਾਂ ਬਖਸ਼ਿਆ
ਤਾਂ ਦਾਸ ਦਸਮ ਗ੍ਰੰਥ ਬਾਰੇ ਗੁਰਬਾਣੀ ਦੀ ਕਸਵੱਟੀ ਨੂੰ ਧੁਰਾ ਮੰਨ ਕੇ ਵਿਸਥਾਰ ਪੂਰਵਕ ਗੁਰਮਤਿ ਵਿਚਾਰ ਅੱਡਰੀ ਪੁਸਤਕ ਵਿੱਚ ਲਿਖੇਗਾ। ਗਿਆਨੀ ਜੀ ਨੇ ਗੁਰਬਾਣੀ ਸ਼ਬਦਾਂ ਦੇ ਪਦ ਅਰਥ ਲਿਖਣ ਤੋਂ ਵੀ ਵਰਜਦਿਆਂ ਸਮਝਾਇਆ ਸੀ ਕਿ ਇਹ ਪੁਸਤਕ ਗੁਰਬਾਣੀ ਸਟੀਕ ਨਹੀਂ ਹੈ, ਕੇਵਲ ਪਾਠਕਾਂ ਨੂੰ ਗੁਰਮਤਿ ਸਿਧਾਂਤ ਸਮਝਾਉਣਾ ਹੈ। ਉਹ ਮੰਤਵ ਕੇਵਲ ਅਰਥ ਲਿਖ ਕੇ ਦੇਣ ਨਾਲ ਪੂਰਾ ਹੋ ਜਾਂਦਾ ਹੈ, ਸੋ ਪਦ ਅਰਥ ਵੀ ਕੱਢ ਦਿੱਤੇ ਹਨ। ਇਸ ਪਹਿਲੀ ਪੁਸਤਕ ਦੇ 2 ਭਾਗ ਹੋ ਜਾਣ ਤੇ ਨਵੇਂ ਤਿਆਰ ਹੋਏ ਭਾਗ ਦਾ ਨੰਬਰ 3 ਹੋ ਗਿਆ ਹੈ ਅਤੇ ਇਸੇ ਤਰ੍ਹਾਂ ਦੇ 5 ਭਾਗ ਹੋਰ ਤਿਆਰ ਹੋ ਗਏ ਹਨ। ਪੁਰੋਹਿਤਵਾਦ ਅਥਵਾ ਵਿਪਰਨ ਕੀ ਰੀਤ ਨੂੰ ਨੰਗਾ ਕਰੀ ਜਾਣ ਦੇ ਨਾਲ ਗੁਰਬਾਣੀ ਸਿਧਾਂਤ ਦੇ ਵੱਧ ਤੋਂ ਵੱਧ ਪੱਖ ਵਿਸਥਾਰ ਨਾਲ ਲਿਖਣ ਦਾ ਜੋ ਸੰਕਲਪ ਸਤਿਗੁਰਾਂ ਨੇ ਕਰਾਇਆ ਹੈ, ਉਸ ਦੀ ਪੂਰਤੀ ਲਈ ਪੁਸਤਕ ਦੇ 10 ਭਾਗ ਬਣ ਜਾਣ ਦੀ ਆਸ ਹੈ। ਸਤਿਗੁਰਾਂ ਨੇ ਚਾਹਿਆ ਅਤੇ ਦਾਤਾਰ ਜੀ ਨੇ ਮਾਇਆ ਦੀ ਥੋੜ ਪੂਰੀ ਕਰ ਦਿੱਤੀ ਤਾਂ ਹੁਣ ਘੱਟੋ ਘੱਟ 7 ਭਾਗ ਇੱਕੋ ਸਮੇਂ ਛਪ ਸਕਣਗੇ। ਮਾਸ ਕਰ ਮੂਰਖ ਝਗੜੇ ਪੁਸਤਕ ਪਹਿਲਾਂ ਹੀ ਛਪ ਚੁੱਕੀ ਹੈ। ਮਾਸ ਪ੍ਰਤੀ ਗੁਰਮਤਿ ਦੇ ਸਾਰੇ ਪੱਖ ਵਿਸਥਾਰ ਨਾਲ ਲਿਖਣ ਉਪਰੰਤ ਗੁਰਬਾਣੀ ਸਿਧਾਂਤ ਦੇ ਜਿੰਨੇ ਲੇਖ ਇਹਨਾਂ 7 ਭਾਗਾਂ ਵਿੱਚ ਆ ਚੁੱਕੇ ਹਨ, ਉਹਨਾਂ ਤੋਂ ਸੁਹਿਰਦ ਪਾਠਕਾਂ ਨੂੰ ਗੁਰਮਤਿ ਦੀ ਕਾਫੀ ਜਾਣਕਾਰੀ ਹੋ ਸਕਣ ਦੀ ਆਸ ਹੈ। ਪਹਿਲੀ ਪੁਸਤਕ ਵਿਚਲੇ ਪੂਜਾ, ਭੇਟਾ ਮੰਗਣ ਆਦਿ ਲੇਖਾਂ ਵਿੱਚ ਹੋਰ ਉਚੇਚਾ ਨਵਾਂ ਵਾਧਾ ਕੀਤਾ ਗਿਆ ਹੈ। ਇਸ ਪੁਸਤਕ ਦੇ ਦੂਜੇ ਭਾਗ ਵਿੱਚ ਨਿੰਦਿਆ ਅਤੇ ਕਰਾਮਾਤਾਂ ਅਤੇ ਗੁਰ ਇਤਿਹਾਸ ਵਿਸ਼ਿਆਂ ਵਿੱਚ ਵੀ ਉਚੇਚਾ ਵਾਧਾ ਹੋਇਆ ਹੈ। ਦੂਜੇ ਭਾਗ ਦੇ ਹੀ 5ਵੇਂ ਕਾਂਡ ਦਾ 9ਵਾਂ ਲੇਖ ਨਾਨਕ ਨਾਮ ਜਹਾਜ਼ ਫਿਲਮ ਦੀ ਸ਼ੂਟਿੰਗ ਹੋਰ ਵਧਾਇਆ ਹੈ। ਪਹਿਲਾਂ 111 ਵਿਸ਼ੇ ਸਨ, ਪਰ ਹੁਣ ਉਹੀ ਪੁਸਤਕ 2 ਹਿੱਸਿਆਂ ਵਿੱਚ ਕਰਨ ਸਮੇਂ ਸਤਿਗੁਰਾਂ ਨੇ ਕੁੱਲ 146 ਵਿਸ਼ੇ ਲਿਖ ਸਕਣ ਦਾ ਉਦਮ ਬਖਸ਼ਿਆ ਹੈ। ਆਸ ਹੈ ਕਿ ਪੰਥ ਦਾ ਕੀਮਤੀ ਗੱਭਰੂ ਸਰਮਾਇਆ ਦਾਸ ਦੀ ਇਸ ਮਿਹਨਤ ਤੋਂ ਸੁਖਾਵੀਂ ਗੁਰਮਤਿ ਸੇਧ ਲੈ ਕੇ ਆਪਣੀ ਨਿਆਰੀ ਨੁਹਾਰ ਨੂੰ ਨਿਖਾਰਨ ਦਾ ਉਦਮ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਲਵੇਗਾ। ਇਸ ਪੁਸਤਕ ਦੀ ਪ੍ਰਸ਼ੰਸਾ ਵਿੱਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਦੁਬਈ ਅਤੇ ਪੰਜਾਬ ਤੋਂ ਕਈ ਪਾਠਕਾਂ ਦੇ ਫੋਨ ਅਤੇ ਖਤ ਮਿਲ ਰਹੇ ਹਨ। ਕਈ ਸੱਜਣਾਂ ਨੇ ਪ੍ਰਸ਼ੰਸਾ ਦੇ ਉਹਨਾਂ ਪੱਤਰਾਂ ਨੂੰ ਪੁਸਤਕ ਵਿੱਚ ਛਾਪ ਦੇਣ ਲਈ ਕਿਹਾ ਹੈ, ਪਰ ਕਿਉਂਕਿ ਉਹਨਾਂ ਤੋਂ ਪਾਠਕਾਂ ਨੂੰ ਕੋਈ ਲਾਭ ਨਹੀਂ ਸੀ ਪੁੱਜ ਸਕਦਾ, ਇਸ ਲਈ ਉਹਨਾਂ ਵਿਸ਼ੇਸ਼ ਪੱਤਰਾਂ ਦੇ ਖਜ਼ਾਨੇ ਨੂੰ ਛਾਪਣ ਨਾਲੋਂ ਆਦਰ ਸਤਿਕਾਰ ਨਾਲ ਰਿਕਾਰਡ ਵਿੱਚ ਰੱਖਣਾ ਬਹੁਤਾ ਠੀਕ ਸਮਝਿਆ ਹੈ। ਜੇ ਕੋਈ ਅਜਿਹਾ ਪੱਤਰ ਆਇਆ ਜਿਸ ਤੋਂ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਹੋ ਸਕਦਾ ਹੋਇਆ ਤਾਂ ਜ਼ਰੂਰ ਪੁਸਤਕ ਦੇ ਕਿਸੇ ਭਾਗ ਦਾ ਹਿੱਸਾ ਬਣਾ ਦਿੱਤਾ ਜਾਵੇਗਾ। ਗੁਰਮਤਿ ਦਾ ਆਦਰ ਕਰਨ ਵਾਲੇ ਜਿਨ੍ਹਾਂ ਗੁਰਮੁਖਾਂ ਨੇ ਹੌਸਲਾ ਵਧਾਉਣ ਵਿੱਚ ਜ਼ਰਾ ਵੀ ਖੇਚਲ ਕੀਤੀ ਹੈ, ਦਾਸ ਉਹਨਾਂ ਸੁਹਿਰਦ ਸੱਜਣਾ ਦਾ ਦਿਲੋਂ ਧੰਨਵਾਦੀ ਹੈ। ਪ੍ਰਸ਼ਨ, ਸੁਣ ਸੁਆਮੀ ਅਰਦਾਸ ਹਮਾਰੀ, ਪੁੱਛੋ ਸਾਜ ਵਿਚਾਰੋ, ਰੋਸ ਨਾ ਕੀਚੈ ਉੱਤਰ ਦੀਜੈ, ਕਿਉਂ ਪਾਈਏ ਗੁਰਦੁਆਰੋ। ਉੱਤਰ, ਇਹ ਮਨ ਚਲਤੋ ਸੱਚ ਘਰ ਬੈਸੇ, ਨਾਨਕ ਨਾਮ ਆਧਾਰੋ, ਆਪੇ ਮੇਲ ਮਲਾਏ ਕਰਤਾ, ਲਾਗੇ ਸਾਜ ਪਿਆਰੋ। ਪੰਨਾ 938। ਗੁਰੂ ਪੰਥ ਦਾ ਦਾਸ ਗੁਰਬਖਸ਼ ਸਿੰਘ, ਕੈਨੇਡਾ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਪਹਿਲਾ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।